At my home, I do not use an RO. मैं ਪਾਣੀ ਉਬਾਲਦਾ ਹੈਗਾ ਔਰ ਪੀਂਦਾ ਹੈਗਾ ਸਰ ਮੇਰੇ ਫਾਦਰ ਬਿਮਾਰ ਸੀਗੇ ਬਿਫੋਰ ਹੀ ਪਾਸਡ ਅਵੇ ਔਰ ਮੈਨੂੰ ਸਮਝ ਆਇਆ ਕਿ ਉਹਨਾਂ ਦੀ ਜਿਹੜੀ ਬਾਡੀ ਦੇ ਜਿਹੜੇ ਐਲੀਮੈਂਟਸ ਹੋਣੇ ਚਾਹੀਦੇ ਹੈਗੇ ਉਹ ਇਸ ਕਰਕੇ ਨਹੀਂ ਹੈਗੇ ਬਿਕੋਜ਼ ਜਿਹੜਾ ਅਸੀਂ ਵਾਟਰ ਸਫਾਈ ਕਰਕੇ ਜੋ ਅਸੀਂ ਲੈਂਦੇ ਹਰ ਘਰ 'ਚ ਲੱਗਿਆ ਹੋਇਆ RO ਕਹਿ ਲਓ ਹੈ ਨਾ ਜੀ ਉਹ ਸਭ ਕੁਝ ਸਾਫ਼ ਕਰ ਦਿੰਦਾ ਹੈਗਾ ਤਾਂ ਉਹ ਪਾਣੀ ਇੱਕ ਤਰ੍ਹਾਂ ਦਾ ਖਾਲੀ ਹੋ ਜਾਂਦਾ ਹੈਗਾ ਉਹ ਪਾਣੀ ਹੈ ਸੋ ਆਈ ਸਟਾਪ ਡੂਇੰਗ ਦੈਟ 5 ਕੰਪਨੀਆਂ ਹੈਗੀਆਂ ਦੁਨੀਆ ਦੀਆਂ they consume as much water as the entire world uses ਉਹਦੇ ਵਿੱਚ ਪੈਪਸੀ ਕੋਲਾ ਹੈ ਉਹਦੇ ਵਿੱਚ ਨੈਸਲੇ ਹੈ ਉਹਦੇ ਵਿੱਚ ਬਡਵਾਈਜ਼ਰ ਹੈ ਬੀਅਰ ਵਾਲੀ ਫੈਕਟਰੀ ਜਾਂ ਤੁਸੀਂ ਅਗਰ ਇਹਨਾਂ ਨੂੰ ਪੰਜਾਂ ਨੂੰ ਬੰਦ ਕਰ ਦਿਓ ਕੋਈ ਆਫਤ ਨਹੀਂ ਆਉਣ ਲੱਗੀ ਐਂਡ ਯੂ ਵਿਲ ਸੇਵ ਐਜ਼ ਮਚ ਵਾਟਰ ਤੁਹਾਡੇ ਕੋਲ ਡਬਲ ਹੋ ਜਾਏਗਾ ਪਾਣੀ ਕ੍ਰਾਈਸਿਸ ਆ ਕਿਤੇ ਹੋਰ ਹੈ ਆਪਾਂ ਸੋਲੂਸ਼ਨ ਕਿਤੇ ਹੋਰ ਲੱਭਦੇ ਹੈਗੇ ਨੈਰੇਟਿਵ ਉਹਨਾਂ ਕੰਪਨੀਆਂ ਨੇ ਕ੍ਰੀਏਟ ਕੀਤਾ ਕੀ ਹੈ ਕਿ ਵੀ ਹਰ ਆਦਮੀ ਨੂੰ ਪਾਣੀ ਬਚਾਉਣਾ ਚਾਹੀਦਾ ਕਿਉਂਕਿ ਆਪਣਾ ਪਾਣੀ ਉਹਨਾਂ ਨੂੰ ਪਤਾ ਕਿ ਲੋਕਾਂ ਦੀ ਨਜ਼ਰ ਸਾਡੇ ਪਾਣੀ 'ਤੇ ਨਾ ਜਾਏ ਜੋ ਅਸੀਂ ਯੂਜ਼ ਕਰ ਰਹੇ ਹੈਗੇ ਤਾਂ ਨੈਰੇਟਿਵ ਤੁਹਾਡੇ ਔਰ ਮੇਰੇ ਉੱਪਰ ਆ ਗਿਆ ਨਾ ਕਿ ਭਾਈ ਤੁਸੀਂ ਆਪਣਾ ਪਾਣੀ ਬਚਾਓ ਹੋਰ ਤਾਂ ਹੋਰ ਬਰਤਨ ਮਾਂਜਣ 'ਚ ਵੀ ਤੁਸੀਂ ਇੱਕ ਮੱਗ ਬਚਾ ਲੋਗੇ ਪਤਾ ਨਹੀਂ ਕਿੰਨਾ ਦੁਨੀਆ ਦਾ ਕਰੋਗੇ ਸੇਵਾ ਕਰੋਗੇ ਨਹੀਂ ਉਹ ਜਿਹੜੇ 5 ਕਾਰਪੋਰੇਟਸ ਹੈਗੇ ਆ ਉਹਨਾਂ ਦੇ ਉੱਪਰ ਕੋਈ ਉਂਗਲੀ ਉਠਾਉਣ ਨੂੰ ਵੀ ਤਿਆਰ ਨਹੀਂ ਹੈਗਾ ਕੀ ਕਾਰਨ ਹੈ ਮਿਨਰਲ ਵਾਟਰ ਦੀ ਬੋਟਲ ਲੈਂਦੇ ਹੋਏ 1 ਲੀਟਰ ਦੀ ਤੁਸੀਂ ਬੋਤਲ ਅਗਰ ਲੈਂਦੇ ਹੋ 6 ਲੀਟਰ ਪਾਣੀ ਉਹਨੂੰ ਤਿਆਰ ਕਰਨ ਵਾਸਤੇ ਜਾਂਦਾ ਹੈਗਾ ਆਰਓ ਜਿਹੜਾ ਸਿਸਟਮ ਹੈਗਾ ਪਾਣੀ ਦਾ ਹੁਣ ਉਹ ਪਿੰਡਾਂ 'ਚ ਵੀ ਲਗਾਇਆ ਜਾ ਰਿਹਾ ਸਰ ਸਟੱਡੀਜ਼ ਇਹ ਕਹਿੰਦੀਆਂ ਸਰ ਕਿ ਹਰ 100 ਲੀਟਰ ਪਾਣੀ ਜਦ ਤੁਸੀਂ ਉਹਨੂੰ ਯੂਜ਼ ਕਰਦੇ ਹੋ ਉਹਦੇ ਵਿੱਚ 25 ਲੀਟਰ ਤੁਹਾਡੇ ਕੋਲ ਸਾਫ਼ ਹੋ ਕੇ ਆਉਂਦਾ ਜਿਹੜਾ ਆਰਓ 'ਚੋਂ ਅਸੀਂ ਕੱਢਦੇ ਹੈਗੇ ਆ 75 ਲੀਟਰ ਵੇਸਟ ਹੁੰਦਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨ ਦੀ ਸਾਰੀ ਉਹਤੇ ਬਲੇਮ ਪਾ ਦਿੰਦੇ ਹੋ ਕਿ ਬਈ ਪਾਣੀ ਕੱਢ ਰਿਹਾ ਹੈਗਾ ਉਹ ਅੰਡਰਗਰਾਊਂਡ ਹੈ ਨਾ ਜੀ ਝੋਨੇ ਵਾਸਤੇ ਜਾਂ ਕ੍ਰੌਪਿੰਗ ਪੈਟਰਨ ਵਾਸਤੇ ਲੇਕਿਨ ਕਦੀ ਕਿਸੇ ਨੇ ਇਹ ਵੀ ਕਿਹਾ ਕਿ ਜੇ ਆਪਾਂ ਪਾਣੀ ਕੱਢ ਰਹੇ ਹੈਗੇ ਆ ਤੁਹਾਡਾ 25 ਲੀਟਰ ਪਾਣੀ ਵਾਸਤੇ ਤੁਸੀਂ 75 ਲੀਟਰ ਵੇਸਟ ਕਰਦੇ ਹੋ ਆਪਾਂ ਫਲਸ਼ ਜਾਂਦੇ ਹੈਗੇ ਆ ਸਰ ਬਾਥਰੂਮ ਜਾਂਦੇ ਹੈਗੇ ਆ ਤੁਸੀਂ ਯੂਰਿਨ ਕੀਤਾ ਇੱਕ ਵਾਰੀ ਤੁਸੀਂ ਹਰ ਵਾਰ ਫਲਸ਼ ਕਰਦੇ ਹੋ 12 ਲੀਟਰ ਪਾਣੀ ਜਾਂਦਾ ਸਰ ਥੱਲੇ ਕਦੀ ਕਿਸੇ ਨੇ ਸਵਾਲ ਕੀਤਾ ਕਿ ਪਾਣੀ ਕਿੱਥੇ ਗਿਆ ਔਰ ਬਲੇਮ ਅਸੀਂ ਕਿਸਾਨਾਂ ਨੂੰ ਕਰਦੇ ਰਹਿੰਦੇ ਹੈਗਾ ਉਹ ਨੈਰੇਟਿਵ ਬਲ ਗਿਆ ਨਾ ਕਿਉਂਕਿ ਮੈਂ ਔਰ ਤੁਸੀਂ ਸਾਡੇ ਕੰਫਰਟ ਜ਼ੋਨ 'ਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈਗੀ ਮੈਂ ਕਦੇ ਬੋਤਲ ਦਾ ਪਾਣੀ ਨਹੀਂ ਪੀਂਦਾ ਆਮ ਤੌਰ 'ਤੇ ਜਦੋਂ ਕਈ ਵਾਰ ਮੇਰੇ ਦੋਸਤ ਵੀ ਬੈਠੇ ਹੁੰਦੇ ਆ ਢਾਬਿਆਂ 'ਤੇ ਹੋਰ ਕਿਹਨੂੰ ਲੱਗਦਾ ਗਾ ਕਿ ਨਾ ਇੱਕ ਸਟੇਟਸ ਸਿੰਬਲ ਬਣ ਗਿਆ ਬੋਤਲ ਦਾ ਪਾਣੀ ਮੈਂ ਬੋਤਲ ਆਉਂਦੀ ਮੈਂ ਮੋੜ ਦਿੰਦਾ ਗਾ ਜੱਗ ਦਾ ਪਾਣੀ ਲਿਆਓ ਮੇਰੇ ਲਈ ਉਹ ਬੜੇ ਹੈ ਨਾ ਜੇ ਤੁਸੀਂ ਬਹੁਤ ਕਿਤੇ ਬਹੁਤ ਚੰਗੀਆਂ ਥਾਵਾਂ 'ਤੇ 3 ਸਟਾਰ 5 ਸਟਾਰ ਬੈਠੇ ਹੋ ਤਾਂ ਵੀ ਉਹਨਾਂ ਨੂੰ ਬੜਾ ਔੜ ਲੱਗਦਾ ਇਹ ਗੱਲ ਅਤੇ ਉਹ ਮੈਂ ਇਹ ਗੱਲ ਦੀ ਅੰਡਰਸਟੈਂਡਿੰਗ ਬਹੁਤ ਸਾਰੇ ਲੋਕਾਂ ਨੂੰ ਮੈਂ ਪਾਣੀ ਦੇ ਉੱਤੇ ਜਦੋਂ ਪੜ੍ਹਿਆ ਸਮਝਿਆ ਤਾਂ ਇਹ ਬਣੀ ਕਿ ਨਹੀਂ ਜਿੱਥੇ ਦੇ ਤੁਸੀਂ ਜਾਂਦੇ ਹੋ ਉੱਥੇ ਸਿੱਧਾ ਪਾਣੀ ਪੀਓ ਤੁਸੀਂ ਬੋਤਲ ਵਾਲਾ ਪਾਣੀ ਨਾ ਪੀਓ ਔਰ ਖਾਸ ਤੌਰ 'ਤੇ RO ਵਾਲਾ ਪਾਣੀ ਅੱਜ ਅਮਰੀਕਾ ਦਾ ਸਰ ਇਹ ਹਾਲ ਹੈਗਾ ਕਿ ਅਮਰੀਕਾ ਦੇ ਹਰ ਕਿਸਾਨ ਨੂੰ ਹਰ ਸਾਲ 79 ਲੱਖ ਰੁਪਏ ਦੀ ਸਬਸਿਡੀ ਇਹ ਨਾ ਸੋਚੋ ਕਿ ਸਾਡੇ ਇੱਥੇ ਸੁਸਾਈਡਸ ਹੁੰਦੀਆਂ ਕਿਸਾਨਾਂ ਦੀਆਂ ਅਮਰੀਕਾ ਵਿੱਚ ਅਗਰ ਕਿਸਾਨਾਂ ਦੀ ਸੁਸਾਈਡ ਦੇਖੀਏ 3.5 ਗੁਣਾ ਨੈਸ਼ਨਲ ਐਵਰੇਜ ਤੋਂ ਵੱਧ ਕੇ ਹੈਗੀਆਂ ਐਗਰੀਕਲਚਰ ਦੀਆਂ ਸੁਸਾਈਡ ਜਿਹੜੀ ਹੈਗੀਆਂ ਇੱਕ ਤਰਫ ਤਾਂ ਸਾਡੇ ਕੋਲ ਇੱਕ ਯੂਨਾਈਟਿਡ ਨੇਸ਼ਨ ਨੇ ਪ੍ਰਿੰਸੀਪਲਸ ਜਾਂ ਆਬਜੈਕਟਿਵ ਛੱਡੇ ਹੈਗੇ ਕਿ ਵੀ ਅੰਡਰ ਦੀ ਸੋਸ਼ਲ ਡਿਵੈਲਪਮੈਂਟ ਜਿਹੜੇ ਗੋਲ ਹੈਗੇ ਆ ਉਹਦੇ ਵਿੱਚ ਨਾ 2030 ਤੱਕ ਵੀ ਹੈਵ ਟੂ ਬਿਕਮ ਜ਼ੀਰੋ ਹੰਗਰ ਔਰ ਉਹ ਜਿਹੜੇ ਹੰਗਰ ਹੈਗੀ ਆ ਉਹਦੇ ਵਿੱਚ ਆਈ ਥਿੰਕ ਇੰਡੀਆ ਜਿਹੜਾ ਹੈਗਾ ਉਹ ਸੈਕਿੰਡ ਪੋਜੀਸ਼ਨ 'ਤੇ ਆਉਂਦਾ ਹੈ ਔਰ ਤੁਸੀਂ ਉਸ ਟਾਈਮ 'ਤੇ ਤੁਹਾਡਾ ਫੋਕਸ ਜਿਹੜਾ ਹੈਗਾ ਸ਼ਿਫਟ ਹੋ ਜਾਏ ਕਿ ਆਪਾਂ ਆਟੋਮੋਬਾਈਲਸ ਨੂੰ ਕਿਸ ਤਰ੍ਹਾਂ ਫਿਊਲ ਦੇਣਾ ਹੈਗਾ ਕਾਰਾਂ ਨੂੰ ਤੇਲ ਦੇਣਾ ਇਨਸਾਨ ਨੂੰ ਨਹੀਂ ਦੇਣਾ ਹਾਂ ਹੁਣ ਦੇਖੋ ਨਾ ਅਗਰ ਇਹੀ ਮਤਲਬ ਹੋਇਆ ਨਾ ਜੀ ਅਸੀਂ ਉਸ ਫਿਊਚਰ ਵਿੱਚ ਵੜ ਰਹੇ ਹੈਗੇ ਹਾਂ ਜਿਹਦੇ ਵਿੱਚ ਜਿਹੜੀ ਪੈਦਾਵਾਰ ਹੋਏਗੀ ਉਹ ਜਾਏਗੀ ਕਾਰਾਂ ਵਾਸਤੇ ਔਰ ਜਿਹੜੀ ਹਿਊਮਨ ਕੰਜ਼ੰਪਸ਼ਨ ਦੀ ਜਿਹੜੀ ਜ਼ਰੂਰਤ ਹੁੰਦੀ ਸੀ ਖੇਤਾਂ 'ਚੋਂ ਆਉਂਦੀ ਸੀਗੀ ਉਹ ਖੇਤਾਂ 'ਚੋਂ ਨਹੀਂ ਉਹ ਲੈਬੋਰਟਰੀ 'ਚੋਂ ਆਏਗੀ 8 ਬਿਲੀਅਨ ਅੱਜ ਦੁਨੀਆ ਦੀ ਪੋਪੂਲੇਸ਼ਨ ਹੈ ਜਿਹਦੇ ਵਿੱਚ 4 ਬਿਲੀਅਨ ਲੋਕੀ ਜਿਹੜੇ ਹੈਗੇ ਖੇਤੀ ਨਾਲ ਜੁੜੇ ਹੋਏ ਹੈਗੇ ਆ ਔਰ ਇਹ ਕਿਆ ਕਾਰਨ ਹੈਗਾ ਕਿ ਰਾਸ਼ਟਰਪਤੀ ਸਾਡੇ ਦੇਸ਼ ਦੀ ਡਿਨਰ 'ਤੇ ਇਨਵਾਈਟ ਕਰਦੀ ਹੈ G20 ਵਿੱਚ ਉਹਦੇ ਵਿੱਚ ਇੱਕ ਬੰਦਾ ਵੀ ਐਗਰੀਕਲਚਰ 'ਚੋਂ ਨਹੀਂ ਤਕਰੀਬਨ $250 ਬਿਲੀਅਨ ਦੀ ਸਬਸਿਡੀ ਅਮੀਰ ਦੇਸ਼ ਆਪਣੇ ਕਿਸਾਨਾਂ ਨੂੰ ਦੇ ਰਹੇ ਇਹ ਮੰਨਿਆ ਜਾਵੇ ਜਿਹੜੀ ਸਟੇਟ ਹੈ ਉਹ ਕਾਰਪੋਰੇਟ ਚਲਾਉਂਦਾ G20 ਦੇ ਦੁਨੀਆ ਭਰ ਦੇ ਨੇਤਾ ਆਉਂਦੇ ਹੈਗੇ ਆ ਐਂਡ ਵੀ ਵਾਂਟ ਟੂ ਕੀਪ ਦੀ ਆਰਡੀਨਰੀ ਪੀਪਲ ਆਊਟ ਕਿਆ ਕਾਰਨ ਹੈਗਾ ਕਿ ਬਈ ਤੁਸੀਂ ਆਪਣੇ ਆਮ ਜਨਤਾ ਨੂੰ ਤੁਸੀਂ ਉਸ ਤੋਂ ਬਾਹਰ ਰੱਖਦੇ ਹੈਗੇ ਆ ਸੋ ਜਿਹੜਾ ਨੈਰੇਟਿਵ ਹੈਗਾ ਉਹ ਆਮ ਜਨਤਾ ਦਾ ਤਾਂ ਹੈ
ਉਹ ਤਾਂ ਉਹਨਾਂ ਦਾ ਹੈ ਨਾ ਜਿਹੜੇ ਉਹਦੇ ਵਿੱਚ ਸਪੋਰਟ ਕਰਦੇ ਹੈ ਜਾਂ ਬੈਕ ਕਰਦੇ ਉਸ ਆਈਡੀਆਜ਼ ਨੂੰ। ਉਹ ਕੌਣ ਹੈਗੇ? ਓਬਵੀਅਸਲੀ ਦੇ ਆਰ ਦੀ ਕੰਪਨੀਜ਼, ਉਹੀ ਕਾਰਪੋਰੇਸ਼ਨਸ ਹੈਗੀਆਂ, ਚਾਹੇ ਮਲਟੀਨੈਸ਼ਨਲ ਹੋਣ ਚਾਹੇ ਆਪਣੇ ਡੋਮੈਸਟਿਕ ਹੋਣ। ਉਹੀ ਇੱਕ ਨੈਰੇਟਿਵ ਬਿਲਡਅਪ ਕਰ ਰਹੇ, ਉਹੀ ਨੈਰੇਟਿਵ ਡਿਸਕਸ ਹੁੰਦਾ। ਕਿਤੇ ਨਾ ਕਿਤੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਬਈ ਜੋ ਸਾਡੀ ਜਿਹੜੀ ਸੋਚ ਹੈਗੀ ਇਕਨੋਮਿਕ ਗਰੋਥ ਦੀ, ਦੈਟ ਇਜ਼ ਬੀਇੰਗ ਫਿਊਲਡ ਬਾਈ ਦੀ ਕਾਰਪੋਰੇਟ ਆਈਡੀਆਜ਼। ਹੁਣ ਜਦ ਮੈਂ ਇਹ ਸਵਾਲ ਕਰਦਾ ਕਿ ਵੀ ਤੁਸੀਂ ਕਾਰਪੋਰੇਟ ਦੇ 15 ਲੱਖ ਕਰੋੜ ਰੁਪਏ ਮਾਫ करते ਹੈਗੇ ਪਿਛਲੇ 10 ਸਾਲਾਂ ਵਿੱਚ, ਤਾਂ ਮੈਨੂੰ ਕਿਹਾ ਜਾਂਦਾ ਕਿ ਸਰ आप कौन से ज़माने की बात कर रहे हो? अब तो आप यू आर इन द मार्केट इकोनॉमी। सो मार्केट का मतलब ਕੀ ਹੈ? ਆਪਣਾ ਸਾਰਾ ਖਜ਼ਾਨਾ ਮਾਰਕੀਟ ਵਾਸਤੇ ਖੋਲ ਦਈਏ ਅਸੀਂ। ਵਿਲਫੁਲ ਡਿਫਾਲਟਰ ਸੀਗੇ 16000 ਵਿਲਫੁਲ ਡਿਫਾਲਟਰ ਹੈ। ਵਿਲਫੁਲ ਡਿਫਾਲਟਰ ਉਹ ਹੈਗੇ ਆ ਜਿਹੜਾ ਪੈਸਾ ਦੇਣ ਦੀ ਕੈਪੈਸਿਟੀ ਵਿੱਚ ਹੈਗੇ ਆ, ਬੈਂਕਾਂ ਦਾ ਪੈਸਾ ਵਾਪਸ ਕਰ ਸਕਦੇ ਆ ਲੇਕਿਨ ਨਹੀਂ ਕਰਦੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕੀ ਕੀਤਾ? ਉਹ 3.5 ਲੱਖ ਕਰੋੜ ਰੁਪਇਆ ਉਹਨਾਂ ਤੋਂ ਰਿਕਵਰ ਕਰਨਾ ਸੀਗਾ, ਔਰ ਤੁਸੀਂ ਉਹਨਾਂ ਨੂੰ ਕਹਿਤਾ ਕਿ ਨਹੀਂ ਜੀ ਤੁਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰੋ ਔਰ 1 ਸਾਲ ਦੇ ਬਾਅਦ ਇਹਨਾਂ ਨੂੰ ਦੁਬਾਰਾ ਪੈਸੇ ਦੇਣਾ ਸ਼ੁਰੂ ਕਰ ਦਿਓ। ਇੱਕ ਬਿਜ਼ਨਸ ਹਾਊਸ ਨੂੰ ਅਸੀਂ ਦੇਖਿਆ 6500 ਰੁਪਏ 500 ਕਰੋੜ ਰੁਪਏ ਉਹਦੇ ਉੱਪਰ ਕਰਜ਼ਾ ਸੀਗਾ, ਉਹ 5000 ਕਰੋੜ ਰੁਪਏ ਦਾ ਸਿੱਧਾ ਰਾਈਟ ਆਫ ਹੋ ਜਾਂਦਾ ਹੈ। ਕਿਸੇ ਨੇ ਸਵਾਲ ਵੀ ਨਹੀਂ ਕੀਤਾ। ਕਿਸਾਨਾਂ ਨੂੰ ਤੁਸੀਂ ਅਗਰ 25 ਰੁਪਏ ਵੀ ਦੇਣੇ ਹੋਣ ਕਿਸੇ ਚੀਜ਼ ਦਾ ਭਾਅ बढ़ाना ਹੋਏ ਤਾਂ ਹੰਗਾਮਾ ਹੋ ਜਾਂਦਾ। ਕੰਟਰੀ ਵਿੱਚ ਡਿਬੇਟ ਹੁੰਦੀ ਹੈ ਕਿ ਜੀ ਇਨਫਲੇਸ਼ਨ ਵੱਧ ਜਾਏਗੀ, ਇਹ ਸਾਡਾ ਜਿਹੜੀ ਇਕਨੋਮੀ ਹੈਗੀ ਉਹ ਡਿਸਟੋਰਟ ਹੋ ਜਾਏਗੀ, ਸਾਰੀ ਗੱਲਾਂ ਹੁੰਦੀਆਂ। ਲੇਕਿਨ 5000 ਕਰੋੜ ਰੁਪਏ ਤੁਸੀਂ ਰਾਈਟ ਆਫ ਕਰਤਾ, 3.5 ਲੱਖ ਕਰੋੜ ਰੁਪਏ ਤੁਸੀਂ ਰਾਈਟ ਆਫ ਕਰਤਾ, ਤੁਸੀਂ 15 ਲੱਖ ਕਰੋੜ ਰੁਪਏ ਰਾਈਟ ਆਫ ਕਰਤਾ ਇਨ ਦੀ ਪਾਸਟ 10 ਇਅਰਸ। ਕੋਈ ਸਵਾਲ ਹੀ ਨਹੀਂ ਹੈ। ਤੁਸੀਂ ਦੇਖੋ ਜਦ ਮੈਂ ਲੋਨ ਲੈਣਾ ਬੈਂਕਾਂ ਤੋਂ ਜਾਂ ਤੁਸੀਂ ਵੀ ਲੈਂਦੇ ਹੋ, ਮੋਟਰਸਾਈਕਲ ਵਾਸਤੇ ਲਓ, ਕਾਰ ਵਾਸਤੇ ਲਓ, ਤੁਸੀਂ ਕਦੀ ਡਿਫਾਲਟ ਕਰਕੇ ਦੇਖੋ ਤੁਹਾਡਾ ਕੀ ਹਾਲ ਕਰਦੇ ਹੈਗੇ ਜਾਂ ਮੇਰਾ ਕੀ ਹਾਲ ਕਰਦੇ ਹੈਗੇ ਜਾਂ ਆਪਣਾ ਸਭ ਦਾ ਕੀ ਹਾਲ ਕਰਦੇ ਹੈ। ਲੇਕਿਨ ਕਾਰਪੋਰੇਟ ਦਾ ਚੁੱਪਚਾਪ ਰਾਈਟ ਆਫ ਹੋ ਜਾਂਦਾ ਐਂਡ ਇਟ ਲੀਡਸ ਟੂ ਇਕਨੋਮਿਕ ਗਰੋਥ। ਉਹ ਇਕਨੋਮਿਕ ਗਰੋਥ ਕਾਰਪੋਰੇਟ ਦੇ ਨਾਲ ਰਾਈਟ ਆਫ ਦੇ ਨਾਲ ਕਿਉਂ ਹੁੰਦੀ? ਮੇਰੇ ਨਾਲ ਕਿਉਂ ਨਹੀਂ ਹੁੰਦੀ? ਤੁਹਾਡੇ ਨਾਲ ਕਿਉਂ ਨਹੀਂ ਹੁੰਦੀ? ਆਈ ਥਿੰਕ ਇਹ ਸਵਾਲ ਕਦੀ ਪੁੱਛੇ ਨਹੀਂ ਗਏ। ਜਿਹੜੇ ਦੁਨੀਆ ਵਿੱਚ ਅਮੀਰ ਬਣੇ ਹੈਗੇ ਆ ਉਹ ਇਸ ਕਰਕੇ ਅਮੀਰ ਨਹੀਂ ਬਣੇ ਕਿ ਉਹਨਾਂ 'ਚ ਕੋਈ ਬਹੁਤ ਬੜਾ ਟੈਲੈਂਟ ਸੀਗਾ ਜਾਂ ਉਹਨਾਂ ਨੇ ਕੋਈ ਬੜਾ ਐਸਾ ਕੰਮ ਕੀਤਾ ਹੋਵੇਗਾ। ਸਰ ਉਹ ਇਸ ਕਰਕੇ ਅਮੀਰ ਬਣੇ ਕਿ ਅਸੀਂ ਉਹਨਾਂ ਨੂੰ ਡੈਲੀਬਰੇਟਲੀ ਪਲੇਟ 'ਤੇ ਪੈਸਾ ਦਿੱਤਾ। 2009 ਦੇ ਇਕਨੋਮਿਕ ਕ੍ਰਾਈਸਿਸ ਵਿੱਚ ਉਹਦੇ ਬਾਅਦ ਪ੍ਰਿੰਟਿੰਗ ਸਰਪਲਸ ਮਨੀ ਜਿਹਨੂੰ ਕਹਿੰਦੇ ਆ ਉਹ ਛਾਪ ਰਿਹਾ ਸੈਂਟਰਲ ਬੈਂਕਸ ਦੁਨੀਆ ਦੇ ਜਿਹੜੇ ਬੜੇ ਹੈਗੇ ਆ। ਉਹਨਾਂ ਵਿੱਚ ਉਹਨਾਂ ਨੇ ਤਕਰੀਬਨ $30 ਟ੍ਰਿਲੀਅਨ ਸਰ, ਬਿਲੀਅਨ ਦੀ ਗੱਲ ਨਹੀਂ ਮੈਂ ਕਰ ਰਿਹਾ, $30 ਟ੍ਰਿਲੀਅਨ ਸਰਪਲਸ ਮਨੀ ਛਾਪੀ ਹੈਗੀ। ਉਹ ਕਿੱਥੇ ਗਈ ਹੈ? ਉਹ ਅਮੀਰਾਂ ਦੀ ਜੇਬ 'ਚ ਗਈ। ਦੁਨੀਆ ਵਿੱਚ ਗਰੀਬੀ ਮਿਟਾਉਣ ਵਾਸਤੇ ਤੁਹਾਨੂੰ ਵਰਲਡ ਬੈਂਕ ਕਹਿੰਦਾ ਹੈ, ਬਰੁਕਿੰਸ ਇੰਸਟੀਚਿਊਟ ਕਹਿੰਦਾ ਹੈ $100 ਬਿਲੀਅਨ ਚਾਹੀਦੇ। $100 ਬਿਲੀਅਨ ਤੁਹਾਡੇ ਕੋਲ ਨਹੀਂ ਹੈਗੇ, ਪਰ ਤੁਹਾਡੇ ਕੋਲ $30 ਟ੍ਰਿਲੀਅਨ ਹੈਗੇ। ਲੋਕਾਂ ਨੂੰ ਪੈਸਾ ਦਿੱਤਾ ਗਿਆ ਤਾਂ ਉਹ ਇਨਫਲੇਸ਼ਨ बढ़ ਜਾਏਗੀ, ਅਮੀਰਾਂ ਨੂੰ ਦਿੱਤਾ ਗਿਆ ਤਾਂ ਉਹ ਗਰੋਥ ਹੋਏਗੀ। ਇਹ ਵੀ ਦੇਖੋ G20 ਦੇ ਕੰਟੈਕਸਟ ਵਿੱਚ ਉਹਨਾਂ ਨੇ ਕਿਤੇ ਕਿਹਾ ਹੈਗਾ ਕਿ ਜਦ ਅਸੀਂ ਆਮ ਆਦਮੀ ਨੂੰ ਪੈਸਾ ਦੇਣਾ ਸ਼ੁਰੂ ਕਰਾਂਗੇ ਤਾਂ ਉਹ ਸੁਸਤ ਹੋ ਜਾਏਗਾ। ਕਾਰਪੋਰੇਟ ਨੂੰ ਦਿਓਗੇ ਪੈਸਾ ਉਹੀ ਤਾਂ ਚੁਸਤ ਹੋ ਜਾਏਗਾ, ਇਹੀ ਮਤਲਬ ਹੋਇਆ ਨਾ। ਲੇਕਿਨ ਤੁਹਾਡੇ ਸਾਹਮਣੇ ਮੈਂ ਲੰਡਨ ਸਕੂਲ ਆਫ ਇਕਨੋਮਿਕਸ ਦੀ ਸਟੱਡੀ ਦੱਸੀ ਹੈ, ਉਹ ਕਹਿੰਦਾ ਕਿ 50 ਸਾਲ ਵਿੱਚ ਇੱਕੋ ਹੀ ਕਲਾਸ ਚੁਸਤ ਹੋਈ ਹੈ, ਉਹ ਅਮੀਰ ਹੋਏ ਹੈ। ਇਸ ਕਰਕੇ ਨਹੀਂ ਕਿ ਬੜੇ ਟੈਲੈਂਟਡ ਸੀਗੇ, ਕਿਉਂਕਿ ਤੁਸੀਂ ਉਹਨਾਂ ਨੂੰ ਪੈਸਾ ਜੇਬ 'ਚ ਪਾਤਾ। ਤੁਹਾਨੂੰ ਲੱਗਦਾ ਕੋਈ ਨੇੜੇ ਦੇ ਭਵਿੱਖ 'ਚ ਇਹਨਾਂ ਸਵਾਲਾਂ ਨੂੰ ਲੈ ਕੇ ਲੋਕ ਇੰਨੇ ਸੈਂਸਿਟਿਵ ਹੋ ਸਕਦੇ, ਇਹਨਾਂ ਸੈਂਸਿਟਾਈਜੇਸ਼ਨ ਸਾਡੀ ਸੁਸਾਇਟੀ 'ਚ ਆ ਸਕਦਾ ਕਿ ਇਕਨੋਮਿਕ ਮਾਡਲ ਨੂੰ ਲੈ ਕੇ ਅਸੀਂ ਡਿਬੇਟ ਕਰੀਏ? ਸਰ ਇੱਕ ਜਦ ਮੈਂ ਛੋਟਾ ਹੁੰਦਾ ਸੀਗਾ ਮੈਨੂੰ ਯਾਦ ਹੈ ਇੱਕ ਸੋਚ ਆਉਂਦੀ ਸੀਗੀ ਕਿ ਵੀ ਚੌਰਾਹਾ ਹੈਗਾ, ਸੜਕ ਵਿੱਚ ਸਾਰੀ ਗੱਡੀਆਂ ਜਾ ਰਹੀਆਂ, ਕੋਈ ਉੱਥੇ ਰੈੱਡ ਲਾਈਟ ਨਹੀਂ ਹੈਗੀ ਹੈ, ਹਾਂਜੀ, ਔਰ ਇਸ ਸਾਰੇ ਸੋਚਦੇ ਆ ਕਿ ਯਾਰ ਇਹ ਕਿਸ ਦਿਨ ਇੱਥੇ ਐਕਸੀਡੈਂਟ ਹੋ ਜਾਏਗਾ, ਹਾਂਜੀ। ਲੇਕਿਨ ਤਦ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਜਾਂ ਰੈੱਡ ਲਾਈਟ ਨਹੀਂ ਲਗਾਈ ਜਾਂਦੀ ਜਦ ਤੱਕ ਕੋਈ ਵਾਕਿਆ ਹੀ ਐਕਸੀਡੈਂਟ ਨਹੀਂ। ਮੈਨੂੰ ਲੱਗਦਾ ਕਿ ਹਰ ਇੱਕ ਚੀਜ਼ ਦਾ ਟਾਈਮ ਸ਼ਾਇਦ ਆਉਂਦਾ ਹੈਗਾ, ਇਹ ਮੰਨਦੇ ਹਾਂ ਅਗਰ ਆਪਾਂ ਤਾਂ ਸ਼ਾਇਦ ਉਹ ਟਾਈਮ ਆ ਗਿਆ। ਜੋ ਅਸੀਂ ਅੱਜ ਤੱਕ ਕਰਦੇ ਆਏ, ਅਸੀਂ ਸੋਚਿਆ ਕਿ ਇਹ ਰਸਤਾ ਸਾਡਾ ਗਰੋਥ ਦਾ, ਅੱਜ ਜੋ ਕਲਾਈਮੇਟ ਚੇਂਜ ਦੇ ਮਾਧਿਅਮ ਤੋਂ ਸਾਡੇ ਉੱਪਰ ਵਾਪਿਸ ਅਟੈਕ ਕੇਦਾਰਨਾਥ ਹੋਇਆ ਸੀਗਾ ਕੁਝ ਸਾਲ ਪਹਿਲੇ ਤੇ ਸ਼ਾਇਦ ਅਸੀਂ ਇਗਨੋਰ ਕਰਤਾ, ਹੈਦਰਾਬਾਦ ਵਿੱਚ ਹੋਇਆ ਅਸੀਂ ਇਗਨੋਰ ਕਰਤਾ, ਚੇਨਈ ਵਿੱਚ ਹੋਇਆ ਅਸੀਂ ਇਗਨੋਰ ਕਰਤਾ, ਲੇਕਿਨ ਜਿਹੜਾ ਹੁਣ ਹਿਮਾਚਲ ਵਿੱਚ ਹੋਇਆ, ਔਰ ਸਰ ਇੰਟਰਸਟਿੰਗਲੀ ਹਿਮਾਚਲ ਇਕੱਲੇ ਵਿੱਚ ਨਹੀਂ ਹੋਇਆ। ਲੇਕਿਨ ਤੁਸੀਂ ਦੁਨੀਆ 'ਚ ਦੇਖੋ ਸਰ, ਗ੍ਰੀਸ ਵਿੱਚ ਇੰਨਾ ਜ਼ਬਰਦਸਤ ਫਲੱਡ ਆਇਆ, ਸਪੇਨ ਵਿੱਚ ਫਲੱਡ ਆਇਆ, ਮੈਕਸੀਕੋ ਵਿੱਚ ਫਲੱਡ ਆ ਰਹੇ ਹੈਗੇ, UK ਦਾ ਟੈਂਪਰੇਚਰ ਇੰਨਾ ਬੂਸਟ ਕਰ ਗਿਆ ਹੈਗਾ ਕਿ ਉਹ ਅਲਾਰਮ ਲੈਵਲ ਤੱਕ ਪਹੁੰਚ ਗਿਆ ਹੈਗਾ। ਇੱਥੇ ਵੀ ਡਿਜ਼ਾਸਟਰ, ਉੱਥੇ ਵੀ ਡਿਜ਼ਾਸਟਰ, ਉਧਰ ਵੀ ਡਿਜ਼ਾਸਟਰ। ਆਈ ਥਿੰਕ ਉਹ ਇੱਕ ਟਾਈਮ ਆ ਗਿਆ ਹੈਗਾ ਕਿ ਸਰ ਸਾਨੂੰ ਹੁਣ ਐਸਾ ਇੱਕ ਝਟਕਾ ਲੱਗ ਰਿਹਾ ਜਾਂ ਉਹਨੂੰ ਕਹਿੰਦੇ ਨਾ ਕਿ ਕਿਨ ਦੀ ਰਾਈਟ ਪਲੇਸ ਹੈਗਾ ਕਿ ਵੀ ਸਾਨੂੰ ਸਮਝ ਆ ਰਿਹਾ ਕਿ ਵੀ ਅਸੀਂ ਗਲਤ ਕਰ ਰਹੇ ਸੀਗੇ, ਅਸੀਂ ਸੋਚੇ ਸਮਝੇ ਨਹੀਂ ਹੈਗੇ। ਮਨ ਲੱਗਦਾ ਕਿ ਇਹ ਡਿਜ਼ਾਸਟਰ ਹੀ ਸਾਨੂੰ ਦੁਬਾਰਾ ਖੜੇ ਕਰੇਗਾ। I am very hopeful ਕਿ ਹੁਣ ਇਹ ਕਲਾਈਮੇਟ ਚੇਂਜ will be a dominating factor ਔਰ would be a factor ਜਿਹੜਾ ਦੁਨੀਆ ਦੀ ਇਕਨੋਮਿਕ ਸੋਚ ਨੂੰ ਬਦਲਣ ਵਾਸਤੇ ਬਹੁਤ ਬੜਾ ਇੱਕ ਰੋਲ ਅਦਾ ਕਰੇਗਾ। ਅਸੀਂ
ਵਾਰੀ ਯਾਦ ਆਪਾਂ ਨਮਕ ਨਾਲ ਜੇ ਅਸੀਂ ਦਾਤੂਨ ਕਰਦੇ ਸੀਗੇ ਤੇ ਇਹ ਤਾਂ ਪ੍ਰਿਮਿਟਿਵ ਹੈਗਾ ਜੀ, ਬੈਕਵਰਡ ਹੈਗਾ। ਅੱਜ ਉਹੀ ਨਮਕ ਉਹਨਾਂ 'ਚ ਜਿੰਨੇ ਵੀ ਤੁਹਾਡੇ ਕੋਲ ਮਿਲਦੀਆਂ ਹੈਗੀਆਂ ਟੂਥਪੇਸਟ ਉਹਦੇ ਵਿੱਚ ਪਾਇਆ ਜਾਂਦਾ ਹੈਗਾ, ਹੈ ਨਾ ਜੀ। ਇੱਕ ਟਾਈਮ ਤੇ ਕਿਹਾ ਗਿਆ ਸੀਗਾ ਕਿ ਵੀ ਜੇ ਰਾਖ ਹੈ ਇਹ ਲੋਕਾਂ ਨੂੰ ਬਰਤਨ ਸਾਫ਼ ਨਹੀਂ ਕਰਨੇ ਆਉਂਦੇ, ਅੱਜ ਉਹ ਅਮੇਜ਼ਨ ਰਾਖ ਵੇਚਦਾ ਪਿਆ, ਹਾਂਜੀ। ਸੋ ਦੀ ਪੁਆਇੰਟ ਆਮ ਟ੍ਰਾਈਂਗ ਟੂ ਪੇ ਕਿ ਪੀਪਲ ਆਰ ਲਰਨਿੰਗ ਕਿ ਬਈ ਇਹਦੇ ਵਿੱਚ ਕੋਈ ਸਟਰੈਂਥ ਸੀਗੀ, ਕੋਈ ਗੱਲ ਸੀਗੀ। ਮੋਡਰਨਾਈਜੇਸ਼ਨ ਇਟ ਡਜ਼ਨਟ ਮੀਨ ਕਿ ਤੁਹਾਡਾ ਜਿਹੜਾ ਐਂਸ਼ੀਐਂਟ ਕਲਚਰ ਹੈਗਾ ਉਹ ਮਾਡਰਨ ਨਹੀਂ ਸੀਗਾ। ਆਈ ਥਿੰਕ ਵੀ ਹੈਵ ਟੂ ਲੋਟ ਟੂ ਲਰਨ ਫਰੋਮ ਦੈਮ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਦੁਨੀਆ ਦੀ ਅਲਟੀਮੇਟ ਲੜਾਈ ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ ਹੈ। ਦੁਨੀਆ ਦੇ ਨੈਰੇਟਿਵ ਕੌਣ ਕੰਟਰੋਲ ਕਰੇ, ਇਹ ਸਭ ਤੋਂ ਵੱਧ ਅਹਿਮ ਹੈ। ਇਸੇ ਕਰਕੇ ਅਮਰੀਕਾ ਬਾਰੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਅਮਰੀਕਾ 'ਚ ਬਹਿ ਕੇ ਹੀ ਪੂਰੀ ਦੁਨੀਆ ਦੇ ਨੈਰੇਟਿਵਸ ਨੂੰ ਕੰਟਰੋਲ ਕਰਦਾ ਹੈ। ਇਸੇ ਕਰਕੇ ਦੁਨੀਆ ਉਹ ਚਲਾਉਂਦਾ ਹੈ। G20 ਭਾਰਤ 'ਚ ਹੋ ਰਿਹਾ ਖਾਸ ਤੌਰ ਦੇ ਉੱਤੇ ਕਿਉਂਕਿ ਭਾਰਤ ਦੀ ਇਕੋਨਮੀ ਬੜੇ ਵੱਡੇ ਪੱਧਰ 'ਤੇ ਅਗਰੇਰੀਅਨ ਇਕੋਨਮੀ ਆ, ਤਾਂ ਐਗਰੀਕਲਚਰ ਬਾਰੇ ਡਿਸਕਸ ਕੀ ਹੋ ਰਿਹਾ, ਖੇਤੀਬਾੜੀ ਬਾਰੇ ਕੀ ਗੱਲਾਂ ਹੋ ਰਹੀਆਂ ਨੇ ਕਿ ਖੇਤੀਬਾੜੀ ਦਾ ਉਹ ਮਾਡਲ ਜਿਹੜਾ ਲਗਭਗ ਫੇਲ ਹੋ ਚੁੱਕਿਆ, ਜਿਸ ਦੁਨੀਆ 'ਤੇ ਗੱਲ ਹੋ ਰਹੀ ਹੈ ਗਲੋਬਲਾਈਜੇਸ਼ਨ ਤੋਂ ਬਾਅਦ, ਜਿਹਦੇ ਵੱਡੇ ਵੱਡੇ ਸੁਪਨੇ ਦਿਖਾਏ ਗਏ WTO ਦੇ ਜ਼ਰੀਏ ਕਿ ਕਿਸਾਨ ਖੁਸ਼ਹਾਲ ਹੋ ਜਾਏਗਾ। ਕੋਈ ਗੱਲ ਅਜਿਹੀ ਕਿਉਂ ਨਹੀਂ ਚੱਲ ਰਹੀ ਜਾਂ ਉਹਨਾਂ ਧਿਰਾਂ ਨੂੰ ਨਿਯੋਤਾ ਕਿਉਂ ਨਹੀਂ ਦਿੱਤਾ ਜਾਂਦਾ ਜਿਹੜੀਆਂ ਅਲਟਰਨੇਟਿਵ ਮਾਡਲ ਦੇ ਉੱਤੇ ਗੱਲਬਾਤ ਕਰ ਰਹੀਆਂ ਨੇ। G20 'ਚ ਕੀ ਹੋ ਰਿਹਾ, G20 'ਚੋਂ ਕੀ ਮਿਲੇਗਾ। ਖਾਸ ਤੌਰ 'ਤੇ ਖੇਤੀਬਾੜੀ ਨੂੰ ਲੈ ਕੇ ਆ ਸਾਡੇ ਨਾਲ ਖੇਤੀਬਾੜੀ ਮਸਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਜੀ ਨੇ, ਜਿਹੜੇ ਦੁਨੀਆ ਭਰ ਦੇ ਮੀਡੀਆ 'ਚ, ਦੁਨੀਆ ਭਰ ਦੇ ਅਖਬਾਰਾਂ ਮੈਗਜ਼ੀਨਾਂ 'ਚ ਇਸ ਟੌਪਿਕ 'ਤੇ ਗੱਲਬਾਤ ਕਰਦੇ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿੱਧਰ ਨੂੰ ਜਾ ਰਹੀ ਹੈ ਦੁਨੀਆ, ਕਿੱਧਰ ਨੂੰ ਜਾ ਰਿਹਾ ਭਾਰਤ, ਤੇ ਇਹ ਕਿਤੇ ਰੁਕੇਗਾ ਜਾਂ ਨਹੀਂ ਰੁਕੇਗਾ। ਸਵਾਗਤ ਹੈ ਸਰ ਤੁਹਾਡਾ ਪ੍ਰੋ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ ਸਰ। ਸਭ ਤੋਂ ਪਹਿਲਾ ਸਵਾਲ, ਬਾਇਓਫਿਊਲ ਦੀ ਗੱਲ ਚੱਲ ਰਹੀ ਹੈਗੀ ਹੈ ਨਾ, ਕਿ ਬਾਇਓਫਿਊਲ ਯਾਨੀ ਕਾਰਾਂ ਦੇ ਲਈ ਖੇਤਾਂ 'ਚੋਂ ਫਿਊਲ ਆਵੇ, ਪਰ ਖੇਤਾਂ 'ਚੋਂ ਤਾਂ ਆਉਣਾ ਚਾਹੀਦਾ, ਲੋਕਾਂ ਦੇ ਲਈ ਨਿਊਟ੍ਰੀਸ਼ਨ ਦੀ ਕੋਈ ਫਸਲ ਆਉਣੀ ਚਾਹੀਦੀ ਹੈ। ਉਹਦੀ ਗੱਲ ਤੁਸੀਂ ਪਿਛਲੇ ਇੰਟਰਵਿਊ 'ਚ ਕੀਤਾ, ਉਹ ਲੈਬੋਰਟਰੀਆਂ ਚਲਾ ਗਿਆ ਸਾਰਾ ਕੁਝ। ਇਨਸਾਨ ਲਈ ਫੂਡ ਲੈਬੋਰਟਰੀਆਂ 'ਚ ਪੈਦਾ ਹੋ ਰਿਹਾ, ਅਤੇ ਗੱਡੀਆਂ ਲਈ ਤੇਲ ਆ ਜਿਹੜਾ ਉਹ ਖੇਤੀ 'ਚੋਂ ਪੈਦਾ ਕਰਨ ਦੀ ਗੱਲ G20 'ਚ ਕੀਤੀ ਜਾ ਰਹੀ ਹੈ। ਸਰ ਇਹ ਜੋ ਤੁਸੀਂ ਯਾਦਵਿੰਦਰ ਜੀ ਤੁਸੀਂ ਪਹਿਲਾਂ ਜੋ ਫੋਕਸ ਤੁਸੀਂ ਜਿਹੜਾ ਕੀਤਾ ਹੈਗਾ ਜਾਂ ਰੱਖ ਰਹੇ ਹੋਗੇ, ਮੈਨੂੰ ਲੱਗਦਾ ਕਿ ਉਹ ਬਹੁਤ ਜ਼ਰੂਰੀ ਹੈ ਸਮਝਣ ਵਾਸਤੇ ਸਭ ਨੂੰ ਕਿ ਅਸੀਂ ਕਿਸ ਤਰਫ ਜਾ ਰਹੇ ਹੈਗੇ। ਆਫਟਰ ਆਲ ਇੱਕ ਡਾਇਰੈਕਸ਼ਨ ਦੁਨੀਆ ਲੈ ਕੇ ਚੱਲਦੀ ਹੈ, ਉਹ ਕਿੱਥੇ ਡਾਇਰੈਕਸ਼ਨ ਜਾ ਰਹੀ ਹੈਗੀ ਹੈ। ਉਹ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਕਿ ਦੇਖੋ ਇੰਟਰਸਟਿੰਗਲੀ ਅਸੀਂ ਇੱਕ ਐਸੇ ਫੇਜ਼ ਵਿੱਚ ਪਹੁੰਚ ਗਏ ਹੈਗੇ ਹਾਂ ਜਿਹਦੇ ਵਿੱਚ ਪ੍ਰੋਡਕਸ਼ਨ ਜਿਹੜੀ ਐਗਰੀਕਲਚਰ ਦੀ ਹੋਏਗੀ ਉਹ ਤਾਂ ਕਾਰਾਂ ਵਾਸਤੇ ਹੋਏਗੀ, ਯਾਨੀ ਐਥਨੋਲ ਦੇ ਮਾਧਿਅਮ ਤੋਂ ਤੁਸੀਂ ਚਾਹੁੰਦੇ ਹੋ ਕਿ ਵੀ ਇੱਕ ਆਲਟਰਨੇਟ ਗ੍ਰੀਨ ਫਿਊਲ ਡਿਵੈਲਪ ਹੋਏ। ਉਹ ਦੁਨੀਆ ਉਸ ਤਰਫ ਉਸ ਡਾਇਰੈਕਸ਼ਨ ਵਿੱਚ ਜਾ ਰਹੀ ਹੈ। ਬਲਕਿ ਹੁਣ ਇੱਕ ਜਿਹੜਾ G20 ਦੀ ਸਮਾਪਤੀ ਵਿੱਚ ਤੁਸੀਂ ਦੇਖੋਗੇ ਇੱਕ ਗਲੋਬਲ ਬਾਇਓਫਿਊਲ ਅਲਾਇੰਸ ਬਣਿਆ ਹੈਗਾ, ਜਿਹਦੇ ਵਿੱਚ ਨਾਟ ਓਨਲੀ ਇਨ ਇੰਡੀਆ, ਅਮਰੀਕਾ ਤਾਂ ਪਹਿਲੇ ਵੀ ਸੀਗਾ, ਯੂਰਪੀਅਨ ਯੂਨੀਅਨ ਵੀ ਸੀਗਾ, ਉਹਦੇ ਇਲਾਵਾ ਅਰਜਨਟੀਨਾ, ਬ੍ਰਾਜ਼ੀਲ ਜਾਂ ਐਸੇ ਹੋਰ ਕੰਟਰੀਜ਼ ਜਿਹੜੇ ਮਿਲਾ ਕੇ ਉਹਨਾਂ ਨੇ ਇੱਕ ਅਲਾਇੰਸ ਬਣਾਉਣ ਦੀ ਗੱਲ ਕੀਤੀ ਹੈਗੀ। ਕਿਉਂਕਿ ਅਸੀਂ ਡਾਈਵਰਟ ਕਰਨਾ ਚਾਹੁੰਦੇ ਹੈਗੇ ਹਾਂ ਆਟੋਮੋਬਾਈਲ ਫਿਊਲ ਜਿਹੜਾ ਹੈਗਾ ਫਰੋਮ ਐਗਰੀਕਲਚਰ ਪ੍ਰੋਡਕਸ਼ਨ ਤੋਂ ਆਏ। ਹੁਣ ਬੜਾ ਇੰਟਰਸਟਿੰਗ ਹੈ ਫਿਨੋਮੀਨਾ ਕਿ ਤੁਸੀਂ ਦੇਖੋ ਨਾ ਕਿ ਹਿੰਦੁਸਤਾਨ ਵਿੱਚ ਹੀ ਹੈ, ਕਿਤੇ ਵੀ ਦੁਨੀਆ ਵਿੱਚ ਹੋਏ, ਇੱਕ ਤਰਫ ਤਾਂ ਸਾਡੇ ਕੋਲ ਇੱਕ ਯੂਨਾਈਟਿਡ ਨੇਸ਼ਨ ਨੇ ਸਾਡੇ ਕੋਲ ਇੱਕ ਤਰ੍ਹਾਂ ਦੇ ਪ੍ਰਿੰਸੀਪਲਸ ਜਾਂ ਆਬਜੈਕਟਿਵ ਛੱਡੇ ਹੈਗੇ ਕਿ ਵੀ ਅੰਡਰ ਦੀ ਸੋਸ਼ਲ ਡਿਵੈਲਪਮੈਂਟ ਜਿਹੜੇ ਗੋਲ ਹੈਗੇ ਆ, ਉਹਦੇ ਵਿੱਚ ਨਾ 2030 ਤੱਕ ਵੀ ਹੈਵ ਟੂ ਬਿਕਮ ਜ਼ੀਰੋ ਹੰਗਰ। ਇੱਕ ਤਰਫ ਤਾਂ ਇਹ ਦੁਨੀਆ ਵਿੱਚ ਇੱਕ ਪ੍ਰਯਾਸ ਚੱਲ ਰਿਹਾ ਹੈਗਾ ਪੈਰਲਲੀ ਕਿ ਜ਼ੀਰੋ ਹੰਗਰ ਅਸੀਂ 2030 'ਚ ਹੁਣ ਜ਼ਿਆਦਾ ਸਾਲ ਨਹੀਂ ਰਹਿ ਗਏ ਹੈਗੇ ਹੈ। ਔਰ ਉਹ ਜਿਹੜੇ ਹੰਗਰ ਹੈਗੇ ਆ ਉਹਦੇ ਵਿੱਚ ਆਈ ਥਿੰਕ ਇੰਡੀਆ ਜਿਹੜਾ ਹੈਗਾ ਉਹ ਸੈਕਿੰਡ ਪੋਜੀਸ਼ਨ 'ਤੇ ਆਉਂਦਾ ਗਲੋਬਲੀ, ਜਿਨ੍ਹਾਂ ਦੀ ਪਾਪੂਲੇਸ਼ਨ ਹੰਗਰੀ ਦੁਨੀਆ ਦੀ ਦੇਖੀ ਜਾਏ ਤਾਂ ਹਿੰਦੁਸਤਾਨ ਵਿੱਚ ਹੈਗੀ ਹੈ। ਪਹਿਲਾਂ ਨਾਈਜੀਰੀਆ ਆਏਗਾ ਬਾਈ ਵੇ ਆਫ ਉਹਨਾਂ ਦੀ ਪਾਵਰਟੀ ਬਹੁਤ ਹਾਈ ਹੈਗੀ ਸਾਤੋਂ। ਬਟ ਨੈਵਰਦੀਲੈਸ ਦੀ ਪੁਆਇੰਟ ਇਜ਼ ਕਿ ਵੀ ਇੰਨੀ ਹੰਗਰ ਹੋਏ ਦੁਨੀਆ ਵਿੱਚ, ਜਿੰਨਾ ਵੱਧ ਰਿਹਾ ਹੰਗਰ ਸਪੈਸ਼ਲੀ ਪੈਂਡੈਮਿਕ ਤੋਂ ਬਾਅਦ ਤਾਂ ਬੜਿਆ ਹੈਗਾ। ਔਰ ਤੁਸੀਂ ਉਸ ਟਾਈਮ 'ਤੇ ਤੁਹਾਡਾ ਫੋਕਸ ਜਿਹੜਾ ਹੈਗਾ ਸ਼ਿਫਟ ਹੋ ਜਾਏ ਕਿ ਆਪਾਂ ਆਟੋਮੋਬਾਈਲਸ ਨੂੰ ਕਿਸ ਤਰ੍ਹਾਂ ਫਿਊਲ ਦੇਣਾ ਹੈਗਾ, ਕਾਰਾਂ ਨੂੰ ਤੇਲ ਦੇਣਾ, ਇਨਸਾਨ ਨੂੰ ਨਹੀਂ ਦੇਣਾ। ਹਾਂ, ਹੁਣ ਦੇਖੋ ਨਾ, ਅਗਰ ਇਹੀ ਮਤਲਬ ਹੋਇਆ ਨਾ ਜੀ, ਹੁਣ ਅਗਰ ਤੁਸੀਂ ਇਸ ਟਾਈਮ ਦੇਖੋ ਜੋ ਦੁਨੀਆ ਦੇ ਦੋ ਬਲਾਕ ਹੈਗੇ ਆ, ਅਮਰੀਕਾ ਔਰ ਯੂਰਪੀਅਨ ਯੂਨੀਅਨ, ਅਮਰੀਕਾ ਦਾ ਤਕਰੀਬਨ 80 ਮਿਲੀਅਨ ਹੈਕਟੇਅਰਸ ਜਿਹੜਾ ਹੈਗਾ ਏਰੀਆ ਉਹ ਬਾਇਓਫਿਊਲ ਵਾਸਤੇ ਜਾ ਰਿਹਾ।
ਤੁਸੀਂ ਅਗਰ ਯੂਰਪ 'ਚ ਦੇਖੋ ਤਾਂ 12 ਮਿਲੀਅਨ ਹੈਕਟੇਅਰਸ ਜਿਹੜਾ ਹੈਗਾ ਉਹ ਬਾਇਓਫਿਊਲਸ ਵਿੱਚ ਜਾ ਰਿਹਾ ਹੈਗਾ। ਔਰ ਫਿਰ ਦੁਨੀਆ 'ਚ ਅਸੀਂ ਕਹਿੰਦੇ ਹਾਂ ਯੂਕਰੇਨ ਤੋਂ ਸ਼ਾਰਟੇਜ ਹੋ ਗਈ ਹੈ, ਫੂਡ ਨਹੀਂ ਆ ਪਾ ਰਿਹਾ। ਫੂਡ ਐਕਚੁਅਲੀ ਸ਼ਾਰਟੇਜ ਉੱਥੋਂ ਜਿਹੜੀ ਹੋਣੀ ਹੈ, ਲੇਕਿਨ ਤੁਹਾਡੀ ਆਪਣੀ ਡੋਮੈਸਟਿਕ ਜਿਹੜੀ ਕੰਪਲਸ਼ਨਸ ਹੈਗੀਆਂ ਜਾਂ ਤੁਹਾਡੀ ਪਾਲਿਸੀਜ਼ ਹੈਗੀਆਂ ਜਿਹੜੀ ਫੂਡ ਨੂੰ ਡਾਈਵਰਟ ਕਰ ਰਹੀ ਹੈਗੀਆਂ, ਉਹਨੂੰ ਅਸੀਂ ਕਿਤੇ ਨਜ਼ਰਅੰਦਾਜ਼ ਕਰ ਦਿੰਦੇ ਹੈਗੇ ਹਾਂ, ਨਹੀਂ ਦੇਖ ਪਾਉਂਦੇ ਹੈਗੇ ਹਾਂ। ਫਿਰ ਫੋਕਸ ਆਉਂਦਾ ਹੈ ਅਗਰ ਇੰਡੀਆ ਨੇ ਐਕਸਪੋਰਟ ਬੈਨ ਕੀਤੇ ਤੇ ਇਹ ਜੀ ਦੇਸ਼ ਦਾ ਦੁਨੀਆ ਦਾ ਇਹਨਾਂ ਨੇ ਸਾਰਾ ਜਿਹੜਾ ਫੂਡ ਸਿਕਿਉਰਿਟੀ ਦਾ ਪ੍ਰੋਬਲਮ ਇੰਨਾ ਕ੍ਰੀਏਟ ਕਰਤਾ ਹੈਗਾ, ਬਲੇਮ ਇੰਡੀਆ ਤੇ ਆਏਗਾ। ਲੇਕਿਨ ਕੋਈ ਨਹੀਂ ਬਲੇਮ ਕਰਨਾ ਚਾਹੁੰਦਾ ਕਿ ਅਮਰੀਕਾ ਔਰ ਯੂਰਪੀਅਨ ਯੂਨੀਅਨ ਦਾ ਕਿੰਨਾ ਬੜਾ ਸ਼ੇਅਰ ਵਿੱਚ ਫੂਡ ਆ ਜਿਹੜਾ ਉਹ ਇਸ ਤਰ੍ਹਾਂ ਦੀ ਗੱਲਾਂ ਤੇ ਜਾਂਦਾ, ਉਹ ਅਮਰੀਕਾ ਦਾ ਹੈਗਾ, ਅਮਰੀਕਾ ਦਾ ਸਰ 20% ਸਿਰਫ ਮਨੁੱਖਾਂ ਲਈ ਰੱਖਿਆ। ਹਾਂਜੀ, ਅਮਰੀਕਾ ਦਾ ਜਿਹੜਾ ਪ੍ਰੋਡਿਊਸ ਹੈ ਉਹ 'ਚੋਂ 40% ਤਾਂ ਜਾਂਦਾ ਹੈਗਾ ਬਾਇਓਫਿਊਲ ਵਾਸਤੇ, 40% ਜਿਹੜਾ ਹੈਗਾ ਉਹ ਐਨੀਮਲ ਫੀਡ ਵਾਸਤੇ ਜਾਂਦਾ ਹੈਗਾ। ਔਰ ਇਸ ਸਿਚੁਏਸ਼ਨ ਵਿੱਚ ਅਗਰ ਅਸੀਂ ਜਦ ਬਾਇਓਫਿਊਲ ਅਲਾਇੰਸ ਲੈ ਕੇ ਆਉਂਦੇ ਹੈਗੇ ਹਾਂ ਦੁਨੀਆ ਵਿੱਚ, ਤਾਂ ਓਬਵੀਅਸਲੀ ਮੋਰ ਏਰੀਆ ਵਿਲ ਨਾਓ ਗੋ ਇਨਟੂ ਸਪੋਰਟਿੰਗ ਔਰ ਆਟੋਮੋਬਾਈਲ ਔਰ ਸੈਕਟਰ ਨੂੰ ਪੂਰਾ ਫੀਡ ਕਰਨ ਵਾਸਤੇ। ਸੋ ਇਜ਼ ਦੈਟ ਦੀ ਮਾਡਲ ਫॉर ਦੀ ਵਰਲਡ? ਇਹ ਸੋਚਣਾ ਚਾਹੀਦਾ। ਲੇਕਿਨ ਕਿਤੇ ਵੀ G20 ਵਿੱਚ ਮਤਲਬ ਡਿਸਕਸ਼ਨ ਨਹੀਂ ਹੁੰਦੇ ਹੈਗੇ। ਡਿਸਕਸ਼ਨ ਹੁੰਦੇ ਤਾਂ ਉਹਨਾਂ ਲੋਕਾਂ 'ਚ ਹੀ ਹੁੰਦੇ ਹੈਗੇ ਜਿਹੜੇ ਇਸ ਗੱਲ ਨੂੰ ਪ੍ਰੋਪਗੇਟ ਕਰਦੇ ਆ ਜਾਂ ਜਿਹੜਾ ਉਸ ਗੱਲ ਨੂੰ ਪੁਸ਼ ਕਰ ਰਹੇ ਹੈਗੇ। ਪਰ ਲੇਕਿਨ ਇਹਦਾ ਇੰਪੈਕਟ ਤਾਂ ਸਾਰੀ ਸੋਸਾਇਟੀ 'ਤੇ ਪਏਗਾ ਨਾ। ਆਫਟਰ ਆਲ ਪ੍ਰੀਐਂਬਲ ਜਿਹੜਾ ਹੈਗਾ G20 ਦਾ ਬੜਾ ਕਲੀਅਰ ਹੈਗਾ ਕਿ 1 ਅਰਥ 1 ਫੈਮਿਲੀ ਐਂਡ 1 ਫਿਊਚਰ। ਤਾਂ ਸਾਡਾ ਇੱਕ ਤਾਂ ਪਰ ਫੈਮਿਲੀ ਦੇਖ ਲਈਏ ਅਸੀਂ 1 ਫੈਮਿਲੀ, ਉਹ ਵੀ ਉਹਦੇ ਵਿੱਚ ਮਤਲਬ ਨਹੀਂ, ਆਈ ਡੋਂਟ ਸੀ ਕਿਸ ਤਰ੍ਹਾਂ ਉਹਦੇ ਨਾਲ ਰਿਲੇਟ ਕਰਦਾ। ਐਂਡ ਪਲੱਸ 1 ਫਿਊਚਰ, ਕਿਆ ਅਸੀਂ ਉਸ ਫਿਊਚਰ ਵਿੱਚ बढ़ रहे हैं ਜਿਹਦੇ ਵਿੱਚ ਜਿਹੜੀ ਪੈਦਾਵਾਰ ਹੋਏਗੀ ਉਹ ਜਾਏਗੀ ਕਾਰਾਂ ਵਾਸਤੇ, ਔਰ ਜਿਹੜੀ ਹਿਊਮਨ ਕੰਜ਼ੰਪਸ਼ਨ ਦੀ ਜਿਹੜੀ ਜ਼ਰੂਰਤ ਹੁੰਦੀ ਸੀ ਖੇਤਾਂ 'ਚੋਂ ਆਉਂਦੀ ਸੀਗੀ, ਉਹ ਖੇਤਾਂ 'ਚੋਂ ਨਹੀਂ, ਉਹ ਲੈਬੋਰਟਰੀ 'ਚੋਂ ਆਏਗੀ। ਆਈ ਥਿੰਕ ਦੀ ਵਰਲਡ ਨੀਡਸ ਟੂ ਸਿਟ ਐਂਡ ਡਿਸਕਸ ਕਿ ਇਹਦਾ ਕੀ ਇੰਪਲੀਕੇਸ਼ਨ ਸਾਡੇ ਸਭ ਵਾਸਤੇ ਹੈਗਾ। ਕਿਉਂ ਐ ਹੁੰਦਾਗਾ ਕਿ ਫਿਰ ਉੱਥੇ ਕਿਸੇ ਅਲਟਰਨੇਟਿਵ ਸਟੀਮ ਦੇ ਬੰਦੇ ਨੂੰ ਕੋਈ ਸਪੇਸ ਹੀ ਨਹੀਂ ਹੁੰਦਾਗਾ? ਰਾਸ਼ਟਰਪਤੀ ਭਵਨ 'ਚ ਜਾਂਦੇ ਨੇ ਸਾਰੇ ਵੱਡੇ ਵੱਡੇ ਇੰਡਸਟਰੀਲਿਸਟ ਨੇ, ਸੈਲੀਬ੍ਰਿਟੀਜ਼ ਨੇ, ਖਿਡਾਰੀ ਨੇ, ਕੋਈ ਉਸ ਤਰ੍ਹਾਂ ਦੇ ਬੰਦੇ ਨੂੰ ਜਿੱਚੋਂ ਮੋਦੀ ਸਰਕਾਰ ਤਾਂ ਖਾਸ ਤੌਰ 'ਤੇ ਕਹਿੰਦੀ ਅਸੀਂ ਬਹੁਤ ਬਿਲਕੁਲ ਜਦੋਂ ਪਦਮ ਸ਼੍ਰੀ ਦੇ ਰਹੇ ਹਾਂ ਜਾਂ ਕੁਛ ਦੇ ਰਹੇ ਹਾਂ ਗਰੀਬਾਂ 'ਚੋਂ ਸਭ ਤੋਂ ਗਰੀਬ ਨੂੰ ਦੇ ਰਹੇ ਹਾਂ ਜਾਂ ਅਲਟਰਨੇਟਿਵ ਸਟੀਮ 'ਤੇ ਕੰਮ ਕਰਨ ਵਾਲਿਆਂ ਨੂੰ ਦੇ ਰਹੇ ਹਾਂ, ਕਿਉਂ ਨਹੀਂ ਫਿਰ ਉਹ ਡਿਸਕਸ਼ਨ? ਸਰ ਦੇਖੋ, ਇੱਕ FAO ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨ ਦੀ ਜਿਹੜੀ ਹੈਗੀ ਹੈ, ਉਹਨਾਂ ਦਾ ਇੱਕ ਅਧਿਐਨ ਕਹਿੰਦਾ ਹੈ ਕਿ ਤਕਰੀਬਨ 50% ਪਾਪੂਲੇਸ਼ਨ ਦੁਨੀਆ ਦੀ ਜਿਹੜੀ ਹੈਗੀ ਹੈ ਉਹ ਖੇਤੀ ਨਾਲ ਜੁੜੀ ਹੋਈ ਹੈਗੀ ਹੈ। ਉਹਦੇ ਵਿੱਚ ਕੁਛ ਤਾਂ ਚਲੋ ਜਿਹੜੇ ਪ੍ਰੋਡਿਊਸਰ ਹੈਗੇ ਆ, ਇੱਕ ਤਾਂ ਉਹ ਹੋ ਗਏ, ਲੇਕਿਨ ਉਹਦੇ ਨਾਲ ਵੀ ਹੋਰ ਵੀ ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਦੀ ਇੰਗੇਜਮੈਂਟ ਰਹਿੰਦੀ ਹੈਗੀ ਹੈ। ਤਾਂ 50% ਪਾਪੂਲੇਸ਼ਨ ਯਾਨੀ 8 ਬਿਲੀਅਨ ਅੱਜ ਦੁਨੀਆ ਦੀ ਪਾਪੂਲੇਸ਼ਨ ਹੈ, ਜਿਹਦੇ ਵਿੱਚ 4 ਬਿਲੀਅਨ ਲੋਕੀ ਜਿਹੜੇ ਹੈਗੇ ਖੇਤੀ ਨਾਲ ਜੁੜੇ ਹੋਏ ਹੈਗੇ ਆ। ਔਰ ਇਹ ਕਿਆ ਕਾਰਨ ਹੈਗਾ ਕਿ ਰਾਸ਼ਟਰਪਤੀ ਸਾਡੇ ਦੇਸ਼ ਦੀ ਡਿਨਰ 'ਤੇ ਇਨਵਾਈਟ ਕਰਦੀ ਹੈ G20 ਵਿੱਚ, ਉਹਦੇ ਵਿੱਚ ਇੱਕ ਬੰਦਾ ਵੀ ਐਗਰੀਕਲਚਰ 'ਚੋਂ ਨਹੀਂ ਹੈਗਾ। ਤੁਸੀਂ ਇਹ ਇੱਥੇ ਨਹੀਂ ਹੈਗਾ। ਤੁਸੀਂ ਇਹ ਦੇਖੋ ਕਿ ਜਦ ਅਮਰੀਕਾ ਦੇ ਪਿੱਛੇ ਹੁਣ ਜਦ ਪ੍ਰਾਈਮ ਮਿਨਿਸਟਰ ਸਾਡੇ ਗਏ ਸੀਗੇ 3-4 ਮਹੀਨੇ ਪਹਿਲੇ ਅਮਰੀਕਾ ਵਿੱਚ, ਉਹਨਾਂ ਦੀ 400 ਬੰਦਿਆਂ ਦੀ ਲਿਸਟ ਸੀਗੀ ਤਕਰੀਬਨ ਜਿਹੜੇ ਡਿਨਰ 'ਤੇ ਇਨਵਾਈਟ ਕੀਤੇ ਗਏ ਪ੍ਰੈਜ਼ੀਡੈਂਟ ਬਾਈਡਨ ਦੁਆਰਾ। ਉਹਦੇ ਵਿੱਚ ਇੱਕ ਬੰਦਾ ਵੀ ਐਗਰੀਕਲਚਰ ਦਾ ਨਹੀਂ ਸੀਗਾ। ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਮੈਂ ਇੰਟਰਨੈਸ਼ਨਲ ਦੇਖ ਰਿਹਾ ਕਿ ਅਮਰੀਕਨ ਐਗਰੀਕਲਚਰ ਤੋਂ ਵੀ, ਮੈਂ ਐਗਰੀਕਲਚਰ ਕਹਿੰਦਾ, ਮੈਂ ਸਿਰਫ ਕਿਸਾਨ ਦੀ ਗੱਲ ਨਹੀਂ ਕਰ ਰਿਹਾ। ਦੇਰ ਕੈਨ ਬੀ ਐਕਸਪਰਟਸ, ਦੇਰ ਕੈਨ ਬੀ ਇਕੋਨੋਮਿਸਟ ਐਂਡ ਦੇਰ ਕੈਨ ਬੀ ਪਾਲਿਸੀ ਮੇਕਰਸ ਐਂਡ ਸੋ ਔਨ। ਉਹ ਕੋਈ ਵੀ ਨਹੀਂ ਸੀਗਾ ਉਹਦੇ ਵਿੱਚ। ਹਾਂਜੀ, ਤੁਸੀਂ ਇਹ ਗੱਲ ਛੱਡ ਦਿਓ, ਤੁਸੀਂ ਇਹ ਵੀ ਧਿਆਨ ਰੱਖੋ ਕਿ ਜਦ ਵੀ ਸਾਡੇ ਕੋਲ ਕੋਈ ਵਿਜ਼ਿਟਿੰਗ ਡਿਗਨੇਟਰੀ ਆਉਂਦਾ, ਜਦ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਇੰਡੀਆ ਵਿੱਚ ਆਉਣ ਜਾਂ ਕਿਸੇ ਵੀ ਹੋਰ ਕੰਟਰੀ ਵਿੱਚ ਜਾਣ, ਉਹ ਇੱਕ ਬਿਜ਼ਨਸ ਡੈਲੀਗੇਸ਼ਨ ਲੈ ਕੇ ਜਾਂਦੇ ਆ। ਯੂਰਪ ਦੇ ਹੈਡਸ ਆਫ ਦੀ ਸਟੇਟ, ਮੈਕਰੋਨ ਸਾਹਿਬ ਹੋਣ, ਫਰਾਂਸ ਦੇ ਜਾਂ ਕੋਈ ਹੋਰ ਵੀ ਹੋਏ, ਉਹ ਵੀ ਇੱਕ ਬਿਜ਼ਨਸ ਡੈਲੀਗੇਸ਼ਨ ਨਾਲ ਲੈ ਕੇ ਚੱਲਦੇ ਆ। ਤੁਸੀਂ ਕਦੀ ਸੁਣਿਆ ਕਿ ਕੋਈ ਉਹਦੇ ਵਿੱਚ ਐਗਰੀਕਲਚਰ ਦੇ ਬੰਦੇ ਸੀਗੇ? ਕਿਆ ਕਾਰਨ ਹੈ ਕਿ ਜਾਂ ਤਾਂ ਅਸੀਂ ਐਗਰੀਕਲਚਰ ਨੂੰ ਬਿਲਕੁਲ ਹੀ ਭੁੱਲ ਗਏ ਹੈਗੇ ਹਾਂ, ਜਾਂ ਅਸੀਂ ਸੋਚਦੇ ਹਾਂ ਕਿ ਐਗਰੀਕਲਚਰ ਇਜ਼ ਨਾਟ ਵਰਥ ਕੰਸੀਡਰਿੰਗ। ਸਾਨੂੰ ਦੁਨੀਆ ਵਿੱਚ ਜਿਹੜੀ ਇਕਨੋਮਿਕ ਸੋਚ ਹੈ ਉਹਦੇ ਵਿੱਚ ਐਗਰੀਕਲਚਰ ਐਗਜ਼ਿਸਟ ਨਹੀਂ ਕਰਦਾ ਹੈਗਾ, ਜਾਂ ਫਿਰ ਸਾਨੂੰ ਕਿਤੇ ਸ਼ਰਮ ਆਉਂਦੀ ਹੈ ਕਿਸਾਨਾਂ ਨਾਲ ਬੈਠ ਕੇ। ਕੋਈ ਗੱਲ ਤਾਂ ਹੈ ਨਾ ਕਿ ਤੁਸੀਂ ਐਗਰੀਕਲਚਰ ਨੂੰ ਜਿਹੜੀ ਅੱਧੀ ਪਾਪੂਲੇਸ਼ਨ ਉਹਦੇ ਵਿੱਚ ਇਨਵੋਲਵਡ ਹੈ ਦੁਨੀਆ ਦੀ, ਤੁਸੀਂ ਉਹਨੂੰ ਕਿਤੇ ਜਗ੍ਹਾ ਵੀ ਨਹੀਂ ਦਿੰਦੇ, ਸਥਾਨ ਵੀ ਨਹੀਂ ਦਿੰਦੇ। ਉਹਦਾ ਵਿਚਾਰ ਕਿੱਥੇ ਸੁਣੋਗੇ ਜਦ ਤੁਸੀਂ ਉਹਨਾਂ ਨੂੰ ਜਗ੍ਹਾ ਹੀ ਨਹੀਂ ਦੇ ਸਕਦੇ ਹੈਗੇ? ਇਹਦਾ ਮਤਲਬ ਸਾਫ਼ ਹੈ ਕਿ ਗਲੋਬਲ ਜਿਹੜਾ ਫੋਕਸ ਹੈ ਜਿੱਥੇ ਹੋਣਾ ਚਾਹੀਦਾ ਉਹ ਨਹੀਂ ਹੈਗਾ। ਸੋ ਵੈਨ ਵੀ ਸੇ ਕਿ 1 ਵਰਲਡ 1 ਫੈਮਿਲੀ ਔਰ 1 ਫਿਊਚਰ, ਉਹ ਫਿਰ ਕਿਹੜੀ ਫੈਮਿਲੀ ਹੈ ਜਿਹਦੀ ਆਪਾਂ ਗੱਲ ਕਰ ਰਹੇ ਹੈਗੇ ਆ? ਆਈ ਥਿੰਕ ਦੈਟਸ ਅ ਬਿਗਰ ਕੁਐਸਚਨ। ਉਹ ਇਸ ਕਰਕੇ ਸ਼ਾਇਦ ਨੈਰੇਟਿਵ 'ਚ ਨਹੀਂ ਆ ਰਿਹਾ ਸਰ, ਕਿਉਂਕਿ ਆਮ ਜਨਤਾ ਜਿਹੜੀ ਹੈਗੀ ਆ, ਆਮ ਜਿਹੜੇ ਪੜ੍ਹੇ ਲਿਖੇ ਲੋਕੀ ਹੈਗੇ, ਉਹ ਇਸ ਗੱਲ 'ਤੇ ਸਵਾਲ ਹੀ ਨਹੀਂ ਕਰਦੇ। ਦੇ ਆਰ ਵੈਰੀ ਹੈਪੀ। ਕੋਈ ਕ੍ਰਿਕਟਰ ਚਲਾ ਗਿਆ ਡਿਨਰ 'ਤੇ, ਜਾਂ ਕੋਈ ਫਿਲਮ ਸਟਾਰ ਚਲਾ ਗਿਆ, ਜਾਂ ਬਿਜ਼ਨਸਮੈਨ ਤਾਂ ਸਾਰੇ ਹੁੰਦੇ ਹੀ ਹੈਗੇ ਹੈ, ਉਹਨਾਂ 'ਤੇ ਗੱਲ 'ਤੇ ਅਸੀਂ ਸੈਲੀਬ੍ਰੇਟ ਕਰ ਲੈਂਦੇ ਹੈਗੇ ਆ। ਬਟ ਵਾਈ ਨਾਟ ਪੀਪਲ ਜਿਹੜੇ ਮੈਟਰ ਕਰਦੇ ਹੈਗੇ ਆ, ਜਿਨ੍ਹਾਂ ਵਾਸਤੇ ਅਸੀਂ ਅੱਜ ਗੱਲ ਕਰ ਰਹੇ ਹੈਗੇ 1 ਫਿਊਚਰ ਦੀ, ਉਹ ਵੀ ਤਾਂ ਹੋਣੇ ਚਾਹੀਦੇ ਹੈਗੇ ਨਾ। ਲੈਟ ਦੈਮ ਆਲਸੋ ਸੇ ਸਮਥਿੰਗ। ਮੈਨੂੰ ਲੱਗਦਾ ਕਿ ਇਹ ਸਾਨੂੰ ਇੱਕ ਜਿਹੜਾ ਗੈਪ ਹੈਗਾ, ਇਹ ਨੈਰੇਟਿਵ ਆਸਤੇ ਇਹਨੂੰ ਬਿਲਡਅਪ ਕਰਨ ਦੀ ਜ਼ਰੂਰਤ ਪਏਗੀ, ਕਿਉਂਕਿ ਆਫਟਰ ਆਲ ਆਪਾਂ ਜੇ ਪਹਿਲੇ ਵੀ ਗੱਲ ਕਈ ਵਾਰ ਕੀਤੀ ਹੈ ਕਿ ਵਿਮਨ ਦਾ ਵੀ ਇੱਕ ਇਸ਼ੂ ਹੁੰਦਾ ਸੀਗਾ। 100 ਸਾਲ ਪਹਿਲੇ ਤਾਂ ਵਿਮਨ
ਮੰਨੋ ਕਈ ਕੰਟਰੀ ਵਿੱਚ ਵੋਟਿੰਗ ਰਾਈਟਸ ਹੀ ਨਹੀਂ ਸੀਗੇ, ਪਰ ਆਪਾਂ ਬੋਲਦੇ ਰਹੇ ਕਿ 50% ਪਾਪੂਲੇਸ਼ਨ ਤੁਸੀਂ ਇਗਨੋਰ ਨਹੀਂ ਕਰ ਸਕਦੇ। ਅੱਜ ਦੇਖੋ ਨਾ ਹਰੇਕ ਜਗ੍ਹਾ ਤੇ ਵਿਮਨ ਦੀ ਗੱਲ ਹੁੰਦੀ ਹੈ, ਐਂਡ ਰਾਈਟਲੀ ਸੋ। ਚੰਦਰਯਾਨ ਵਿੱਚ ਇਸਰੋ ਵਿੱਚ ਕਿੰਨੇ ਵਿਮਨ ਸੀਗੀਆਂ, ਕੰਟਰੀਬਿਊਸ਼ਨ ਸੀਗੀਆਂ, ਅਸੀਂ ਅੱਜ ਇਹ ਵੀ ਦੇਖਣ ਲੱਗ ਪਏ ਹੈਗੇ ਨਾ। ਸੋ ਦੈਟ ਇਜ਼ ਵਾਟ ਇਜ਼ ਰਿਕੁਆਇਰਡ ਕਿ ਜੇ ਸਾਡੀ ਇਕਨੋਮੀ ਵਿੱਚ ਐਗਰੀਕਲਚਰ ਦਾ ਕਿੰਨਾ ਸ਼ੇਅਰ ਹੈਗਾ, ਉਹ ਵੀ 50% ਹੈਗਾ ਗਲੋਬਲੀ, ਤਾਂ ਫਿਰ ਕਿਉਂ ਨਹੀਂ ਅਸੀਂ 50% ਦੀ ਗੱਲ ਕਰੀਏ। ਅੱਛਾ, ਜਿਹੜਾ ਵਨ ਫੈਮਿਲੀ ਵਨ ਫਿਊਚਰ ਦੀ ਗੱਲ ਵਨ ਵਰਲਡ ਵਨ ਫੈਮਿਲੀ ਵਨ ਫਿਊਚਰ, ਗਲੋਬਲਾਈਜੇਸ਼ਨ ਦੇ ਟਾਈਮ ਵੀ ਇਹ ਕਿਹਾ ਗਿਆ ਕਿ ਜੀ ਦੁਨੀਆ ਗਲੋਬ ਬਣ ਜੂਗੀ, ਜੀ ਇੱਕ ਗਲੋਬਲ ਵਿਲੇਜ ਬਣ ਜੂਗੀ, ਦੁਨੀਆ ਪੂਰੀ ਦੀ ਪੂਰੀ ਗਲੋਬਲ ਵਿਲੇਜ ਹੋਊਗੀ, ਸਾਰੇ ਉਹਦੇ 'ਚ ਬੜਾ ਕੁਛ ਇਸ ਤਰ੍ਹਾਂ ਦਾ ਹੋਊਗਾ। ਅਸੀਂ ਦੇਖਿਆ ਉਹ ਮਾਡਲ ਵੀ ਫੇਲ ਹੋਇਆ। ਤੁਸੀਂ ਜ਼ਿਕਰ ਕਰ ਰਹੇ ਸੀ PAU ਦੀ ਇੱਕ ਰਿਪੋਰਟ ਜਦੋਂ ਆਈਆਂ, ਉਦੋਂ ਬੜਾ ਸੁਪਨੇ ਦਿਖਾਏ ਗਏ ਸੀਗੇ ਕਿ ਜੀ ਗਲੋਬਲਾਈਜੇਸ਼ਨ ਹੋਊ, WTO ਹੋਊ, GATT ਹੋਊ, ਤਾਂ ਤੁਹਾਨੂੰ ਕਿਸਾਨਾਂ ਨੂੰ ਬੜਾ ਫਾਇਦਾ ਹੋਊ, ਸਾਡੀਆਂ ਫਸਲਾਂ ਵੀ ਉੱਥੇ ਜਾਣਗੀਆਂ, ਸਾਡੀ ਇੰਡਸਟਰੀ ਵੀ ਉੱਥੇ ਜਾਊਗੀ। ਉਹ ਤਾਂ ਪਰ ਮਾਡਲ ਬਿਲਕੁਲ ਫੇਲ ਹੋਇਆ। ਕਿ ਨਾਰੇ ਫਿਰ ਨਾਰੇ ਰਹਿ ਜਾਂਦੇ ਨੇ। ਮੈਂ ਇਸ ਕਰਕੇ ਸਰ ਇਹ ਨਾਰੇ ਇੱਕ ਨੈਰੇਟਿਵ, ਤੁਸੀਂ ਜੋ ਸ਼ੁਰੂਆਤ ਗੱਲ ਕੀਤੀ ਸੀ, ਤੁਸੀਂ ਕਿਹਾ ਕਿ ਇੱਕ ਨੈਰੇਟਿਵ ਬਿਲਡਅਪ ਹੁੰਦਾ ਹੈਗਾ, ਉਹ ਨੈਰੇਟਿਵ ਅਸੀਂ ਬਿਲਡਅਪ ਕਰਦੇ ਨੇ ਹੈਗੇ ਆ। ਨੈਰੇਟਿਵ ਵਿੱਚ ਸਾਰੇ ਬਹਿ ਜਾਂਦੇ ਹੈਗੇ ਕਿਉਂਕਿ ਉਸ ਐਬਿਲਿਟੀ ਟੂ ਕੁਐਸਚਨ ਬਹੁਤ ਘੱਟ ਰਹਿ ਜਾਂਦੀ ਹੈਗੀ, ਕਿਉਂਕਿ ਇੱਕ ਬੜਾ ਜਿਹੜਾ ਧਾਰਾ ਦੇ ਨਾਲ, ਮੁੱਖ ਧਾਰਾ ਨਾਲ ਹਰ ਇੱਕ ਆਦਮੀ ਆਪਰੇਟ ਕਰਨਾ ਚਾਹੁੰਦਾ ਜਾਂ ਮੈਜੋਰਿਟੀ ਆਪਰੇਟ ਕਰਨਾ ਚਾਹੁੰਦੀ ਹੈ। ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਵਿਊ ਪੁਆਇੰਟ ਹੈਗਾ, ਜਿਹੜਾ ਇੰਪੋਰਟੈਂਟ ਹੈ, ਕਰੂਸ਼ੀਅਲ ਹੈ, ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ਉਹੀ ਹੋਏਗਾ, ਉਹ ਕਿਤੇ ਲੋਸਟ ਹੋ ਜਾਂਦਾ। ਮੈਨੂੰ ਯਾਦ ਹੈ ਸਰ, ਜਦ WTO ਦੀ ਗੱਲਬਾਤ ਸ਼ੁਰੂ ਹੋਈ ਸੀਗੀ ਤਾਂ ਇੱਕ ਬ੍ਰਿਟਿਸ਼ ਮੈਗਜ਼ੀਨ ਨੇ, ਇਕੋਲੋਜਿਸਟ ਨੇ ਮੈਨੂੰ ਇਨਵਾਈਟ ਕੀਤਾ ਇੱਕ ਕਾਲਮ ਲਿਖਣ ਵਾਸਤੇ, ਕੰਪੇਅਰਿੰਗ ਅਮਰੀਕਨ ਫਾਰਮਰ ਵਿਦ ਐਨ ਇੰਡੀਅਨ ਫਾਰਮਰ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਬਈ ਜਦ ਇਹ ਓਪਨ ਅਪ ਹੋ ਜਾਣਗੀਆਂ ਕੰਟਰੀਜ਼, ਸਪੈਸ਼ਲੀ ਐਗਰੀਕਲਚਰ ਡਿਊਟੀਜ਼ ਘੱਟ ਹੋ ਜਾਣਗੀਆਂ, ਤਾਂ ਉਸ ਟਾਈਮ ਨਾਲ ਜਾਂ ਜਿਹੜਾ ਟੈਰਿਫ ਹੈਗਾ ਇੰਪੋਰਟਿੰਗ ਕੰਟਰੀ ਉਹ ਘੱਟ ਹੋ ਜਾਏਗਾ, ਤਾਂ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈਗੇ ਆ ਉਹ ਗੇਨ ਕਰਨਗੇ ਬਿਕੋਜ਼ ਉਹ ਐਕਸਪੋਰਟ ਕਰ ਪਾਉਣਗੇ। ਇਹ ਨੈਰੇਟਿਵ ਬਹੁਤ ਚੱਲਿਆ ਹੈਗਾ, ਤੁਹਾਨੂੰ ਵੀ ਯਾਦ ਹੋਏਗਾ ਅਗਰ ਤੁਸੀਂ ਪੁਰਾਣੇ ਉਸ ਪੀਰੀਅਡ ਦਾ ਸੋਚ ਰੱਖੋ ਜਾਂ ਯਾਦ ਕਰੋ, ਤਾਂ ਉਸ ਟਾਈਮ ਇਹੀ ਹੁੰਦਾ ਸੀ ਨਾ ਕਿ ਬਈ ਦੁਨੀਆ ਦੇ ਕਿਸਾਨਾਂ ਨੂੰ ਹੁਣ ਫਾਇਦਾ ਹੋਏਗਾ, ਸਾਡੇ ਲਈ ਵੀ ਪੂਰੀ ਦੁਨੀਆ ਖੁੱਲ ਜੂਗੀ, ਹੁੰਦਾ ਸੀ ਸਾਰੀ ਖੁੱਲ ਜਾਏਗੀ। ਅੱਜ ਸਰ WTO ਤਾਂ 1995 ਵਿੱਚ ਆਇਆ ਸੀਗਾ, ਹੁਣ ਤਾਂ 30 ਸਾਲ ਤਕਰੀਬਨ ਹੋਣ ਵਾਲੇ ਹੈਗੇ ਅਗਲੇ 2 ਸਾਲਾਂ ਵਿੱਚ, 2025 ਵਿੱਚ, ਐਮ ਰਾਈਟ। ਤਾਂ ਉਹ ਜਿਹੜਾ 2025 ਵਿੱਚ ਸੀਗਾ, ਤਾਂ ਸਾਡੇ ਤਾਂ ਗਲੋਬਲੀ ਐਗਰੀਕਲਚਰ ਦੀ ਇਨਕਮ ਤਾਂ ਵੱਧ ਜਾਣੀ ਚਾਹੀਦੀ ਹੈਗੀ, ਹਾਂਜੀ। ਪਰ ਕਿਆ ਕਾਰਨ ਹੈਗੇ ਕਿ ਅੱਜ ਕੋਈ ਗੱਲ ਹੀ ਨਹੀਂ ਕਰਦਾ ਪਿਆ ਕਿ ਵੀ ਗਲੋਬਲਾਈਜੇਸ਼ਨ ਦੇ ਬਾਅਦ ਜਾਂ WTO ਆਉਣ ਤੋਂ ਬਾਅਦ ਜਾਂ FTAs ਆਉਣ ਤੋਂ ਬਾਅਦ, FTA ਵੀ ਸਭ ਹੈਂਕਰ ਆਏ ਹੈਗੇ ਨਾ, ਉਸ ਟਾਈਮ ਕਿਹਾ ਸੀਗਾ ਕਿ ਬਈ ਮਲਟੀਲੈਟਰਲ ਐਗਰੀਮੈਂਟ ਤਾਂ ਜ਼ਰੂਰੀ ਹੈ ਕਿ ਨਹੀਂ ਤਾਂ ਹਰ ਕੰਟਰੀ ਅਲੱਗ-ਅਲੱਗ ਐਗਰੀਮੈਂਟ ਕਰੇਗਾ। ਅੱਜ ਤੱਕ 300 ਤਾਂ FTO ਹੋ ਗਏ ਦੁਨੀਆ ਵਿੱਚ, ਔਰ ਜੇ ਸਭ ਨੇ ਗੇਨ ਕੀਤਾ ਹੈ FTO ਵਿੱਚ ਵੀ ਔਰ WTO ਵਿੱਚ ਵੀ, ਤਾਂ ਉਹ ਕਿਸਾਨਾਂ ਦੀ ਇਨਕਮ ਕਿਉਂ ਨਹੀਂ ਬੜੀ ਹੈਗੀ ਦੁਨੀਆ ਦੀ? ਇਹ ਸਵਾਲ ਤਾਂ ਹੈ ਨਾ, ਪਰ ਕਿਤੇ ਡਿਸਕਸ ਹੀ ਨਹੀਂ ਹੁੰਦਾ। ਹੁਣ ਤਾਂ ਭੁੱਲ ਹੀ ਗਿਆ ਸੀ ਇਸ ਸਵਾਲ ਨੂੰ ਜਾਂ ਉਸ ਨੈਰੇਟਿਵ ਨੂੰ ਕਿ ਦੁਨੀਆ ਦੇ ਫਾਰਮਰਸ ਨੂੰ ਫਾਇਦਾ ਹੋਣਾ ਚਾਹੀਦਾ ਸੀਗਾ, ਨਹੀਂ ਹੋ ਪਾਇਆ। ਅਸੀਂ ਦੇਖ ਹੀ ਲਿਆ ਹੈਗਾ ਅੱਜ ਇਹ ਹਾਲਾਤ ਹੈਗੇ ਆ ਸਰ ਕਿ ਅਗਰ ਗਲੋਬਲੀ WTO ਦੇ ਮਾਧਿਅਮ ਤੋਂ ਅਸੀਂ ਦੇਖੀਏ, ਉਹਨਾਂ ਦੀ ਇੱਕ ਸਬਸਿਡੀ ਦਾ ਫਿਗਰਸ ਆਉਂਦੀ ਹੈਗੀਆਂ, ਤਕਰੀਬਨ $250 ਬਿਲੀਅਨ ਦੀ ਸਬਸਿਡੀ ਅਮੀਰ ਦੇਸ਼ ਆਪਣੇ ਕਿਸਾਨਾਂ ਨੂੰ ਦੇ ਰਹੇ ਹੈਗੇ। ਉਹ ਤਾਂ ਦੇ ਰਹੇ ਹੈਗੇ ਕਿਉਂਕਿ ਜਦ ਕਿਸਾਨਾਂ ਨੂੰ ਇਨਕਮ ਨਹੀਂ ਆ ਰਹੀ ਹੈ ਫਰੋਮ ਆਲ ਦੈਟ ਪ੍ਰੋਸੈਸ ਆਫ ਗਲੋਬਲਾਈਜੇਸ਼ਨ, ਤਾਂ ਹੀ ਉਹਨੂੰ ਕੰਪਨਸੇਟ ਕਰਨ ਵਾਸਤੇ ਸਬਸਿਡੀ ਦਿੱਤੀ ਜਾਂਦੀ ਹੈ। ਹੁਣ ਦੇਖੋ ਨਾ ਅਮਰੀਕਾ ਵਿੱਚ ਸਾਨੂੰ ਵੀ ਸਭ ਸਬਜ਼ ਬਾਗ ਦਿਖਾਏ ਸੀਗੇ ਕਿ ਜੇ ਅਮਰੀਕਾ ਦਾ ਜਿਹੜਾ ਕਿਸਾਨ ਹੈਗਾ ਉਹ ਇੰਨਾ ਪ੍ਰੋਸਪਰਸ ਹੈਗਾ, ਤਾਂ ਹਿੰਦੁਸਤਾਨ ਦਾ ਕਿਸਾਨ ਵੀ ਉਹਦੇ ਬਰਾਬਰ ਪਹੁੰਚ ਜਾਏਗਾ। ਅੱਜ ਅਮਰੀਕਾ ਦਾ ਸਰ ਇਹ ਹਾਲ ਹੈਗਾ ਕਿ ਅਮਰੀਕਾ ਦੇ ਹਰ ਕਿਸਾਨ ਨੂੰ ਹਰ ਸਾਲ 79 ਲੱਖ ਰੁਪਈਸ ਦੀ ਸਬਸਿਡੀ ਮਿਲਦੀ ਹੈ, ਔਰ ਉਹਨਾਂ ਦਾ ਜਿਹੜਾ ਡਿਸਟਰਸ ਹੈ ਇਨ ਐਗਰੀਕਲਚਰ, ਇਹ ਨਾ ਸੋਚੋ ਕਿ ਸਾਡੇ ਇੱਥੇ ਸੁਸਾਈਡਸ ਹੁੰਦੀਆਂ ਕਿਸਾਨਾਂ ਦੀਆਂ। ਅਮਰੀਕਾ ਵਿੱਚ ਅਗਰ ਕਿਸਾਨਾਂ ਦੀ ਸੁਸਾਈਡ ਦੇਖੀਏ 3.5 ਗੁਣਾ ਨੈਸ਼ਨਲ ਐਵਰੇਜ ਤੋਂ ਵੱਧ ਕੇ ਹੈਗੀਆਂ ਐਗਰੀਕਲਚਰ ਦੀਆਂ ਸੁਸਾਈਡ ਜਿਹੜੀ ਹੈਗੀਆਂ। ਇਟ ਕਲੀਅਰਲੀ ਸ਼ੋਜ਼ ਕਿ ਜਿਹੜਾ ਉਹ ਮੈਕੈਨਿਜ਼ਮ ਸੀਗਾ ਜਾਂ WTO ਤੋਂ ਬਾਅਦ ਇਨਕਮ बढ़नी ਚਾਹੀਦੀ, ਉਹ ਨਹੀਂ बढ़ी। ਜੇ ਬੜੀ ਹੁੰਦੀ ਤਾਂ ਫਿਰ ਕਿਸਾਨ ਇਹਨੇ ਉਹ ਤਾਂ ਨਹੀਂ ਹੈਗੇ ਨਾ ਕਿ ਆਪਣਾ ਉਹ ਕਿਤੇ ਜਾਣ ਬੁੱਝ ਕੇ ਆਪਣੀ ਸੁਸਾਈਡ ਕਰਨ, ਇਹ ਤਾਂ ਨਹੀਂ ਹੋਣਾ ਸੀ ਨਾ। ਤੇ ਇਹਦਾ ਮਤਲਬ ਸਾਫ਼ ਹੈ ਕਿ ਡੈਟ ਉੱਥੇ ਵੱਧਦਾ ਗਿਆ ਹੈਗਾ, ਸਾਡੇ ਵੀ ਦੇਸ਼ 'ਚ ਵੱਧਦਾ ਗਿਆ ਹੈਗਾ। ਉਹ ਕਿੱਥੇ ਗਿਆ ਜਿਹੜਾ ਅਸੀਂ ਬੈਨੀਫਿਟ ਕਹਿ ਰਹੇ ਸੀਗੇ, ਸਬਜ਼ ਬਾਗ ਜਿਹੜਾ ਦਿਖਾਇਆ ਸੀ ਅਸੀਂ ਕਿ ਬਈ ਗਲੋਬਲੀ ਕਿਸਾਨਾਂ ਨੂੰ ਫਾਇਦਾ ਹੋਏਗਾ, ਸਪੈਸ਼ਲੀ ਡਿਵੈਲਪਿੰਗ ਕੰਟਰੀਜ਼ ਦੇ ਫਾਰਮਰਸ ਨੂੰ। ਇੱਕ ਗੱਲ ਪੰਜਾਬ 'ਚ ਇੱਥੇ ਕਹੀ ਜਾਂਦੀ ਹੈ ਕਿ ਜਿਵੇਂ ਵਾਘਾ ਨਾਲ ਜੋੜ ਕੇ ਕੀਤੀ ਜਾਂਦੀ ਹੈ, ਰੋਡਸ ਨਾਲ ਜੋੜ ਕੇ ਕੀਤੀ ਜਾਂਦੀ ਹੈ, ਕਿ ਜਿਹੜੇ ਆ ਰਹੇ ਨੇ ਗੁਜਰਾਤ ਤੋਂ ਲੈ ਕੇ ਇੱਥੇ ਤੱਕ ਬਾਹਰੋਂ ਰੋਡ ਵੱਡੇ ਬਣ ਰਹੇ ਨੇ, ਇੱਥੇ ਬੜਾ ਪ੍ਰੋਸਪਰ ਹੋ ਜਾਏਗੀ ਚੀਜ਼, ਕਿਸਾਨੀ ਨੂੰ ਇਹਦਾ ਫਾਇਦਾ ਹੋਏਗਾ, ਬਿਜ਼ਨਸ ਨੂੰ ਵੀ ਇਹਦਾ ਫਾਇਦਾ ਹੋਏਗਾ, ਪੰਜਾਬ ਨੂੰ ਇਹਦਾ ਬੜਾ ਵੱਡਾ ਫਾਇਦਾ ਹੋਏਗਾ, ਲਹਿੰਦੇ ਪੰਜਾਬ ਨੂੰ ਬੜਾ ਫਾਇਦਾ ਹੋਏਗਾ, ਚੜ੍ਹਦੇ ਪੰਜਾਬ ਨੂੰ ਜੇ ਖੁੱਲ੍ਹ ਜਾਂਦਾ, ਕਹਿੰਦੇ ਅੱਜ ਨਹੀਂ ਤੇ ਕੱਲ੍ਹ ਇਹ ਖੁੱਲ੍ਹਣਾ ਹੀ ਖੁੱਲ੍ਹਣਾ, ਇਹਦਾ ਨੁਕਸਾਨ, ਇਹਦਾ ਫਾਇਦਾ ਜਿਹੜਾ ਪੰਜਾਬ ਨੂੰ ਹੋਏਗਾ।
ਸੋ ਦੇਖੋ ਜੀ, ਇਹ ਜਿਹੜੇ ਇੱਕ ਅਗੇਨ ਜਿਹੜੀ ਇੱਕ ਬਿਲਡਅਪ ਕੀਤਾ ਜਾਂਦਾ, ਮੈਂ ਉਸੇ ਗੱਲ ਨੂੰ ਫਿਰ ਦੁਬਾਰਾ ਦੁਹਰਾਉਣਾ ਚਾਹਾਂਗਾ ਕਿ ਨੈਰੇਟਿਵ ਜਿਹੜਾ ਮੈਟਰ ਕਰਦਾ ਐਸਾ ਨੈਰੇਟਿਵ ਨੇ ਬਿਲਡਅਪ ਕਰਦਾ ਕਿ ਬਾਰਡਰ ਖੁੱਲ ਜਾਣਗੇ ਤਾਂ ਤੁਹਾਡਾ ਐਕਸਪੋਰਟ ਵਧੇਗਾ, ਤਾਂ ਤੁਹਾਨੂੰ ਕਿਸਾਨਾਂ ਨੂੰ ਫਾਇਦਾ ਹੋਏਗਾ। ਦੇਖੋ, ਇੱਕ ਮਿਨਿਸਕਿਊਲ ਪੋਪੂਲੇਸ਼ਨ ਹਰ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਬੈਨੀਫਿਟ ਹੁੰਦਾ ਹੈ। ਉਹ ਚਾਹੇ ਪੰਜਾਬ ਦੇ ਵਾਹਗਾ ਬਾਰਡਰ ਦੇ ਖੁੱਲ੍ਹਣ ਨਾਲ ਹੋਏਗਾ, ਜਾਂ ਬਾਕੀ ਵੀ ਕਿਤੇ ਆਪਾਂ ਐਕਸਪੋਰਟ ਕਰਦੇ ਹਾਂ ਉਹਦਾ ਵੀ ਹੋਏਗਾ, ਜਾਂ ਈਵਨ ਨੇਪਾਲ ਦੇ ਬਾਰਡਰ 'ਤੇ ਜਾਂ ਚਾਈਨਾ ਦੇ ਬਾਰਡਰ 'ਤੇ, ਉਹ ਸਾਰੀ ਗੱਲਾਂ ਹੁੰਦੀਆਂ ਹੈਗੀਆਂ, ਆਪਾਂ ਜਾਣਦੇ ਹਾਂ। ਲੇਕਿਨ ਸਰ, ਸੱਚਾਈ ਇਹ ਹੈਗਾ ਕਿ ਅਗਰ ਇਹ ਸਾਰੇ ਬਾਰਡਰਸ ਖੋਲ੍ਹਣ ਨਾਲ, ਅਗਰ ਉਹਨਾਂ ਦੀ ਜਿਹੜੀ ਆਪਾਂ ਕਹਿ ਰਹੇ ਹਾਂ ਨਾ ਕਿ ਵੀ ਸਪੈਸ਼ਲੀ ਮੈਂ ਉਹਨਾਂ ਦੀ ਗੱਲਾਂ ਦੀ ਕਰ ਰਿਹਾ ਜਿਹੜੇ ਉਸ ਨੈਰੇਟਿਵ 'ਚੋਂ ਵਿੱਚ ਮਿਸਿੰਗ ਹੈਗੇ ਆ, ਹਾਫ ਦੀ ਪੋਪੂਲੇਸ਼ਨ ਆਫ ਦੀ ਵਰਲਡ, ਉਹਨਾਂ ਦੀ ਵੀ ਤਾਂ ਇਨਕਮ बढ़नी ਚਾਹੀਦੀ ਸੀਗੀ। ਫਿਰ ਅਗਰ ਜਬ बढ़ ਗਈ ਹੈਗੀ ਹੈ ਤਾਂ ਮੈਨੂੰ ਦੱਸੋ ਕਿ ਕਿਆ ਕਾਰਨ ਹੈ ਕਿ ਬਈ ਕਿਸੇ ਵੀ ਨੈਸ਼ਨਲ ਫਿਗਰ ਵਿੱਚ ਉਹ ਨਜ਼ਰ ਨਹੀਂ ਆਉਂਦਾ। ਆਪਾਂ ਹਿੰਦੁਸਤਾਨ ਦਾ ਡਾਟਾ ਦੇਖ ਲਈਏ, ਹਿੰਦੁਸਤਾਨ ਦਾ ਡਾਟਾ ਵਾਹਗਾ ਬਾਰਡਰ ਤਾਂ ਹੁਣ ਪਿੱਛੇ ਜਦ ਬੰਦ ਹੋਇਆ ਉਸ ਟਾਈਮ ਤੇ ਉਹ ਤੋਂ ਪਹਿਲੇ ਵੀ ਤਾਂ ਖੁੱਲਿਆ ਸੀਗਾ ਨਾ। ਜੇ ਆਪਾਂ ਐਵਰੇਜ ਦੇਖ ਲਈਏ ਤਾਂ ਕੰਟਰੀ ਦੀ ਇੱਕ 2016 ਦੀ ਸਟੱਡੀ ਹੈਗੀ ਹੈ, ਮੈਂ ਕਈ ਵਾਰੀ ਕੋਟ ਕੀਤੀ ਹੈ, ਉਹ ਇਕਨੋਮਿਕ ਸਰਵੇ ਵਿੱਚ ਸੀਗਾ 2016 ਨੂੰ ਕਿੰਨੇ ਸਾਲ ਹੋਏ ਹਲੇ, ਹੈ ਨਾ ਜੀ। 2016 ਦੀ ਸਟੱਡੀ ਕਹਿੰਦੀ ਹੈ ਕਿ ਕਿਸਾਨ ਪਰਿਵਾਰ ਦੀ 17 ਰਾਜੇ ਵਿੱਚ, 17 ਸਟੇਟਸ ਵਿੱਚ, ਔਰ ਜਿਹੜੀ ਉਹਨਾਂ ਦੀ ਇਨਕਮ ਹੈ 17 ਰਾਜੇ ਮਤਲਬ ਅੱਧਾ ਦੇਸ਼ ਹੋ ਗਿਆ, ਅੱਧੇ ਦੇਸ਼ ਵਿੱਚ ਉਹਨਾਂ ਨੇ ਕਿਹਾ ਕਿਸਾਨ ਪਰਿਵਾਰ ਦੀ ਇਨਕਮ ਜਿਹੜੀ ਹੈਗੀ 20,000 ਰੁਪਏ ਸਾਲ ਦੀ ਹੈ। 20,000 ਰੁਪਏ ਸਾਲ ਦੀ, 1,700 ਰੁਪਏ ਘੱਟ ਤੋਂ ਪਰਿਵਾਰ ਗੁਜ਼ਾਰਾ ਕਰ ਰਿਹਾ ਸੀਗਾ ਇੱਕ ਮਹੀਨੇ ਵਿੱਚ। ਇਹ ਦੇਸ਼ ਦੀ ਨਹੀਂ, 17 ਰਾਜ ਵਿੱਚ ਅੱਧਾ ਦੇਸ਼। ਜੇ ਤੁਸੀਂ ਪੂਰੇ ਦੇਸ਼ ਦੀ ਗੱਲ ਕਰੋ ਜਿਹਦੇ ਵਿੱਚ ਪੰਜਾਬ ਵੀ ਸ਼ਾਮਿਲ ਹੈਗਾ, ਪੰਜਾਬ ਦੀ ਔਰ ਦੇਸ਼ ਦੀ ਅਗਰ ਐਵਰੇਜ ਦੇਖਦੇ ਹਾਂ ਆਪਾਂ, ਤਾਂ ਇਹ ਲੇਟੈਸਟ ਜਿਹੜਾ ਇੱਕ ਸਰਵੇ ਹੈਗਾ ਨੈਸ਼ਨਲ ਜਿਹੜਾ ਸਿਚੁਏਸ਼ਨਲ ਅਸੈਸਮੈਂਟ ਸਰਵੇ ਕਹਿੰਦੇ ਹਾਂ ਅਸੀਂ, 2019 ਦਾ ਜਿਹੜਾ 22 ਚ ਰਿਪੋਰਟ ਆਈ ਹੈਗੀ ਹੈ, ਉਹ ਕਹਿੰਦਾ ਹੈਗਾ ਕਿ 10,218 ਰੁਪਏ ਕਿਸਾਨ ਪਰਿਵਾਰ ਦੀ ਇਨਕਮ ਹੈ ਹਾਊਸ ਹੋਲਡ ਦੀ। ਯਾਨੀ ਉਹਦੇ ਵਿੱਚ ਕੋਈ ਬੰਦਾ ਮਨਰੇਗਾ 'ਚ ਵੀ ਕੰਮ ਕਰ ਰਿਹਾ, ਕੋਈ ਮਜ਼ਦੂਰੀ ਹੋਰ ਕਰ ਰਿਹਾ, ਜਾਂ ਦੁਕਾਨ ਚਲਾ ਰਿਹਾ, ਸਭ ਨੂੰ ਮਿਲਾ ਕੇ 10,218। ਦਿਸ ਇਜ਼ ਐਟ ਦੀ ਬਾਟਮ ਆਫ ਦੀ ਪੈਰਾਮਿਡ। ਜੇ ਤੁਸੀਂ ਕਹੋ ਕਿ ਵੀ ਪੰਜਾਬ ਦੀ ਜਿਹੜੀ ਗਰੋਥ ਹੈ, ਮੈਂ ਮੰਨ ਲਿਆ ਕਿ ਟਮਾਟਰ ਵਾਲਿਆਂ ਨੂੰ, ਆਲੂ ਵਾਲਿਆਂ ਨੂੰ ਕਿਸੇ ਨੂੰ ਫਾਇਦਾ ਜ਼ਰੂਰ ਹੋਇਆ ਹੋਏਗਾ ਐਕਸਪੋਰਟ ਦੇ ਨਾਲ, ਪਰ ਤੁਸੀਂ ਦੇਖੋ ਨਾ ਐਵਰੇਜ ਪੰਜਾਬ ਦੀ 25,000 ਰੁਪਏ ਪਰ ਮੰਥ ਇਨਕਮ ਹੈ ਪੰਜਾਬ ਦੀ ਅੱਜ। ਨੰਬਰ 2 ਤੇ ਹੈਗੇ ਅਸੀਂ, ਮੇਘਾਲਿਆ ਨੰਬਰ 1 ਤੇ ਹੈਗਾ, ਨੰਬਰ 2 ਤੇ ਇੰਡੀਆ ਵਿੱਚ ਪੰਜਾਬ ਆਉਂਦਾ ਹੈਗਾ। ਔਰ 25,000 ਦੇ ਹੋਣ ਦੇ ਬਾਵਜੂਦ ਵੀ ਕੰਪੈਰੇਟਿਵ ਟੂ ਦੀ ਰੈਸਟ ਆਫ ਦੀ ਕੰਟਰੀ, ਤੁਸੀਂ ਦੇਖੋ ਕਿ ਪੰਜਾਬ ਇਜ਼ ਅ ਹੌਟਬੈਡ ਆਫ ਫਾਰਮਰ ਸੁਸਾਈਡਸ। ਕੁਛ ਤਾਂ ਕਿਤੇ ਡਿਸਕਨੈਕਟ ਹੈ ਨਾ, ਕੋਈ ਡਾਇਕੋਟਮੀ ਤਾਂ ਐਸੀ ਹੈ ਨਾ ਕਿ ਇੱਕ ਤਰਫ ਤਾਂ ਸਭ ਤੋਂ ਜ਼ਿਆਦਾ ਇਨਕਮ ਦੇਸ਼ ਵਿੱਚ ਜਾਂ ਅਮੰਗ ਦੀ ਟੌਪ ਜਿਹੜੀ ਸਟੇਟਸ ਹੈਗੀਆਂ ਕੰਟਰੀ ਵਿੱਚ, ਉਹਨਾਂ 'ਚ ਪੰਜਾਬ ਆਉਂਦਾ ਹੈ, ਔਰ ਉਹਦੇ ਬਾਵਜੂਦ ਵੀ ਇਟ ਹੈਜ਼ ਬਿਕਮ ਏ ਹੌਟਬੈਡ ਆਫ ਫਾਰਮਰ ਸੁਸਾਈਡ। ਕੁਛ ਡਿਸਕਨੈਕਟ ਜਿਹੜਾ ਹੈਗਾ ਆਪਾਂ ਸ਼ਾਇਦ ਸਮਝ ਨਹੀਂ ਪਾਏ ਜਾਂ ਦੇਖਣਾ ਨਹੀਂ ਚਾਹੁੰਦੇ ਹੈਗੇ ਆ। ਇਸ ਕਰਕੇ ਇੰਪੋਰਟੈਂਟ ਹੈ ਸਰ, ਜੋ ਤੁਸੀਂ ਕਿਹਾ ਕਿ ਐਕਸਪੋਰਟ ਖੁੱਲ ਜਾਏਗਾ। ਮੈਂ ਕਹਿ ਰਿਹਾ ਜਿਹੜਾ ਇੱਕ ਬਣਾਇਆ ਜਾ ਰਿਹਾ ਨਾ ਕਿ ਇਨਫਰਾਸਟ੍ਰਕਚਰ ਆ ਰਿਹਾ ਜੀ, ਸੜਕਾਂ ਆ ਰਹੀਆਂ ਨੇ, ਰੋਡਸ ਆ ਰਹੇ ਨੇ, ਇਹ ਸਾਰਾ ਇੱਧਰ ਸਾਊਥ ਏਸ਼ੀਆ ਨੂੰ ਕਵਰ ਕਰਨਗੇ ਤੇ ਸਾਡਾ ਸਾਰਾ ਇੱਥੋਂ ਰਾਹ ਖੁੱਲ ਜਾਏਗਾ, ਸਾਨੂੰ ਬੜਾ ਫਾਇਦਾ ਹੋ ਜਾਏਗਾ, ਸਿਲਕ ਰੂਟ ਰਿਵਾਈਵ ਹੋ ਜਾਏਗਾ। ਜੀ ਉਹ ਦੇਖੋ ਨਾ, ਜਦ WTO ਦੀ ਨੈਗੋਸ਼ੀਏਸ਼ਨਸ ਹੋ ਰਹੀਆਂ ਸੀਗੀਆਂ, ਹਰ 2 ਸਾਲ ਬਾਅਦ ਇੱਕ ਮਿਨਿਸਟਰੀਅਲ ਕਾਨਫਰੰਸ ਹੁੰਦੀ ਹੈ। ਇੱਕ ਕੈਨਕੂਨ 'ਚ ਮਿਨਿਸਟਰੀਅਲ ਕਾਨਫਰੰਸ ਹੋਈ ਸੀਗੀ, ਮੈਨੂੰ ਹੁਣ ਸਾਲ ਤਾਂ ਯਾਦ ਨਹੀਂ ਹੈ, ਮੈਕਸੀਕੋ ਵਿੱਚ, ਉਹ ਫੇਲ ਹੋ ਗਈ ਸੀ ਬਾਅਦ ਵਿੱਚ। ਲੇਕਿਨ ਉੱਥੇ ਇੱਕ ਕੋਰੀਅਨ ਕਿਸਾਨ ਨੇ ਆਤਮ ਹੱਤਿਆ ਕੀਤੀ ਸੀ, ਤੁਹਾਨੂੰ ਅਗਰ ਯਾਦ ਹੋਏਗਾ। ਉਹਨੇ ਕਿਹਾ ਸੀਗਾ ਕਿ WTO ਜਿਹੜਾ ਹੈਗਾ ਉਹ ਸਾਡੇ ਵਾਸਤੇ ਨੁਕਸਾਨਦਾਇਕ ਹੋਏਗਾ। ਉਸ ਕੋਰੀਅਨ ਫਾਰਮਰ ਦੀ ਸੁਸਾਈਡ ਬੜੀ ਉੱਚ डिस्कस हुई है दुनिया विच कि क्या कारण है। मतलब ही वॉज ए काइंड ऑफ ए रिप्रजेंटेशन फॉर फार्मर्स एवरीवेयर इन दी वर्ल्ड। ना इंटरेस्टिंग गल ये है कि सर ਜਿਹੜੇ ਬੈਰੀਅਰਸ ਹੈਗੇ ਹਟੇ ਹੈਗੇ ਆ ਬਹੁਤ ਜਗ੍ਹਾ 'ਤੇ, ਆਪਾਂ ਦੇਖਿਆ ਕਿਸ ਤਰੀਕੇ ਨਾਲ ਐਕਸਪੋਰਟ ਬੜੇ ਹੈਗੇ, ਸਾਰੀ ਗੱਲਾਂ ਸਾਹਮਣੇ ਆਉਂਦੀਆਂ। ਲੇਕਿਨ ਤੁਸੀਂ ਦੇਖੋ ਅਮਰੀਕਾ ਦੇ ਕਿਸਾਨ ਜਿਹੜੇ ਹੈਗੇ ਆ, ਅਗਰ ਚਾਈਨਾ ਉਹਨਾਂ ਤੋਂ, ਕਿਉਂਕਿ ਉਹਨਾਂ ਦੀ ਤਾਂ ਸਿਰਫ ਰੋਡਸ ਦੀ ਗੱਲ ਨਹੀਂ ਹੈ, ਉਹ ਤਾਂ ਹਵਾਈ ਰੂਟ ਤੋਂ ਵੀ ਜਾ ਕੇ ਔਰ ਆਪਣੇ ਸੀ ਰੂਟ ਤੋਂ ਵੀ ਜਾ ਕੇ ਉਹ ਕੈਪਚਰ ਕਰਦੇ ਹੈਗੇ ਆ। ਇੰਨਾ ਕੁਛ ਮੈਂ ਤੁਹਾਨੂੰ ਦੱਸਣਾ ਕਿ ਅਗਰ ਉੱਥੇ ਐਕਸਪੋਰਟ बढ़ਦੇ ਹੈਗੇ ਆ ਜਾਂ ਫਾਰਮਰ ਸਰਵਾਈਵ ਕਰਦੇ ਹੈਗੇ, ਇਹਦੇ ਉੱਪਰ ਕਿਆ ਕਾਰਨ ਹੈ ਕਿ ਉੱਥੇ ਵੀ ਰੇਟ ਆਫ ਸੁਸਾਈਡ ਜਿਹੜਾ ਹੈਗਾ 3.5 ਗੁਣਾ ਜ਼ਿਆਦਾ ਹੈਗਾ ਖੇਤੀ ਵਿੱਚ ਕੰਪੇਅਰ ਟੂ ਦੀ ਨੈਸ਼ਨਲ ਐਵਰੇਜ। ਆਈ ਥਿੰਕ ਇਹ ਵੀ ਸੋਚਣਾ ਚਾਹੀਦਾ। ਯੂਰਪ 'ਚ ਵੀ ਹਾਲ ਕੋਈ ਇੰਨਾ ਅੱਛਾ ਨਹੀਂ ਹੈ। ਤੁਹਾਨੂੰ ਦੱਸਣਾ, ਯੂਰਪ ਵਿੱਚ ਮੈਂ ਕਈ ਵਾਰੀ ਕਿਹਾ ਹੈਗਾ ਕਿ ਸਰ ਹਰ ਮਿੰਟ 1 ਮਿੰਟ ਵਿੱਚ ਕਿਸਾਨ ਖੇਤੀ ਛੱਡ ਕੇ ਬਾਹਰ ਜਾ ਰਿਹਾ। ਜੇ ਅੱਛੀ ਪ੍ਰੋਸਪੈਰਿਟੀ ਹੋ ਰਹੀ ਹੈ ਇਸ ਕਾਰਨ, ਜਾਂ ਆਪਾਂ ਜੋ ਗੱਲ ਕਰ ਰਹੇ ਹਾਂ, ਵਾਈ ਆਰ ਦੀ ਫਾਰਮਰਸ ਕੁਇਟਿੰਗ ਐਗਰੀਕਲਚਰ। ਹਿੰਦੁਸਤਾਨ 'ਚ ਵੀ ਸਰ ਇੱਕ ਟਾਈਮ ਸੀਗਾ 2011 ਦਾ ਜਿਹੜਾ ਸਰਵੇ ਆਇਆ ਸੀ ਨਾ, ਸੈਂਸਸ ਜਿਹੜਾ ਸੀਗਾ, ਉਹਨੇ ਕਿਹਾ ਸੀਗਾ ਕਿ 2,000 ਕਿਸਾਨ ਰੋਜ਼ਾਨਾ ਕੁਇਟ ਕਰ ਰਹੇ ਐਗਰੀਕਲਚਰ ਹਿੰਦੁਸਤਾਨ ਵਿੱਚ। ਅੱਜ ਡਾਟਾ ਆਉਂਦਾ ਕਹਿੰਦਾ ਜੀ ਕਿ 4,000 ਕਿਸਾਨ, ਕਿਸੇ ਨੇ ICR ਵਿੱਚੋਂ ਬੋਲਿਆ ਸੀਗਾ ਕਿ 4,000 ਕਿਸਾਨ ਰੋਜ਼ਾਨਾ ਖੇਤੀ ਛੱਡ ਰਹੇ ਹੈਗੇ। ਅਤੇ ਜਿਹੜੀ ਪ੍ਰੋਸਪੈਰਿਟੀ ਆਪਾਂ ਕਹਿੰਦੇ ਹੈਗੇ ਆ ਕਿ ਬਈ ਇਸ ਐਕਸਪੋਰਟ ਨਾਲ ਜਾਂ ਇਸ ਸੜਕਾਂ ਬਣਨ ਨਾਲ ਜਾਂ ਟ੍ਰੇਡ ਦੇ ਰੂਟਸ ਫੈਸਿਲਿਟੇਸ਼ਨ ਜਿਹੜੀ ਹੋਈ ਹੈ, WTO 'ਚ ਵੀ ਇੱਕ ਐਗਰੀਮੈਂਟ ਹੈਗੀ ਟ੍ਰੇਡ ਫੈਸਿਲਿਟੇਸ਼ਨ ਦੇ ਉੱਪਰ ਹੈਗੀ ਹੈ ਸਰ, ਔਰ ਉਹਦੇ ਵਿੱਚ ਉਹਨਾਂ ਨੇ ਸਾਰੇ ਪੋਰਟਸ ਦੇ ਜਿਹੜੀ ਦਿੱਕਤਾਂ ਹੈਗੀਆਂ ਉਹ ਹਟਾਈਆਂ ਹੈਗੀਆਂ ਸਭ ਕੁਝ ਕਰਨ ਦੇ ਬਾਅਦ। ਯੈਸ, ਦੇਰ ਇਜ਼ ਅ ਬੂਮ, ਬੜਿਆ ਹੈਗਾ ਟ੍ਰੇਡ, ਲੇਕਿਨ ਉਹਦਾ ਪਰਕੋਲੇਟ ਕਿੰਨਾ ਹੋਇਆ ਹੈਗਾ ਆਮ
ਮਾਸਿਸ ਨੂੰ ਇਹ ਸਮਝਣ ਦੀ ਗੱਲ ਹੈਗੀ ਨਾ। ਜਦ ਅਸੀਂ ਵਨ ਵਰਲਡ ਵਨ ਫਿਊਚਰ ਵਨ ਫੈਮਿਲੀ ਦੀ ਗੱਲ ਕਰਦੇ ਹੈਗੇ ਆ, ਸਾਨੂੰ ਦੇਖਣਾ ਕਿ ਉਹ ਫੈਮਿਲੀ ਜਿਹੜੀ ਹੈਗੀ ਆ ਉਹ ਇਨਇਕੁਐਲਿਟੀ ਜਿਹੜੀ ਵੱਧ ਗਈ ਹੈਗੀ ਆ, ਉਹ ਇਸ ਕਰਕੇ ਵੱਧ ਗਈ ਹੈ ਨਾ ਕਿ ਇੱਕ ਤਬਕੇ ਨੂੰ, ਕਿਉਂਕਿ WTO ਵੀ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ, ਮੇਰਾ ਮੰਨਣਾ ਹੈਗਾ ਕਿ ਟੌਪ 1% ਨੂੰ ਗੇਨ ਹੁੰਦਾ ਉਹਦੇ ਵਿੱਚ। ਜਿਹੜੀ ਆਮ ਜਨਤਾ ਹੈਗੀ ਹੈ, ਜਿਹੜੇ ਆਮ ਬੈਨੀਫਿਸ਼ਰੀ ਹੈ, ਉਹ ਤਾਂ ਉਸ ਨੈਰੇਟਿਵ ਵਿੱਚ ਹੀ ਬਹਿ ਜਾਂਦੇ ਹੈਗੇ ਆ ਸੋਚ ਕੇ ਕਿ ਵੀ ਸਾਨੂੰ ਵੀ ਕਦੇ ਟ੍ਰਿਕਲ ਡਾਊਨ ਹੋਏਗਾ, ਪਰ ਟ੍ਰਿਕਲ ਡਾਊਨ ਥਿਊਰੀ ਹੈਜ਼ ਫੇਲਡ। ਤਾਂ ਜਦੋਂ ਉਹ ਫੇਲ ਹੋ ਗਿਆ ਸਾਰਾ ਕੁਝ, ਤਾਂ ਫਿਰ ਵਾਈ ਆਰ ਵੀ ਨਾਟ ਮੇਕਿੰਗ ਅ ਡਾਇਰੈਕਟ ਅਟੈਂਪਟ ਟੂ ਸੀ ਕਿ ਵੀ ਕਿਸਾਨਾਂ ਦੀ ਇਨਕਮ ਜਿਹੜੀ ਵੱਧ ਜਾਏ, ਜਾਂ ਐਟ ਲਾਰਜ ਜਿਹੜਾ ਇਕੋਨਮੀ ਹੈ ਉਹਦੇ ਨਾਲ ਜੁੜੀ ਹੋਈ ਹੈ ਉਹਦੀ ਵੀ ਜਿਹੜੀ ਇੱਕ ਗਰੋਥ ਹੋ ਜਾਏ ਨਾਲ। ਉਹ ਕਿਉਂ ਨਹੀਂ ਆਪਾਂ ਕਰ ਸਕਦੇ? ਵਾਈ ਡੂ ਵੀ ਹੈਵ ਟੂ ਗੋ ਵਾਇਆ ਬਠਿੰਡਾ, ਜਿਸ ਤਰ੍ਹਾਂ ਆਪਾਂ ਇੱਕ ਪੰਜਾਬੀ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਜਦ ਤੱਕ ਟ੍ਰੇਡ ਨਹੀਂ बढ़ेगी ਤਦ ਤੱਕ ਟ੍ਰਿਕਲ ਡਾਊਨ ਨਹੀਂ ਹੋਏਗਾ। ਮੈਨੂੰ ਲੱਗਦਾ ਕਿ ਉਹ ਕਨਸੈਪਟ ਜਿਹੜੇ ਹੈਗੇ ਆ, ਆਈ ਥਿੰਕ ਵੀ ਨੀਡ ਟੂ ਰੀਥਿੰਕ ਔਨ ਦੋਸ। ਐ ਕਿਉਂ ਆ ਫਿਰ ਕਿ ਦੁਨੀਆ ਦੇ ਅੰਦਰ ਅੱਜ ਜਿਹੜੇ ਇਹਨੂੰ ਸੈਲੀਬ੍ਰੇਟ ਕਰਨ ਵਾਲੇ ਥਿੰਕਰ ਸੀਗੇ, ਜਿਹੜੇ ਇਸ ਰਾਈਟ ਵਿੰਗ ਇਕਨੋਮਿਕਸ ਦੇ ਵੱਡੇ ਮਾਹਰ ਸੀਗੇ, ਪਾਲ ਕਰੂਗਮੈਨ ਵਗੈਰਾ, ਜਿਹੜੇ ਟ੍ਰਿਕਲ ਡਾਊਨ ਥਿਊਰੀ ਨੂੰ ਜਾਂ ਇਸ ਪੂਰੇ ਡਿਵੈਲਪਮੈਂਟ ਦੇ ਮਾਡਲ ਨੂੰ ਸੈਲੀਬ੍ਰੇਟ ਕਰਦੇ ਸੀ, ਉਹ ਰੀਥਿੰਕ ਕਰ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਇਹਦੇ ਤੇ ਬੋਲ ਰਹੇ ਨੇ ਕਿ ਇਹ ਕਿਤੇ ਲੈ ਕੇ ਨਹੀਂ ਜਾਓ ਸਾਨੂੰ, ਇਹਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਇਆਗਾ। ਇਹਦੇ ਬਾਵਜੂਦ ਵੀ ਫਿਰ ਕੋਈ ਮਾਡਲ ਰੀਥਿੰਕ ਕਿਉਂ ਨਹੀਂ ਹੁੰਦਾ? ਦੇਖੋ ਜੀ, ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ। ਆਈ ਐਮ ਸ਼ੋਰ ਯੂ ਵਿਲ ਐਗਰੀ। ਜੇ ਆਪਾਂ ਕਹਿੰਦੇ ਸੀ ਕਿ ਵਿਮਨ ਨੂੰ ਐਮਪਾਵਰਮੈਂਟ ਨਹੀਂ ਹੋ ਰਹੀ ਆ, ਜਾਂ ਵਿਮਨ ਦਾ ਜਿਹੜਾ ਇੱਕ ਤਰ੍ਹਾਂ ਦਾ ਨਿਗਲੈਕਟਡ, ਪੂਰਾ 50% ਨਿਗਲੈਕਟਡ ਹੈਗਾ, ਉਹ ਮੈਨੂੰ ਲੱਗਦਾ ਕਿ ਤਕਰੀਬਨ ਅਗਰ ਅਸੀਂ ਇਫ ਯੂ ਗੋ ਬੈਕ, ਘੱਟ ਤੋਂ ਘੱਟ ਸਾਨੂੰ 100 ਸਾਲ ਤਾਂ ਲੱਗੇ ਨਾ ਉਸ ਗੱਲ ਨੂੰ ਇੱਕ ਲੈਵਲ 'ਤੇ ਲੈ ਕੇ ਆਉਣ 'ਤੇ। ਜਿਸ ਤਰ੍ਹਾਂ ਮੈਂ ਪਹਿਲੇ ਕਹਿ ਰਿਹਾ ਸੀ ਕਿ ਚੰਦਰਯਾਨ ਦੇ ਵੀ ਆਪਾਂ ਹੁਣ ਅੱਜ ਦੇਖਦੇ ਹਾਂ ਕਿ ਵਿਮਨ ਦਾ ਕਿੰਨਾ ਰੋਲ ਹੈਗਾ ਉਹਦੇ ਵਿੱਚ। ਆਈ ਥਿੰਕ ਦੈਟਸ ਵੈਰੀ ਸਿਗਨੀਫਿਕੈਂਟ ਡਿਵੈਲਪਮੈਂਟ। ਮੈਨੂੰ ਲੱਗਦਾ ਕਿ ਜਿਸ ਗੱਲ ਦੀ ਅੱਜ ਅਸੀਂ ਚਰਚਾ ਕਰ ਰਹੇ ਹੈਗੇ ਹਾਂ, ਉਹ ਵੀ ਟਾਈਮ ਤਾਂ ਲੱਗੇਗਾ ਨਾ ਆਉਣ ਵੇਲੇ, ਕਿਉਂਕਿ ਹੁਣ ਇਕੋਨੋਮਿਸਟ ਇਹ ਵੀ ਕਹਿ ਰਹੇ ਆ ਸਰ ਕਿ ਜਿਹੜੀ 20th ਸੈਂਚੁਰੀ ਇਕਨੋਮਿਕਸ ਸੀਗੀ, ਉਹ ਹੁਣ 21st ਸੈਂਚੁਰੀ ਵਿੱਚ ਨਹੀਂ ਚੱਲ ਸਕਦੀ। ਉਹ 20th ਸੈਂਚੁਰੀ ਇਕਨੋਮਿਕਸ ਦੀ ਆਪਾਂ ਗੱਲ ਕਰ ਰਹੇ ਸੀਗੇ, ਜਿਹੜੇ ਕਹਿੰਦਾ ਸੀਗਾ ਟ੍ਰੇਡ ਖੁੱਲ੍ਹੇਗੀ ਤਾਂ ਦੁਨੀਆ 'ਤੇ ਫਾਇਦਾ ਹੋਏਗਾ। ਮੈਂ ਇਸ ਗੱਲ 'ਤੇ ਨਹੀਂ ਕਹਿ ਰਿਹਾ ਕਿ ਟ੍ਰੇਡ ਖੁੱਲ੍ਹਣ ਨਾਲ ਫਾਇਦਾ ਨਹੀਂ ਹੁੰਦਾ। ਮੇਰਾ ਸਿਰਫ ਇਹ ਕਹਿੰਦਾ ਹੈ ਕਿ ਡਸ ਦੀ ਬੈਨੀਫਿਟ ਜਿਹੜਾ ਹੈਗਾ ਉਹ ਪਰਕੂਲੇਟ ਕਰਦਾ ਹੈ ਉਹ ਮਾਸਿਸ ਨੂੰ, ਜਿਹਨੂੰ ਅਸੀਂ ਸਬਜ਼ ਬਾਗ ਦਿਖਾ ਰਹੇ ਸੀਗੇ। ਉਹੀ ਹੈ ਨਾ ਗੱਲ ਕਿ ਜਦ ਗਲੋਬਲਾਈਜੇਸ਼ਨ ਬੜੀ ਸੀਗੀ ਤਾਂ ਕਿਹਾ ਸੀਗਾ ਹਿੰਦੁਸਤਾਨ ਤੋਂ ਐਕਸਪੋਰਟ ਵਧਣਗੇ, ਕਿਸਾਨਾਂ ਦੀ ਇਨਕਮ ਵੱਧ ਜਾਏਗੀ, ਉਹ ਤਾਂ ਕਿਤੇ ਹੋਇਆ ਨਹੀਂ। ਸੋ ਦੀ ਪੁਆਇੰਟ ਇਜ਼ ਕਿ ਬਈ ਉਹ ਜਦ ਨਹੀਂ ਹੋਇਆ ਤਾਂ ਉਹਨੂੰ ਰੀਥਿੰਕਿੰਗ ਕਰਨ ਦੀ ਜ਼ਰੂਰਤ ਹੈ ਨਾ। ਉਹ ਰੀਥਿੰਕਿੰਗ ਕਰਨ ਦਾ ਸਮੇਂ ਆ ਗਿਆ ਹੈਗਾ। ਉਹ ਤਾਂ ਹੀ ਹੋ ਸਕਦਾ ਸਰ ਕਿ ਜਿਹੜੇ ਸਾਡੇ ਹੈਡਸ ਆਫ ਦੀ ਸਟੇਟ ਹੈ ਉਹ ਵੀ ਤਾਂ ਰੀਥਿੰਕ ਕਰਨ ਨਾ ਨਾਲ। ਸਿਰਫ ਇਹ ਕਹਿਤਾ ਕਿ ਟ੍ਰਿਕਲ ਡਾਊਨ ਨਹੀਂ ਕੰਮ ਕਰ ਰਿਹਾ ਹੈਗਾ, ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, ਬਿਲਕੁਲ ਠੀਕ ਕਿਹਾ। ਲੇਕਿਨ ਸਰ ਜਦ ਉਹਨਾਂ ਨੇ ਡਿਨਰ 'ਤੇ 400 ਬੰਦੇ ਬੁਲਾਏ ਸੀਗੇ, ਉਹਨਾਂ 400 ਬੰਦਿਆਂ 'ਚ ਉਹਨਾਂ ਨੂੰ ਵੀ ਲੋਕਾਂ ਨੂੰ ਅਹਿਮੀਅਤ ਦਿਓ ਨਾ, ਜਿਹੜੇ ਆਮ ਜਨਤਾ ਦੀ ਗੱਲ ਕਰ ਰਹੇ। ਹੁਣ ਤੁਹਾਨੂੰ ਪਤਾ ਦਿੱਲੀ ਵਿੱਚ ਇੱਕ ਕਾਨਫਰੰਸ ਹੋਈ ਸੀਗੀ V20, ਹਾਂਜੀ, ਉਹ ਸਿਵਲ ਸੁਸਾਇਟੀ ਨੇ ਮਿਲ ਕੇ ਕਾਨਫਰੰਸ ਕੀਤੀ, ਉੱਥੇ ਤਾਂ ਪੁਲਿਸ ਆ ਜਾਂਦੀ ਹੈ। ਹਾਂਜੀ, ਉਹ ਤੁਸੀਂ ਕਹਿੰਦੇ ਹੋ ਵਨ ਵਰਲਡ ਐਂਡ ਵਨ ਫੈਮਿਲੀ, ਤਾਂ ਵਨ ਵਰਲਡ ਐਂਡ ਵਨ ਅਰਥ ਜਾਂ ਵਨ ਫੈਮਿਲੀ, ਉੱਥੇ ਤਾਂ ਤੁਸੀਂ ਉਹਨਾਂ ਦੀ ਆਵਾਜ਼ਾਂ ਸੁਣਨ ਨੂੰ ਤਿਆਰ ਨਹੀਂ ਹੋ ਗਏ। ਉਹ ਜਿਹੜਾ ਨੈਰੇਟਿਵ ਸੀਗਾ ਉਹ ਕਿਤੇ ਨਾ ਕਿਤੇ ਮੇਨ ਜਿਹੜਾ ਆਪਣਾ ਡਾਕੂਮੈਂਟਸ ਆ ਰਹੇ ਹੈਗੇ ਜਾਂ ਸੋਚ ਆ ਰਹੀ ਹੈਗੇ, ਉਹਦੇ ਵਿੱਚ ਵੀ ਕਿਤੇ ਰਿਫਲੈਕਟ ਕਰਨਾ ਚਾਹੀਦਾ ਨਾ, ਤਾਂ ਹੀ ਤਾਂ ਵਨ ਫੈਮਿਲੀ ਬਣੇਗੀ ਨਾ। ਉਹ ਵਨ ਫੈਮਿਲੀ ਨੂੰ ਅਸੀਂ ਇਗਨੋਰ ਹੀ ਕਰਤਾ। ਅਸੀਂ ਆਈ ਥਿੰਕ ਕਲੋਜ਼ ਯੋਰ ਆਈਜ਼ ਟੂ ਦੈਟ ਫੈਮਿਲੀ, ਤਾਂ ਸੋਚਦੇ ਹਾਂ ਅਸੀਂ ਕਿ ਡਿਵੈਲਪਮੈਂਟ ਹੋ ਜਾਏਗੀ, ਪਰ ਇਸ ਤਰ੍ਹਾਂ ਨਹੀਂ ਹੁੰਦਾ ਸਰ। ਇਹੀ ਤਾਂ ਕਬੂਤਰ ਕਰਦਾ ਹੈ, ਉਹ ਸੋਚ ਲੈਂਦਾ ਕਿ ਜਦ ਬਿੱਲੀ ਆਉਂਦੀ ਕਿ ਮੈਂ ਅੱਖਾਂ ਬੰਦ ਕਰ ਲਵਾਂਗਾ ਤਾਂ ਖਤਰਾ ਟਲ ਜਾਏਗਾ, ਲੇਕਿਨ ਟਲਦਾ ਨਹੀਂ ਹੈ ਖਤਰਾ, ਹੈ ਨਾ ਜੀ। ਤਾਂ ਇਸੇ ਤਰੀਕੇ ਨਾਲ ਆਈ ਥਿੰਕ ਇਫ ਯੂ ਕੈਨ ਕਲੋਜ਼ ਆਰ ਆਈਜ਼ ਕਿ ਵੀ ਕਿਸਾਨ ਜਿਹੜੇ ਹੈਗੇ ਜਾਂ ਜਿਹੜੀ ਪਬਲਿਕ ਹੈਗੀ ਹੈ ਜਾਂ ਜਿਹੜੇ ਲੋਕੀ ਹੈਗੇ, ਇਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਸਾਨੂੰ ਪਤਾ ਹੈ ਕਿ ਉਹਨਾਂ ਦੀ ਹੋਣਾ ਚਾਹੀਦਾ ਹੈਗਾ। ਸੋ ਵੀ ਆਰ ਕ੍ਰੀਏਟਿੰਗ ਏ ਮਾਡਲ ਫॉर देम। ਉਹ ਮਾਡਲ ਨਹੀਂ ਚੱਲੇਗਾ ਸਰ, ਵੀਲ ਹੈਵ ਟੂ ਰੀਥਿੰਕ। ਰਾਜਨੀਤਿਕ ਤੌਰ ਤੇ ਇੰਡੀਆ ਦੇ ਅੰਦਰ ਆਪਾਂ ਸਿੱਧੀ ਗੱਲ ਕਰੀਏ, ਕਾਂਗਰਸ ਇੱਕ ਟਾਈਮ ਸੋਵੀਅਤ ਪੱਖੀ ਰਹੀ। ਨਹਿਰੂਅਨ ਦੌਰ ਆ ਜਿਹੜਾ ਉਹ ਬੜਾ ਸੋਵੀਅਤ ਪੱਖੀ ਰਿਹਾ। ਇੱਕ ਦੌਰ ਆਗਾ ਅਸੀਂ ਅਮਰੀਕਾ ਦੇ ਨੇੜੇ ਚਲੇ ਗਏ, ਜੋ ਅਮਰੀਕਾ ਨੇ ਕਿਹਾ ਸੀ ਉਹ ਕੀਤਾ। BJP ਜਾਂ RSS, ਕਿਉਂਕਿ ਪ੍ਰਧਾਨ ਮੰਤਰੀ RSS ਤੋਂ ਆਉਂਦੇ ਨੇਗੇ, ਇਹ ਗੱਲ ਹਮੇਸ਼ਾ ਇੱਥੇ ਇੱਕ ਰੀਥਿੰਕ ਕੀਤੀ ਜਾਂਦੀ ਸੀ, ਜਾਂ ਇਹਦੇ ਤੇ ਬਹੁਤ ਇੱਕ ਪੋਜੀਸ਼ਨ ਹੁੰਦੀ ਸੀਗੀ ਵੱਡੇ ਵੱਡੇ ਲੋਕਾਂ ਦੀ ਕਿ ਜਿਹੜਾ ਇਹ ਮਾਡਲ ਆਗਾ, ਇਕਨੋਮਿਕ ਮਾਡਲ ਆ ਜੋ, ਇਹ ਗੜਬੜ ਮਾਡਲ ਆਗਾ। ਇਹ ਐਗਰੀਕਲਚਰ ਨੂੰ ਲੈ ਕੇ, ਚਾਹੇ ਉਹ ਕਿਸਾਨ ਸੰਘ ਹੁੰਦਾ ਸੀਗਾ RSS ਦਾ, ਚਾਹੇ ਉਹ ਸਵਦੇਸ਼ੀ ਹੁੰਦਾ ਸੀਗਾ, ਇਹਦੇ ਤੇ ਇੱਕ ਵੱਡੀ ਬਹਿਸ ਹੁੰਦੀ ਸੀਗੀ ਕਿ WTO ਵਾਲਾ ਮਾਡਲ ਗਲਤ ਮਾਡਲ ਆਗਾ, ਇਹ ਗਲੋਬਲਾਈਜੇਸ਼ਨ ਵਾਲਾ ਮਾਡਲ ਗਲਤ ਮਾਡਲ ਆਗਾ। ਉਹਦਾ ਇੱਕ ਹੋਰ ਪਰਸਪੈਕਟਿਵ ਹੁੰਦਾ ਸੀ, ਯਾਨੀ ਭਾਰਤੀ ਪਰਪੇਖ 'ਚ ਉਹ ਇਹ ਗੱਲ ਕਹਿੰਦੇ ਸੀਗੇ, ਇਸ ਰੈਫਰੈਂਸ 'ਚ ਕਹਿੰਦੇ ਸੀਗੇ। ਤਾਂ ਇਹੀ ਜਿਹੀ ਕੀ ਮਜਬੂਰੀ ਬਣ ਜਾਂਦੀ ਹੈਗੀ ਕਿ ਜਦੋਂ PM ਉਸ ਕੁਰਸੀ 'ਤੇ ਬੈਠੇ ਨੇ, ਜਿਨ੍ਹਾਂ ਦੀ ਟ੍ਰੇਨਿੰਗ ਉਸ ਇਕਨੋਮਿਕਸ ਦੇ ਐਂਟੀ ਹੋਈ ਹੈਗੀ,
ਫਿਰ ਵੀ ਉਹ ਉਸੇ ਇਕਨੋਮਿਕਸ ਨੂੰ ਹੇਲ ਕਰ ਰਹੇ ਨੇ। ਇਹ ਸਵਾਲ ਤਾਂ ਬਹੁਤ ਸਾਰੇ ਲੋਕਾਂ ਦੇ ਮਾਈਂਡ ਵਿੱਚ ਹੈਗਾ ਕਿ ਵੀ ਕਿਆ ਕਾਰਨ ਹੈ ਕਿ ਜੋ ਸੋਚ ਵਿੱਚੋਂ ਸਾਡੇ ਪਾਲਿਸੀ ਮੇਕਰਸ ਆਉਂਦੇ ਹੈਗੇ ਆ, ਉਹੀ ਸੋਚ ਜਿਹੜੀ ਹੈਗੀ ਹੈ ਉਹਨੂੰ ਪਹਿਲੇ ਨਕਾਰਿਆ ਗਿਆ ਸੀਗਾ ਜਾਂ ਉਹਨੂੰ ਰਨ ਡਾਊਨ ਕੀਤਾ ਗਿਆ ਸੀ। ਇਹ ਕਿਹਾ ਜਾਂਦਾ ਸੀਗਾ ਕਿ ਬਈ ਇਹ ਇੱਕ ਤਰ੍ਹਾਂ ਦੀ ਜੋ ਕੰਟਰੀ ਦਾ ਵਿਕਾਸ ਹੈ ਉਹ ਸੁਕੜ ਕੇ ਕੁਝ ਬੰਦਿਆਂ ਦੇ ਹੱਥ ਵਿੱਚ ਰਹਿ ਜਾਏਗਾ। ਲੇਕਿਨ ਜਦ ਇੱਕ ਸਿਚੁਏਸ਼ਨ ਸਾਡੇ ਕੋਲ ਆਉਂਦੀ ਹੈ ਜਾਂ ਅਪਰਚੁਨਿਟੀ ਸਾਡੇ ਕੋਲ ਆਉਂਦੀ ਹੈ ਤਾਂ ਵੀ ਫੋਲੋ ਦੀ ਸੇਮ ਇਕਨੋਮਿਕ ਡਿਜ਼ਾਈਨ। ਇਹਦਾ ਕਾਰਨ ਕੀ ਹੋ ਸਕਦਾ ਹੈ? ਮੇਰਾ ਮੰਨਣਾ ਹੈਗਾ ਕਿ ਬਈ ਇੱਕ ਜਿਹੜੀ ਇਕਨੋਮਿਕ ਕਲਾਸ ਹੈ ਜਿਹੜੀ ਡੋਮੀਨੇਟ ਕਰਦੀ ਹੈ ਸੋਚ ਨੂੰ, ਜਿਹੜੀ ਕਿ ਬਿਲਕੁਲ ਬਿਜ਼ਨਸ ਦੇ ਨਾਲ ਜੁੜੀ ਹੋਈ ਹੈਗੀ ਆ ਜਾਂ ਕਾਰਪੋਰੇਟ ਦੇ ਨਾਲ ਜੁੜੀ ਹੋਈ ਹੈ, ਉਸੀ ਸੋਚ ਨੂੰ ਰਿਫਲੈਕਟ ਕਰਦੇ ਹੈਗੇ ਜੋ ਵੀ ਉਹਨਾਂ ਦੇ ਐਕਸ਼ਨ ਹੁੰਦੇ ਹੈਗੇ ਬਾਈ ਐਂਡ ਲਾਰਜ। ਤਾਂ ਉਹ ਜਿਹੜੀ ਹੈ ਉਹਨੇ ਅੱਜ ਡੋਮੀਨੇਟ ਕੀਤਾ ਹੋਇਆ ਆਪਣੀ ਇਕਨੋਮਿਕ ਥਿੰਕਿੰਗ ਨੂੰ। ਜਦੋਂ ਡੋਮੀਨੇਟ ਜਦ ਤੱਕ ਉਹ ਰਹੇਗਾ, ਜਦ ਤੱਕ ਵੀ ਡੋਂਟ ਅਲਾਓ ਅਦਰਸ ਵੋਇਸਿਸ ਟੂ ਕਮ ਇਨ, ਤਦ ਤੱਕ ਉਹ ਡੋਮੀਨੇਸ਼ਨ ਜਿਹੜੀ ਹੈਗੀ ਉਹ ਨਹੀਂ ਟੁੱਟ ਸਕਦੀ ਹੈਗੀ, ਉਹ ਰਹੇਗੀ। ਇੱਕ ਜੈਨੂਨਲੀ ਇੱਕ ਬਿਲੀਵ ਕਰਨਾ ਪੈਂਦਾ, ਇੱਕ ਟਾਈਮ ਤੇ ਸ਼ਾਇਦ ਸਮਾਜ ਬਿਲੀਵ ਕਰਨ ਲੱਗ ਪੈਂਦਾ ਕਿ ਹੋਰ ਕੋਈ ਰਸਤਾ ਨਹੀਂ ਹੈਗਾ। ਜਿਹਨੂੰ ਆਪਾਂ ਕਹਿੰਦੇ ਸੀ ਨਾ ਕਿ ਟੀਨਾ ਫੈਕਟਰ, ਦੇਰ ਇਜ਼ ਨੋ ਆਲਟਰਨੇਟਿਵ। ਇਹ ਸਾਨੂੰ ਅਸੀਂ ਕਿਤੇ ਸਾਡੇ ਅੰਦਰ ਆ ਗਿਆ ਕਿ ਹੋਰ ਸਾਡੇ ਕੋਲ ਆਲਟਰਨੇਟਿਵ ਕੋਈ ਹੈਗਾ ਹੀ ਨਹੀਂ ਹੈ। ਔਰ ਇਹ ਜਦ ਮੇਨ ਇਕਨੋਮਿਕ ਥਿੰਕਿੰਗ ਆ ਜਾਏ ਤਾਂ ਫਿਰ ਉਹ ਉਹੀ ਗੱਲ ਕਰਦੇ ਹੈਗੇ ਕਿ ਜਿਹੜਾ ਕਾਰਪੋਰੇਟਸ ਕਰਨਾ ਚਾਹੁੰਦੇ। ਮੈਂ ਕਿਉਂ ਇਹ ਗੱਲ ਕਰ ਰਿਹਾ ਹੈਗਾ, ਤੁਸੀਂ ਦੇਖੋ ਨਾ ਅੱਜ ਜਿਹੜਾ ਹੁਣ G20 ਦੀ ਗੱਲ ਕਿਤੇ ਖਤਮ ਜਿਹੜੀ ਹੋਈ ਹੈ ਆਪਣਾ ਉਹਦਾ ਉਹ ਵੀ ਆ ਜਾਏਗਾ, ਸਟੇਟਮੈਂਟ ਵੀ ਆ ਜਾਏਗੀ, ਡੈਕਲੇਰੇਸ਼ਨ ਵੀ ਆ ਜਾਏਗੀ। ਬਟ ਇਵੈਂਚੁਅਲੀ ਵਾਟ ਆਰ ਵੀ ਟਰਾਈਂਗ ਟੂ ਸੇ ਇਨ ਦੈਟ ਕਿ ਬਈ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕਰ ਰਹੇ ਸੀ ਕਿ ਬਈ ਕਾਰਾਂ ਵਾਸਤੇ ਤਾਂ ਤੁਸੀਂ ਪ੍ਰੋਡਿਊਸ ਕਰੋਗੇ ਫੂਡ, ਹਾਂਜੀ। ਔਰ ਹੁਣ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਫਾਰਮਰ ਹੈਗੇ ਸਾਡੇ ਉਹ ਅੰਨਦਾਤਾ ਹੀ ਨਹੀਂ ਰਹਿਣਗੇ, ਹੈ ਨਾ ਜੀ। ਉਹ ਤਾਂ ਹੁਣ ਉਹਨਾਂ ਦਾ ਇੱਕ ਨਵਾਂ ਰੋਲ ਆ ਜਾਏਗਾ ਕਿ ਉਹ ਆਟੋਮੋਬਾਈਲ ਵੀ ਉਹਨਾਂ ਦੇ ਕਰਕੇ ਚੱਲਣਗੀਆਂ ਜਾਂ ਉਹ ਸੈਕਟਰ ਜਿਹੜਾ ਐਨਰਜੀ ਜਿਹੜਾ ਹੈਗਾ ਉਹ ਕੰਟਰੀਬਿਊਸ਼ਨ ਫਾਰਮਰਸ ਤੋਂ ਆਏਗੀ। ਲੇਕਿਨ ਜਿਹੜਾ ਸਾਡਾ ਹਿਊਮਨ ਪਾਪੂਲੇਸ਼ਨ ਹੈ, ਅਗਰ ਸਾਨੂੰ ਉਹ ਸਿੰਥੈਟਿਕ ਫੂਡ 'ਤੇ ਜਾਂ ਤੁਹਾਨੂੰ ਇੱਕ ਆਰਟੀਫਿਸ਼ਲੀ ਕਲਚਰਡ ਜਿਹੜਾ ਲੈਬੋਰਟਰੀ ਵਿੱਚ ਫੂਡ ਹੋਏ ਉਹ ਤੁਹਾਨੂੰ ਫੀਡ ਕਰ ਰਿਹਾ ਹੈਗਾ, ਤਾਂ ਇਹ ਵਿਕਾਸ ਦਾ ਮਾਡਲ ਜਿਹੜਾ ਇਹਨੂੰ ਕਦੇ ਕਿਸੇ ਨੇ ਸਵਾਲ ਨਹੀਂ ਕਰਨੇ ਚਾਹੀਦੇ ਹੈਗੇ। ਦੈਟ ਇਜ਼ ਵਾਟ ਅਸੀਂ ਕਹਿ ਰਹੇ ਸੀਗੇ ਕਿ ਬਈ ਕਰਨ ਦੀ ਜ਼ਰੂਰਤ ਹੈਗੀ। ਹੁਣ ਦੇਖੋ ਨਾ, ਇੱਕ ਮੈਂ ਉਦਾਹਰਨ ਦੇਣਾ ਕਿ ਬਹੁਤ ਸਾਲ ਪਹਿਲੇ ਦੀ ਤੁਹਾਨੂੰ ਇੱਕ ਸਭ ਨੂੰ ਯਾਦ ਕਰਨਾ ਚਾਹੀਦਾ, ਇੱਕ ਟਾਈਮ ਸੀਗਾ, ਇੱਕ ਕੰਪਨੀ ਸੀ ਅਮਰੀਕਾ ਦੀ, ਉਹਨੇ ਇੰਡੀਆ ਵਿੱਚ ਇਨਵੈਸਟ ਕਰਨਾ ਸੀਗਾ, ਬਹੁਤ ਬੜੇ ਤਾਮ ਝਾਮ ਨਾਲ ਆਏ। ਉਹਨਾਂ ਨੇ ਕੀ ਕੀਤਾ ਹੈ, ਰਾਈਸ ਦਾ ਇੱਕ ਗ੍ਰੇਨ ਦੇ ਉੱਪਰ ਇੱਕ ਲੇਅਰ ਹੁੰਦੀ ਹੈ ਜਿਹਨੂੰ ਅਸੀਂ ਰਾਈਸ ਬ੍ਰੈਨ ਕਹਿੰਦੇ ਹੈਗੇ ਆ, ਜਿਹਦੇ ਵਿੱਚੋਂ ਅਸੀਂ ਜਾਣਦੇ ਹਾਂ ਐਨੀਮਲ ਫੀਡ ਵੀ ਬਣਦੀ ਹੈਗੀ, ਆਇਲ ਵੀ ਬਣਦਾ ਹੈਗਾ, ਹਾਂਜੀ। ਔਰ ਰਾਈਸ ਬ੍ਰੈਨ ਨੂੰ ਉਹਨਾਂ ਨੇ ਕਨਵਰਟ ਕਰਤਾ ਇਹਨੂੰ ਹਿਊਮਨ ਨਿਊਟ੍ਰੀਸ਼ੀਅਸ ਫੂਡ, ਪੈਲੇਟਸ ਬਣਾ ਕੇ ਉਹਨਾਂ ਨੇ ਇੰਡੀਆ ਵਾਸਤੇ ਕਿਹਾ, ਪੇਟੈਂਟਡ ਸੀਗਾ, ਸਾਨੂੰ ਇਹ ਨਹੀਂ ਪਤਾ ਅੰਦਰ ਕੀ ਹੈ। ਉਹਨਾਂ ਨੇ ਕਿਹਾ ਕਿ ਤੁਹਾਡੇ ਨਿਊਟ੍ਰੀਸ਼ਨ ਦਾ ਇਹ ਸੋਲੂਸ਼ਨ ਹੈਗਾ। ਗਲੋਬਲੀ ਸਾਡਾ ਵੀ ਰੈਂਕ ਅਮੰਗ ਦੀ ਟੌਪ ਇਨ ਗਲੋਬਲ ਹੰਗਰ, ਤਾਂ ਸਾਨੂੰ ਤਾਂ ਬੜਾ ਅੱਛਾ ਲੱਗਿਆ ਉਹ। ਪਰ ਇੰਟਰਸਟਿੰਗ ਸੀਗਾ, ਉਹੀ ਸੋਚ ਦੇਖੋ ਕਿੰਨੀ ਸੀਗੀ ਕਿ ਤੁਸੀਂ ਆਪਣਾ ਜਦ ਫੂਡ ਐਕਸਪੋਰਟ ਕਰਦੇ ਹੋ ਇੰਡੀਆ ਤੋਂ, ਤਾਂ ਇਟ ਗੋਜ਼ ਫॉर द ਕੈਟਲ ਆਫ ਦ ਵੈਸਟਰਨ ਕੰਟਰੀਜ਼, ਕਿ ਸਾਡਾ ਫੂਡ ਜਦ ਵੀ ਐਕਸਪੋਰਟ ਹੋਇਆ ਵੈਸਟਰਨ ਕੰਟਰੀ, ਬਿਕਾਜ਼ ਵੈਸਟਰਨ ਕੰਟਰੀਜ਼ ਉਹਨੂੰ ਕਨਵਰਟ ਕਰਦੀਆਂ, ਪਹਿਲੇ ਐਨੀਮਲ ਨੂੰ ਖਿਲਾ ਕੇ ਫਿਰ ਉਹ ਐਨੀਮਲ ਸਲੌਟਰ ਕਰਦੀਆਂ, ਦੈਟ ਇਜ਼ ਅ ਪ੍ਰੋਟੀਨ ਪਾਥਵੇ ਨਾ। ਤਾਂ ਅਸੀਂ ਆਪਣਾ ਤਾਂ ਜਿਹੜਾ ਹਿਊਮਨ ਫੂਡ ਹੈਗਾ ਉਹ ਅਸੀਂ ਐਕਸਪੋਰਟ ਕਰ ਰਹੇ ਹਾਂ ਫॉर द ਕੈਟਲ ਆਫ ਦ ਵੈਸਟਰਨ ਕੰਟਰੀਜ਼, ਔਰ ਜਿਹੜਾ ਸਾਡਾ ਕੈਟਲ ਫੀਡ ਹੈਗਾ ਜਿਹੜਾ ਉਹਨੂੰ ਅਸੀਂ ਕਨਵਰਟ ਕਰ ਰਹੇ ਹਾਂ ਫॉर ਇਨ ਹਿਊਮਨ ਨਿਊਟ੍ਰੀਸ਼ੀਅਸ ਫੂਡ। ਇਹ ਮੈਨੂੰ ਲੱਗਦਾ ਕਿ ਡਿਵੈਲਪਮੈਂਟ ਦੀ ਫੈਲੇਸੀ ਹੈ ਇਹ, ਦਿਸ ਇਜ਼ ਨਾਟ ਅ ਡਿਵੈਲਪਮੈਂਟ ਮਾਡਲ। ਡਿਵੈਲਪਮੈਂਟ ਮਾਡਲ ਇਹ ਹੋਣਾ ਚਾਹੀਦਾ ਕਿ ਬਈ ਹਾਊ ਵੀ ਕੈਨ ਗਰੋ ਫੂਡ ਵਿਚ ਕੈਨ ਬੀ ਐਡੁਕੇਟਲੀ ਨਿਊਟ੍ਰੀਸ਼ੀਅਸ ਰਿਕੁਆਇਰਮੈਂਟ ਸਾਡੀ ਐਡਰੈਸ ਕਰੇ। ਉਹ ਤਾਂ ਹੋ ਨਹੀਂ ਰਿਹਾ, ਅਸੀਂ ਹੁਣ ਕਾਰਾਂ ਵਿੱਚ ਚੱਲ ਪਏ ਹੈਗੇ ਹਾਂ। ਸੋ ਮੇਰਾ ਸਬਮਿਸ਼ਨ ਇਹ ਹੈ ਕਿ ਉਹ ਥਾਟ ਉਸ ਟਾਈਮ ਦਾ ਸੀਗਾ, ਮੈਂ ਤੁਹਾਨੂੰ ਜੇ ਰਾਈਸ ਦੀ ਗੱਲ ਕੀਤੀ ਹੈਗੀ ਹੈ, ਹੁਣ ਇਹ ਨया ਥਾਟ ਆ ਗਿਆ ਹੈ, ਫਰਕ ਦੋਨਾਂ 'ਚ ਨਹੀਂ ਹੈਗਾ, ਉਹੀ ਮਾਡਲ ਹੈ, ਉਹੀ ਸੋਚ ਹੈ। ਸੋ ਆਈ ਥਿੰਕ ਵੀ ਆਰ ਮੂਵਿੰਗ ਟੂਵਰਡਸ ਅ ਵਰਲਡ ਆਈ ਥਿੰਕ ਵਿਚ ਈਚ ਵਨ ਆਫ ਅਸ ਨੀਡਸ ਟੂ ਬੀ ਵਰੀਡ ਅਬਾਊਟ, ਕਿਉਂਕਿ ਸਾਨੂੰ ਸਭ ਨੂੰ ਇੰਪੈਕਟ ਕਰੇਗਾ। ਅਸੀਂ ਇਹ ਨਾ ਸੋਚੀਏ ਕਿ ਦੇਰ ਇਜ਼ ਨੋ ਆਲਟਰਨੇਟਿਵ, ਐਸਾ ਨਹੀਂ ਹੈ, ਦੇਰ ਇਜ਼ ਐਨ ਆਲਟਰਨੇਟਿਵ। ਪਰ ਕਿਉਂਕਿ ਅਸੀਂ ਔਰ ਤੁਸੀਂ ਨਹੀਂ ਬੋਲਦੇ ਹਾਂ, ਨਹੀਂ ਸੋਚਦੇ ਹਾਂ, ਔਰ ਨਹੀਂ ਉਹਨੂੰ ਇੰਟਰਪ੍ਰੈਟ ਜਾਂ ਐਨਾਲਾਈਜ਼ ਕਰ ਸਕਦੇ ਹਾਂ, ਸੋ ਇੱਕ ਸਕੂਲ ਆਫ ਥਾਟ ਅੱਗੇ ਵੱਧਦਾ ਜਾਂਦਾ ਹੈਗਾ, ਐਂਡ ਸਮਹਾਉ ਵੀ ਬਿਲੀਵ ਕਿ ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਜਿਵੇਂ ਤੁਸੀਂ ਕਿਹਾ ਕਿ ਪ੍ਰਭਾਵ ਹੁੰਦਾ ਕਾਰਪੋਰੇਟ ਦਾ, ਹੁੰਦਾ ਪਾਲਿਸੀ ਮੇਕਰ ਦਾ ਹੁੰਦਾ ਹੈਗਾ। ਪਾਲਿਸੀ ਮੇਕਰ ਵੀ ਜ਼ਿਆਦਾਤਰ ਤੁਹਾਨੂੰ ਪਤਾ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਅਲਟੀਮੇਟ ਲੜਾਈ ਨੈਰੇਟਿਵ ਕੰਟਰੋਲ ਦੀ ਹੈ, ਹੈ ਨਾ। ਉਹ ਨੈਰੇਟਿਵ ਨੂੰ ਕੰਟਰੋਲ ਕਰਕੇ ਰੱਖਦਾ ਕਾਰਪੋਰੇਟ ਆ ਜਿਹੜਾ। ਹੁਣ ਤਾਂ ਆਪਾਂ ਦੇਖ ਰਹੇ ਹਾਂ ਕਿ ਉਹ ਟੀਵੀ ਦੇ ਜ਼ਰੀਏ ਕਿਵੇਂ ਕਰ ਰਿਹਾ, ਮੀਡੀਆ ਦੇ ਜ਼ਰੀਏ ਕਿਵੇਂ ਕਰ ਰਿਹਾ, ਆਪਾਂ ਨੂੰ ਪਤਾ ਹੈਗਾ, ਸਿੱਧਾ ਹੀ ਉਹ ਮੀਡੀਆ 'ਚ ਆ ਗਿਆ, ਬਹੁਤ ਵੱਡਾ ਕਾਰਪੋਰੇਟ, ਅੰਬਾਨੀ ਆ ਗਿਆ, ਅਡਾਨੀ ਆ ਗਿਆ, ਆਪਾਂ ਨੂੰ ਪਤਾ। ਤਾਂ ਕੀ ਇਹ ਮੰਨਿਆ ਜਾਵੇ ਜਿਹੜੀ ਸਟੇਟ ਹੈ ਉਹ ਕਾਰਪੋਰੇਟ ਚਲਾਉਂਦਾ ਹੈਗਾ, ਜਾਂ ਉਹ ਲੋਕ ਚਲਾਉਂਦੇ ਨੇ ਜਿਨ੍ਹਾਂ ਦੇ ਉਹ ਇੰਟਰਸਟ ਨੇਗੇ, ਯਾਨੀ ਜਿਹੜਾ ਪੋਲੀਟਿਕਸ ਦੀ ਕੁਰਸੀ 'ਤੇ ਕੋਈ ਵੀ ਆ ਕੇ ਬੈਠੂਗਾ, ਮੈਂ ਇਸ PM ਦੀ ਨਹੀਂ, ਕੋਈ ਵੀ ਜਿਹੜਾ ਉਸ ਕੁਰਸੀ 'ਤੇ ਆ ਕੇ ਬੈਠੂਗਾ ਉਹ ਸਟੇਟ ਨਹੀਂ ਚਲਾਉਂਦਾ। ਦੇਖੋ ਜੀ, ਬਹੁਤ ਸਾਫ਼ ਹੈ ਕਿ ਜਦ ਅਸੀਂ ਇੰਨੀ ਬੜੀ ਬੈਠਕ ਕਰਦੇ ਹੈਗੇ ਆ, G20 ਦੇ ਦੁਨੀਆ ਭਰ ਦੇ ਨੇਤਾ ਆਉਂਦੇ ਹੈਗੇ ਆ, ਐਂਡ ਵੀ ਵਾਂਟ ਟੂ ਕੀਪ ਦੀ ਆਰਡੀਨਰੀ ਪੀਪਲ ਆਊਟ। ਕਿਆ ਕਾਰਨ ਹੈਗਾ ਕਿ ਬਈ ਤੁਸੀਂ ਆਪਣੇ ਆਮ ਜਨਤਾ ਨੂੰ ਤੁਸੀਂ ਉਸ ਤੋਂ ਬਾਹਰ ਰੱਖਦੇ ਹੈਗੇ ਆ। ਸੋ ਜਿਹੜਾ ਨੈਰੇਟਿਵ ਹੈਗਾ ਉਹ ਆਮ ਜਨਤਾ ਦਾ ਤਾਂ ਹੈ ਨਹੀਂ, ਉਹ ਤਾਂ ਉਹਨਾਂ ਦਾ ਹੈ ਨਾ ਜਿਹੜੇ ਉਹਦੇ ਵਿੱਚ ਮਤਲਬ
ਸਪੋਰਟ ਕਰਦੇ ਹੈ ਜਾਂ ਬੈਕ ਕਰਦੇ ਉਸ ਆਈਡੀਆਜ਼ ਨੂੰ, ਉਹ ਕੌਣ ਹੈਗੇ ਆ? ਓਬਵੀਅਸਲੀ ਦੇ ਆਰ ਦੀ ਕੰਪਨੀਜ਼, ਉਹੀ ਕਾਰਪੋਰੇਸ਼ਨਸ ਹੈਗੀਆਂ, ਚਾਹੇ ਮਲਟੀਨੈਸ਼ਨਲ ਹੋਣ ਚਾਹੇ ਆਪਣੇ ਡੋਮੈਸਟਿਕ ਹੋਣ, ਉਹੀ ਇੱਕ ਨੈਰੇਟਿਵ ਬਿਲਡਅਪ ਕਰ ਰਹੇ, ਉਹੀ ਨੈਰੇਟਿਵ ਡਿਸਕਸ ਹੁੰਦਾ, ਉਹੀ ਨੈਰੇਟਿਵ ਜਿਹੜਾ ਆਸ-ਪਾਸ ਜਿਹੜਾ ਹੈਗਾ ਤੁਹਾਡਾ ਇੱਕ ਜਿਹੜਾ ਸਟੇਟਮੈਂਟ ਹੈ ਜਾਂ ਡਿਕਲੇਰੇਸ਼ਨ ਹੈ ਉਸੇ ਨੈਰੇਟਿਵ ਨਾਲ ਬਿਲਡਅਪ ਹੋ ਰਹੀ ਹੈਗੀ ਹੈ। ਤਾਂ ਕਿਤੇ ਨਾ ਕਿਤੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਬਈ ਜੋ ਸਾਡੀ ਜਿਹੜੀ ਸੋਚ ਹੈਗੀ ਇਕਨੋਮਿਕ ਗਰੋਥ ਦੀ, ਦੈਟ ਇਜ਼ ਬੀਇੰਗ ਫਿਊਲਡ ਬਾਈ ਦੀ ਕਾਰਪੋਰੇਟ ਆਈਡੀਆਜ਼, ਔਰ ਉਹ ਅਸੀਂ ਕਿਉਂਕਿ ਕੋਈ ਕੁਐਸਚਨ ਨਹੀਂ ਕਰਦਾ ਹੈਗਾ ਜਾਂ ਕੋਈ ਸਪੇਸ ਨਹੀਂ ਹੈਗੀ ਉਹਦੇ ਵਾਸਤੇ, ਕੁਐਸਚਨ ਵਾਸਤੇ ਸਪੇਸ ਵੀ ਤਾਂ ਨਹੀਂ ਹੈਗੀ ਨਾ। ਆਪਾਂ ਜੇ ਕਹਿੰਦੇ ਹਾਂ ਗੋਦੀ ਮੀਡੀਆ ਹੈ ਜਾਂ ਆਪਾਂ ਹੋਰ ਵੀ ਜਿਹੜਾ ਮੀਡੀਆ ਦੇ ਆਪਾਂ ਸਿਚੁਏਸ਼ਨ ਦੇਖ ਹੀ ਰਹੇ ਹੈਗੇ ਹਾਂ, ਉਹ ਤਾਂ ਉਹਨੂੰ ਬਲਾਈਂਡਲੀ, ਮੈਂ ਕਈ ਵਾਰ ਦੇਖਿਆ ਸਰ ਕਿ ਮੈਂ ਟੈਲੀਵਿਜ਼ਨ 'ਤੇ ਇੱਕ ਸਵਾਲ ਪੁੱਛ ਲੈਂਦਾ ਹੈਗਾ ਕਿ ਬਈ ਇਹਦਾ ਹਿਊਮਨ ਦੇ ਨਾਲ ਕੀ ਰਿਲੇਸ਼ਨ ਹੋਏਗਾ ਇਕਨੋਮਿਕ ਗਰੋਥ ਦਾ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਉਹ ਯੂ ਆਰ ਇਨਟੂ ਓਲਡ ਥਿੰਕਿੰਗ, ਓਲਡ ਕॉलोनियल थिंकिंग। ਹੁਣ ਜਦ ਮੈਂ ਇਹ ਸਵਾਲ ਕਰਦਾ ਕਿ ਵੀ ਤੁਸੀਂ ਕਾਰਪੋਰੇਟ ਦੇ 15 ਲੱਖ ਕਰੋੜ ਰੁਪਏ ਮਾਫ ਕਰਤੇ ਹੈਗੇ ਪਿਛਲੇ 10 ਸਾਲਾਂ ਵਿੱਚ, ਤਾਂ ਮੈਨੂੰ ਕਿਹਾ ਜਾਂਦਾ कि सर आप कौन से ज़माने की बात कर रहे हो? अब देखो ये सवाल पूछा जाता मैंने कि आप कौन से ज़माने की बात करिए, तो कॉलोनियल थिंकिंग थी। अब तो आप यू आर इन द मार्केट इकोनॉमी, सो मार्केट का मतलब कि अपना सारा खजाना मार्केट वास्ते खोल दईए ਅਸੀਂ। तो किते ना किते सोच ਵਿੱਚ ਆ ਗਿਆ, ਇਹ ਫਿਤਰਤ ਵਿੱਚ ਵੀ ਸਾਡੇ ਆ ਜਾਏਗਾ। ਹੁਣ ਦੇਖੋ ਨਾ, ਵਿਲਫੁਲ ਡਿਫਾਲਟਰ ਸੀਗਾ 16000 ਵਿਲਫੁਲ ਡਿਫਾਲਟਰ ਹੈ। ਵਿਲਫੁਲ ਡਿਫਾਲਟਰ ਉਹ ਹੈਗੇ ਆ ਜਿਹੜਾ ਪੈਸਾ ਦੇਣ ਦੀ ਕੈਪੈਸਿਟੀ ਵਿੱਚ ਹੈਗੇ ਆ, ਬੈਂਕਾਂ ਦਾ ਪੈਸਾ ਵਾਪਸ ਕਰ ਸਕਦੇ ਆ ਲੇਕਿਨ ਨਹੀਂ ਕਰਦੇ, ਤੁਹਾਡੀ ਬਲਾ ਤੋਂ ਕਹਿੰਦੇ ਹੈ ਨਾ ਜੀ, ਉਹ ਚੱਲਦਾ ਆਇਆ। ਅੱਜ ਅਲਟੀਮੇਟਲੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੀ ਕੀਤਾ, ਉਹ 3.5 ਲੱਖ ਕਰੋੜ ਰੁਪਇਆ ਉਹਨਾਂ ਤੋਂ ਰਿਕਵਰ ਕਰਨਾ ਸੀਗਾ, ਔਰ ਤੁਸੀਂ ਉਹਨਾਂ ਨੂੰ ਕਹਿਤਾ ਕਿ ਨਹੀਂ ਜੀ ਤੁਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰੋ ਔਰ 1 ਸਾਲ ਦੇ ਬਾਅਦ ਇਹਨਾਂ ਨੂੰ ਦੁਬਾਰਾ ਪੈਸੇ ਦੇਣਾ ਸ਼ੁਰੂ ਕਰ ਦਿਓ, ਕ੍ਰੈਡਿਟ ਦੁਬਾਰਾ ਦੇਣਾ ਸ਼ੁਰੂ ਕਰ ਦਿਓ। ਇਹ ਨੈਰੇਟਿਵ ਕਿੱਥੋਂ ਆਇਆ? ਵਾਈ ਇਜ਼ ਇਟ ਕਿ ਤੁਸੀਂ ਇੱਕ ਵਿਲਫੁਲ ਡਿਫਾਲਟਰ ਨੂੰ ਤੁਸੀਂ ਖੁੱਲੀ ਛੂਟ ਦਿੱਤੀ ਹੈ। ਇੱਕ ਬਿਜ਼ਨਸ ਹਾਊਸ ਨੂੰ ਅਸੀਂ ਦੇਖਿਆ 6500 ਰੁਪਏ 500 ਕਰੋੜ ਰੁਪਏ ਉਹਦੇ ਉੱਪਰ ਕਰਜ਼ਾ ਸੀਗਾ, ਉਹ 5000 ਕਰੋੜ ਰੁਪਏ ਦਾ ਸਿੱਧਾ ਰਾਈਟ ਆਫ ਹੋ ਜਾਂਦਾ ਹੈ। ਕਿਸੇ ਨੇ ਸਵਾਲ ਵੀ ਨਹੀਂ ਕੀਤਾ। ਕੁਛ ਟਵਿੱਟਰ 'ਤੇ ਜਾਂ ਫੇਸਬੁੱਕ 'ਤੇ ਕਿਤੇ ਗੱਲ ਹੋਈ ਹੋਏਗੀ, ਬਾਅਦ ਸਾਰੇ ਚੁੱਪ ਹੈਗੇ। ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਜ਼ ਕਿਸਾਨਾਂ ਨੂੰ ਤੁਸੀਂ ਅਗਰ 25 ਰੁਪਏ ਵੀ ਦੇਣੇ ਹੋਣ ਕਿਸੇ ਚੀਜ਼ ਦਾ ਭਾਅ बढ़ाना ਹੋਏ ਤਾਂ ਹੰਗਾਮਾ ਹੋ ਜਾਂਦਾ। ਕੰਟਰੀ ਵਿੱਚ ਡਿਬੇਟ ਹੁੰਦੀ ਹੈ ਕਿ ਜੀ ਇਨਫਲੇਸ਼ਨ ਵੱਧ ਜਾਏਗੀ, ਇਹ ਸਾਡਾ ਜਿਹੜੀ ਇਕਨੋਮੀ ਹੈਗੀ ਉਹ ਡਿਸਟੋਰਟ ਹੋ ਜਾਏਗੀ, ਸਾਰੀ ਗੱਲਾਂ ਹੁੰਦੀਆਂ। ਲੇਕਿਨ 5000 ਕਰੋੜ ਰੁਪਏ ਤੁਸੀਂ ਰਾਈਟ ਆਫ ਕਰਤਾ, 3.5 ਲੱਖ ਕਰੋੜ ਰੁਪਏ ਤੁਸੀਂ ਰਾਈਟ ਆਫ ਕਰਤਾ, ਤੁਸੀਂ 15 ਲੱਖ ਕਰੋੜ ਰੁਪਏ ਰਾਈਟ ਆਫ ਕਰਤਾ ਇਨ ਦੀ ਪਾਸਟ 10 ਈਅਰਸ। ਕੋਈ ਸਵਾਲ ਹੀ ਨਹੀਂ ਹੈਗਾ। ਅਸੀਂ ਸੋਚਦੇ ਹਾਂ ਕਿ ਇਕਨੋਮਿਕ ਗਰੋਥ ਦਾ ਰਸਤਾ ਹੈ। ਸਾਡੇ ਇੱਕ ਚੀਫ ਇਕਨੋਮਿਕ ਐਡਵਾਈਜ਼ਰ ਸਾਹਿਬ ਹੁੰਦੇ ਸੀਗੇ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜਦ ਅਸੀਂ ਕਾਰਪੋਰੇਟ ਦਾ ਲੋਨ ਰਾਈਟ ਆਫ ਕਰਦੇ ਹਾਂ ਤਾਂ ਇਟ ਲੀਡਸ ਟੂ ਇਕਨੋਮਿਕ ਗਰੋਥ। ਕਿੰਨਾ ਸੋਹਣਾ ਜਵਾਬ ਹੈ। ਤੁਸੀਂ ਦੇਖੋ, ਜਦ ਮੈਂ ਲੋਨ ਲੈਣਾ ਬੈਂਕਾਂ ਤੋਂ ਜਾਂ ਤੁਸੀਂ ਵੀ ਲੈਂਦੇ ਹੋ, ਮੋਟਰਸਾਈਕਲ ਵਾਸਤੇ ਲਓ, ਕਾਰ ਵਾਸਤੇ ਲਓ, ਤੁਸੀਂ ਕਦੀ ਡਿਫਾਲਟ ਕਰਕੇ ਦੇਖੋ ਤੁਹਾਡਾ ਕੀ ਹਾਲ ਕਰਦੇ ਹੈਗੇ ਜਾਂ ਮੇਰਾ ਕੀ ਹਾਲ ਕਰਦੇ ਹੈਗੇ ਜਾਂ ਆਪਣਾ ਸਭ ਦਾ ਕੀ ਹਾਲ ਕਰਦੇ ਹੈ। ਲੇਕਿਨ ਕਾਰਪੋਰੇਟ ਦਾ ਚੁੱਪਚਾਪ ਰਾਈਟ ਆਫ ਹੋ ਜਾਂਦਾ ਐਂਡ ਇਟ ਲੀਡਸ ਟੂ ਇਕਨੋਮਿਕ ਗਰੋਥ। ਉਹ ਇਕਨੋਮਿਕ ਗਰੋਥ ਕਾਰਪੋਰੇਟ ਦੇ ਨਾਲ ਰਾਈਟ ਆਫ ਦੇ ਨਾਲ ਕਿਉਂ ਹੁੰਦੀ, ਮੇਰੇ ਨਾਲ ਕਿਉਂ ਨਹੀਂ ਹੁੰਦੀ, ਤੁਹਾਡੇ ਨਾਲ ਕਿਉਂ ਨਹੀਂ ਹੁੰਦੀ? ਆਈ ਥਿੰਕ ਇਹ ਸਵਾਲ ਕਦੀ ਪੁੱਛੇ ਨਹੀਂ ਗਏ। ਆਪਾਂ ਮੰਨ ਕੇ ਚੱਲਦੇ ਹਾਂ ਕਿ ਨਹੀਂ ਜੀ ਉਹ ਇਕਨੋਮਿਕ ਗਰੋਥ, ਪਹਿਲੀ ਗੱਲ ਤਾਂ ਕਿਸੇ ਨੂੰ ਸਮਝ ਨਹੀਂ ਆਉਂਦਾ ਕੀ ਹੁੰਦਾ, ਤਾਂ ਉਹ ਮੰਨ ਕੇ ਚੱਲਦੇ ਹਾਂ ਕਿ ਹਾਂ ਉਹ ਇਕੋਨੋਮਿਸਟ ਸਾਹਿਬ ਨੇ ਬੋਲਿਆ ਹੈਗਾ ਤਾਂ ਉਹ ਗੱਲ ਬਿਲਕੁਲ ਠੀਕ ਹੋਏਗੀ। ਲੇਕਿਨ ਅਗਰ ਅਸੀਂ ਉਸ ਗੱਲ ਨੂੰ ਕੁਐਸਚਨ ਕਰਨਾ ਸ਼ੁਰੂ ਕਰਾਂਗੇ, ਸਵਾਲ ਖੜੇ ਕਰਾਂਗੇ, ਤਾਂ ਹੀ ਜਾ ਕੇ ਸਰ ਜਿਹਨੂੰ ਕਹਿੰਦੇ ਨੇ ਕਿ 21st ਸੈਂਚੁਰੀ ਦੀ ਜਿਹੜੀ ਇਕੋਨੋਮਿਕ ਥਿੰਕਿੰਗ ਹੈ ਉਹ ਤਾਂ ਹੀ ਆਏਗੀ ਨਾ, ਵਾਪਿਸ ਆਏਗੀ। ਜਦੋਂ ਤੁਸੀਂ ਉਸ ਇਕਨੋਮਿਕਸ ਦੀ ਗੱਲ ਕਰਦੇ ਹੋ ਤੁਹਾਨੂੰ ਕਹਿੰਦੇ ਆ ਤੁਹਾਨੂੰ ਇਕਨੋਮਿਕਸ ਨਹੀਂ ਆਉਂਦੀ। ਉਹ ਕਹਿੰਦੇ ਠੀਕ ਹੈ, ਉਹਨਾਂ ਦਾ ਫਰਜ਼। ਦੇਖੋ ਹੁਣ ਅਸੀਂ ਟਰੋਲ ਵੀ ਫੇਸ ਕਰਦੇ ਹਾਂ, ਸਾਨੂੰ ਪਤਾ ਕਿ ਬਈ ਇਹ ਟਰੋਲ ਹੈਗਾ ਇਸ ਕਰਕੇ। ਲੇਕਿਨ ਮੈਨੂੰ ਲੱਗਦਾ ਕਿ ਜਦ ਉਹੀ ਗੱਲ ਇੱਕ ਪਰਕੂਲੇਟ ਕਰਦੀ ਜਾਂਦੀ ਹੈ ਲੋਕਾਂ ਵਿੱਚ, ਔਰ ਜਦ ਲੋਕੀ ਵੀ ਉਹੀ ਗੱਲ ਰੈਜ਼ੋਨੇਟ ਕਰਨਾ ਸ਼ੁਰੂ ਕਰਦੇ ਨੇ ਜਾਂ ਰਿਪੀਟ ਕਰਨਾ ਸ਼ੁਰੂ ਕਰਦੇ ਨੇ, ਸਰਕਾਰਾਂ ਨੂੰ ਸੁਣਨਾ ਪੈਂਦਾ ਸਰ। ਐਸੀ ਗੱਲ ਨਹੀਂ ਹੈਗੀ, ਸੁਣਨਾ ਪਏਗਾ। ਪਰ ਮੇਰਾ ਮਤਲਬ ਕਿਤੇ ਨਾ ਕਿਤੇ ਤੁਹਾਡੀ ਮੇਰੀ ਜਾਂ ਆਮ ਜਨਤਾ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ ਉਹ ਦਾਅ 'ਤੇ ਲੱਗੀ ਹੋਈ ਹੈ। ਜਦ ਤੱਕ ਅਸੀਂ ਨਹੀਂ ਬੋਲਾਂਗੇ, ਨਹੀਂ ਕੁਝ ਕਰਾਂਗੇ, ਹਾਊ ਵਿਲ ਦੈਟ ਨੈਰੇਟਿਵ, ਜੋ ਆਪਾਂ ਨੈਰੇਟਿਵ ਦੀ ਗੱਲ ਕੀਤੀ, ਤੁਸੀਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਨੈਰੇਟਿਵ ਕਾਰਪੋਰੇਟਸ ਨੇ ਬਿਲਡਅਪ ਕੀਤਾ ਹੈਗਾ, ਇਹ ਤੁਸੀਂ ਕਿਹਾ ਬਿਲਕੁਲ ਠੀਕ ਕਿਹਾ ਸਰ। ਉਹ ਨੈਰੇਟਿਵ ਹੁਣ ਕਾਰਪੋਰੇਟ ਨੇ ਕੀਤਾ ਸੀਗਾ, ਸਾਡੇ ਕੋਲ ਵੀ ਸੀ। ਅਸੀਂ ਆਮ ਜਨਤਾ ਹੈਗੀ, ਮੈਜੋਰਿਟੀ ਜਨਤਾ ਅਸੀਂ ਹੈਗੇ ਹਾਂ, ਤਾਂ ਕਿਉਂ ਨਹੀਂ ਅਸੀਂ ਮੈਜੋਰਿਟੀ ਦਾ ਵੀ ਇੱਕ ਨੈਰੇਟਿਵ ਕ੍ਰੀਏਟ ਕਰੀਏ? ਉਹ ਕੌਣ ਕਰੇਗਾ? ਉਹ ਮੈਜੋਰਿਟੀ ਕਰੇਗੀ ਨਾ। ਤਾਂ ਮੈਜੋਰਿਟੀ ਹੈਜ਼ ਟੂ ਟੇਕ ਔਨ ਰਿਸਪੌਂਸਿਬਿਲਿਟੀ। ਮੇਰਾ ਮੰਨਣਾ ਹੈ ਕਿ ਹਰੇਕ ਕੋਲ ਕੁਛ ਨਾ ਕੁਛ ਐਵਨਿਊ ਹੁੰਦੇ ਆ ਜੀ। ਇਹ ਕਹਿਣਾ ਕਿ ਸਰ ਮੀਡੀਆ ਮੇਰੀ ਗੱਲ ਨਹੀਂ ਕਰ ਰਿਹਾ, ਉਹ ਪੁਰਾਣੀ ਗੱਲ ਹੋ ਗਈ ਆ। ਹੁਣ ਤਾਂ ਮੀਡੀਆ ਤੁਹਾਡੇ ਹੱਥ ਵਿੱਚ ਹੈਗਾ, ਯੂ ਹੈਵ ਸੋਸ਼ਲ ਮੀਡੀਆ ਇਨ ਯੂਰ ਹੈਂਡ। ਤੁਸੀਂ ਉਹ ਵੀ ਨਹੀਂ ਕਰਦੇ, ਤੁਸੀਂ ਪਿਕਚਰਾਂ ਦੇਖ ਲੈਂਦੇ ਹੋ, ਗਾਣੇ ਸੁਣ ਲੈਂਦੇ ਹੋਗੇ, ਤੁਸੀਂ ਜੇ ਅਸਲੀ ਗੱਲ ਕਰਨੀ ਹੈ ਉਹ ਨਹੀਂ ਕਰਦੇ। ਜੇ ਆਪਾਂ ਹਰ ਆਦਮੀ ਇੱਕ ਛੋਟਾ ਜਿਹਾ ਆਪਣਾ ਇੱਕ ਰੋਲ ਸੋਚ ਲਏ ਜਾਂ ਰਿਸਪੌਂਸਿਬਿਲਿਟੀ ਸੋਚ ਲਏ, ਯੂ ਵਿਲ ਸੀ ਅਸੀਂ ਨੈਰੇਟਿਵ ਬਦਲ ਦੇਵਾਂਗੇ। ਉਹ ਨੈਰੇਟਿਵ ਬਦਲਣ ਦੀ ਗੱਲ ਹੋ ਰਹੀ ਹੈ ਸਰ। ਉਹ ਜੋ ਤੁਸੀਂ ਕਹਿ ਰਹੇ ਸੀਗੇ ਸ਼ੁਰੂਆਤ ਵਿੱਚ, ਤੁਸੀਂ ਬਹੁਤ ਅੱਛੀ ਗੱਲ ਕਹੀ ਹੈ। ਨੈਰੇਟਿਵ ਕੰਟਰੋਲ ਦੀ ਲੜਾਈ ਹੈ ਜਿਹੜੀ, ਨੈਰੇਟਿਵ ਕੰਟਰੋਲ ਦੀ ਕਿਵੇਂ ਕਰਦਾ ਜੀ। ਤਾਂ ਨੈਰੇਟਿਵ ਸਾਡੇ ਵੀ ਹੱਥ ਵਿੱਚ ਹੈਗਾ ਨਾ। ਅਸੀਂ ਉਸ ਨੈਰੇਟਿਵ ਨੂੰ ਸਮਝਿਆ ਨਹੀਂ ਹੈਗਾ, ਜਾਣਿਆ ਨਹੀਂ ਹੈਗਾ ਕਿ ਮੇਰਾ ਵੀ ਉਹ 'ਚ ਕੁਛ ਯੋਗਦਾਨ ਹੋ ਸਕਦਾ। ਗੱਲ ਕਰੀਏ ਮੈਨ ਟੂ ਮੈਨ ਕਮਿਊਨੀਕੇਸ਼ਨ 'ਚ ਬੜੀ ਪਾਵਰਫੁਲ ਹੁੰਦੀ ਹੈ। ਬਿਲਕੁਲ ਠੀਕ ਹੈ ਸਰ। ਕਿਸੇ ਨੇ ਬੜਾ ਅੱਛਾ ਕਿਹਾ ਕਿ ਜੇ ਤੁਹਾਨੂੰ ਮੇਨ ਲਾਈਨ ਮੀਡੀਆ ਨਹੀਂ ਗੱਲ ਕਰਦਾ, ਤੁਸੀਂ ਆਪਣੇ ਆਪ ਮੀਡੀਆ ਬਣ ਜਾਓ।
ਤੁਸੀਂ ਚੌਪਾਲ ਤੇ ਬੈਠੇ ਹੋ ਪਿੰਡ ਵਿੱਚ, ਉੱਥੇ ਵੀ ਤਾਂ ਇਹ ਗੱਲਾਂ ਕਰੋ ਨਾ। ਤੁਸੀਂ ਉੱਥੇ ਗੱਲਾਂ ਕਰੋਗੇ, ਇੱਕ ਨਹੀਂ, ਦੋ ਨਹੀਂ, 10 ਬੰਦੇ ਜਿਹੜੇ ਬੈਠੇ ਆ ਉਹ ਮੈਸੇਜ ਲੈ ਕੇ ਜਾਣਗੇ ਨਾ ਜੀ। ਤਾਂ ਉਹ ਚੌਪਾਲ ਤੇ ਜਿਹੜਾ ਡਿਸਕਸ਼ਨ ਹੈ ਉਹ ਬੜਾ ਇੰਪੋਰਟੈਂਟ ਹੈ। ਜਾਂ ਕਿਸੇ ਜੇ ਆਪਾਂ ਤਾਸ਼ ਖੇਡਦੇ ਹਾਂ, ਕਿਤੇ ਮੈਂ ਦੇਖਦਾ ਸੜਕਾਂ 'ਚ ਬੈਠੇ ਹੋ ਲੋਕੀ ਤਾਸ਼ ਖੇਡ ਰਹੇ ਹੁੰਦੇ, ਨਾਲ ਇਹ ਵੀ ਨੈਰੇਟਿਵ ਅਗਰ ਆਪਾਂ ਡਿਸਕਸ ਕਰੀਏ ਤਾਂ ਲੋਕਾਂ ਵਿੱਚ ਜਾਏਗਾ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਾਡੇ ਕੋਲ ਹੈ ਨੈਰੇਟਿਵ, ਸਾਡੇ ਕੋਲ ਹੈ ਉਹ ਐਬਿਲਿਟੀ, ਲੇਕਿਨ ਆਪਾਂ ਕਿਤੇ ਉਹਨੂੰ ਟਰਾਂਸਲੇਟ ਨਹੀਂ ਕਰ ਪਾਏ। ਤੁਸੀਂ ਗੱਲ ਸੁਣਾਈ ਸੀ ਕਿ ਤੁਸੀਂ ਕਿਸੇ ਕਾਨਫਰੰਸ ਸੀਗੇ, ਉੱਥੇ ਤੁਸੀਂ ਇਹ ਕਹਿੰਦੇ ਹੋਗੇ ਅਮਰੀਕਾ ਦੇ, ਜਦੋਂ ਕਿਹਾ ਜਾਂਦਾ ਹੈਗਾ ਕਿ ਨਹੀਂ ਤਾਂ ਥਰਡ ਵਰਲਡ ਕੰਟਰੀ ਲਈ ਹੋਰ ਆਰਡਰ ਹੈ ਤੇ ਯੂਰਪ ਤੇ ਅਮਰੀਕਾ ਲਈ ਹੋਰ ਆਰਡਰ ਹੈ। ਦੇਖੋ ਬੜਾ ਇੰਟਰਸਟਿੰਗ ਸੀਗਾ। ਦੋ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ। ਇੱਕ ਵਰਲਡ ਬੈਂਕ ਦੇ ਜਾਣੇ ਮਾਨੇ ਇਕੋਨੋਮਿਸਟ ਸਾਹਿਬ ਸੀਗੇ, ਉਹ ਬਰਲਿਨ ਵਿੱਚ ਕਾਨਫਰੰਸ ਸੀਗੀ, ਮੈਂ ਵੀ ਉੱਥੇ ਸੀਗਾ। ਉਹਨਾਂ ਨੇ ਇੱਕ ਆਪਣੇ ਪ੍ਰੈਜੈਂਟੇਸ਼ਨ ਜੋ ਕਿਹਾ, ਉਹਨਾਂ ਨੇ ਕਿਹਾ ਕਿ ਬਈ ਡਿਵੈਲਪਿੰਗ ਕੰਟਰੀਜ਼ ਨੂੰ ਚਾਹੀਦਾ ਹੈਗਾ ਕਿ ਉਹ ਜਿਹੜਾ ਵੈਸਟਰਨ ਦਾ ਮਾਡਲ ਉਹਨਾਂ ਨਾਲ ਲੈਣ। ਉਹ ਇਹ ਕਰਨ ਕਿ ਬਈ ਇੰਸਟੈਡ ਆਫ ਪੁਟਿੰਗ ਸਬਸਿਡੀਜ਼ ਜਿਹੜੇ ਐਗਰੀਕਲਚਰ 'ਚ ਆਪਾਂ ਦੇਣੇ ਹੈਗੇ ਆ, ਉਹ ਜ਼ਰੂਰਤ ਨਹੀਂ ਹੈ, ਉਹ ਇਨਫੈਕਟਿਵ ਹੈ। ਬੈਸਟ ਇਫੈਕਟਿਵ ਤਰੀਕਾ ਇਹ ਹੋਏਗਾ ਕਿ ਜੇ ਤੁਸੀਂ ਉਹਨੂੰ ਰੂਰਲ ਡਿਵੈਲਪਮੈਂਟ ਵਿੱਚ ਉਹਦੇ ਨਾਲ ਤੁਸੀਂ ਇਨਫਰਾਸਟ੍ਰਕਚਰ ਕ੍ਰੀਏਟ ਕਰੋ, ਤਾਂ ਉਹਦਾ ਆਊਟਪੁੱਟ ਜਿਹੜਾ ਹੈਗਾ ਉਹ ਲੰਬੇ ਅਰਸੇ ਵਿੱਚ ਉਹਨਾਂ ਨੇ ਸਟੱਡੀਜ਼ ਵੀ ਦੱਸਿਆ। ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ ਸਰ ਅਗਰ ਇਹ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ, ਤਾਂ ਕਿਆ ਕਾਰਨ ਹੈ ਕਿ ਅਮਰੀਕਾ ਔਰ ਯੂਰਪ ਸਭ ਤੋਂ ਜ਼ਿਆਦਾ ਐਗਰੀਕਲਚਰ ਸਬਸਿਡੀਜ਼ ਤਾਂ ਅਮਰੀਕਾ ਯੂਰਪ ਦਿੰਦਾ ਹੈ। ਹਾਂਜੀ, ਅਗਰ ਉਹ ਇਨਫਰਾਸਟ੍ਰਕਚਰ ਦੀ ਗੱਲ ਹੈਗੀ ਹੈ, ਇਨਵੈਸਟਮੈਂਟ ਦੀ ਗੱਲ ਹੈ, ਉੱਥੇ ਤਾਂ ਸਾਰਿਆਂ ਕੋਲ ਟੈਲੀਫੋਨ ਲਾਈਨ ਲੱਗੀਆਂ ਹੈਗੀਆਂ, ਸੜਕਾਂ ਬਣੀਆਂ ਹੋਈਆਂ ਹੈਗੀਆਂ, ਮਾਰਕੀਟਿੰਗ ਆਊਟਲੈਟਸ ਵੀ ਹੈਗੇ, ਸਭ ਕੁਝ ਹੈਗਾ ਉੱਥੇ ਉਹਨਾਂ ਕੰਟਰੀ ਵਿੱਚ, ਫਿਰ ਉਹਨਾਂ ਨੂੰ ਸਬਸਿਡੀਜ਼ ਕੀ ਜ਼ਰੂਰਤ ਹੈ। ਤਾਂ ਉਹਦਾ ਜਵਾਬ ਮੈਨੂੰ ਮਿਲਿਆ। ਹੁਣ ਲੰਚ ਦਾ ਟਾਈਮ ਹੋ ਗਿਆ, ਇਹ ਲੰਚ ਵਿੱਚ ਡਿਸਕਸ ਕਰਾਂਗੇ। ਦੀ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਸ ਕਿ ਕਿਸ ਤਰੀਕੇ ਨਾਲ ਅਸੀਂ ਇਸ਼ੂਜ਼ ਨੂੰ ਇੱਕ ਤਰ੍ਹਾਂ ਧਕੇਲ ਦਿੰਦੇ ਹੈਗੇ ਆ ਕਿ ਜੇ ਡਿਸਕਸ ਨਾ ਹੋਣ, ਕਿ ਜੋ ਇੱਕ ਮਾਡਲ ਜਿਹੜਾ ਇਕਨੋਮਿਕ ਜਿਹੜਾ ਚੱਲਿਆ ਹੋਇਆ ਗਲੋਬਲੀ ਉਹ ਪ੍ਰੀਵੇਲ ਕਰੇ ਜਾਂ ਉਹਨੂੰ ਕੋਈ ਸਵਾਲ ਨਾ ਪੁੱਛੇ। ਹੁਣ ਇੱਕ ਹੋਰ ਵਰਲਡ ਬੈਂਕ ਦੀ ਹੁਣ ਗੱਲ ਦੱਸਾਂ, ਇੱਕ ਨੈਰੇਟਿਵ ਬਿਲਡਅਪ ਕੀਤਾ ਗਿਆ ਕਿ ਬਈ ਅਮਰੀਕਾ ਔਰ ਯੂਰਪ ਜਿਹੜੇ ਹੈਗੇ ਇੰਨੀ ਸਬਸਿਡੀਜ਼ ਦਿੰਦੇ ਆ ਐਗਰੀਕਲਚਰ ਤੇ, ਉਹ ਕਹਿੰਦੇ ਕਿ ਇਟ ਇਜ਼ ਸਿਨ, ਮਤਲਬ ਗੁਨਾਹ ਹੈਗਾ ਜਿੰਨੀ ਅਸੀਂ ਸਬਸਿਡੀ ਦਿੰਦੇ ਹਾਂ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਡਿਵੈਲਪਿੰਗ ਕੰਟਰੀਜ਼ ਆਪਣੇ ਕਿਸਾਨਾਂ ਨੂੰ ਸਬਸਿਡੀ ਦਿੰਦੇ ਜਾਣ। ਮਤਲਬ ਅਮਰੀਕਾ ਦਾ ਜਿਹੜਾ ਗੁਨਾਹ ਹੈਗਾ ਉਹ ਜਸਟੀਫਾਈਡ ਹੈਗਾ, ਲੇਕਿਨ ਜੇ ਅਸੀਂ ਕਿਤੇ ਸਬਸਿਡੀ ਦੇਤੀ ਆਪਣੇ ਕਿਸਾਨਾਂ ਨੂੰ ਤਾਂ ਉਹ ਅਨਜਸਟੀਫਾਈਡ ਹੈਗਾ। ਹੁਣ ਇਹ ਸੋਚ ਹੈ ਨਾ, ਇਹ ਥਿੰਕਿੰਗ ਹੈ, ਔਰ ਸਾਡੇ ਦੇਸ਼ ਦੇ ਇਕੋਨਮਿਸਟ ਉਹਨੂੰ ਸਪੋਰਟ ਕਰਦੇ ਹੈ। ਜੇ ਸਾਡੇ ਦੇਸ਼ ਦੇ ਇਕੋਨਮਿਸਟ ਉਸ ਗੱਲ ਨੂੰ ਸਪੋਰਟ ਕਰਦੇ, ਅਸੀਂ ਨੈਰੇਟਿਵ ਨੂੰ ਤਾਂ ਬਦਲਿਆ ਨਹੀਂ ਨਾ ਨੈਰੇਟਿਵ ਨੂੰ ਕੁਐਸਚਨ ਕੀਤਾ। ਜੇ ਆਪਾਂ ਉਹਨੂੰ ਕੁਐਸਚਨ ਕਰੀਏ ਕਿ ਬਈ ਕਿਆ ਕਾਰਨ ਹੈ ਕਿ ਤੁਹਾਡਾ ਸਿਨ ਜਿਹੜਾ ਹੈਗਾ ਉਹ ਤਾਂ ਤੁਸੀਂ ਕਹਿੰਦੇ ਹੋ ਕਿ ਬੜਾ ਮਤਲਬ ਕੀ ਕਹਿੰਦੇ ਤੁਹਾਡੀ ਰਿਸਪੌਂਸਿਬਲ ਰੋਲ ਹੈਗਾ, ਤੁਸੀਂ ਉਹ ਕਰ ਰਹੇ ਹੋਗੇ, ਸਾਡਾ ਜਿਹੜੀ ਗਲਤੀ ਅਸੀਂ ਕਰ ਰਹੇ ਹੈਗੇ ਆ ਤਾਂ ਉਹ ਜਿਹੜਾ ਹੈਗਾ ਗੁਨਾਹ ਹੋ ਗਿਆ। ਮੇਰਾ ਮੰਨਣਾ ਹੈ ਕਿ ਨਹੀਂ, ਅਸੀਂ ਵੀ ਉਹੀ ਸਿਨ ਜਿਹੜਾ ਹੈਗਾ, ਐਂਡ ਆਈ ਫੀਲ ਪ੍ਰਾਊਡ ਕਿ ਅਸੀਂ ਆਪਣੇ ਕਿਸਾਨਾਂ ਨੂੰ ਸਬਸਿਡੀ ਦਿੰਦੇ ਹੈਗੇ ਆ, ਕਿਉਂਕਿ ਉਹ ਢਾਂਚੇ ਵਿੱਚ ਅਸੀਂ ਦੇਖਣਾ ਹੈਗਾ ਕਿ ਹਾਊ ਟੂ ਮੇਕ ਫਾਰਮਿੰਗ ਏ ਵਾਇਬਲ ਪ੍ਰੋਪੋਜੀਸ਼ਨ। ਪਰ ਜੋ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਜਿੱਥੇ ਮੈਂ ਇਕਨੋਮਿਕਸ ਦਾ ਸਟੂਡੈਂਟ ਹਾਂ ਗ੍ਰੈਜੂਏਸ਼ਨ ਦਾ, ਹੈ ਨਾ, ਤਾਂ ਮੈਂ ਉੱਥੇ ਦੇਖਦਾ ਹੁੰਦਾ ਸੀ ਹੁਣ ਜਿਹੜੀ ਇਕਨੋਮਿਕਸ ਸਾਨੂੰ ਪੜ੍ਹਾਈ ਜਾ ਰਹੀ ਹੈਗੀ ਉਹਦੇ 'ਚ ਤਾਂ ਉਹੀ ਮਾਡਲ ਪ੍ਰਚਾਰਿਆ ਜਾ ਰਿਹਾ ਨਾ। ਉਹ ਤਾਂ ਵੱਖਰੀ ਗੱਲ ਹੈ, ਕਿਉਂਕਿ ਮੈਂ ਆਪਦੇ ਮੇਰੇ ਇੰਟਰਸਟ ਸੀ, ਮੈਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕੀਤਾ, ਮੇਰੇ ਇੰਟਰਸਟ ਪੈਦਾ ਹੋਏ ਕਿ ਇਕਨੋਮਿਕਸ ਕੀ ਹੁੰਦੀ ਹੈ, ਜੋ ਸਾਨੂੰ ਪੜ੍ਹਾਈ ਜਾ ਰਹੀ ਹੈ ਇਹ ਇਕਨੋਮਿਕਸ ਹੈ ਜਾਂ ਇਕਨੋਮਿਕਸ ਕੁਛ ਹੋਰ ਹੈਗੀ, ਜਿਹੜੀ ਇਨਫਲੇਸ਼ਨ ਆ ਇਹਦੀ ਗੱਲ ਕਿਵੇਂ ਜੁੜਦੀ ਹੈ। ਮਤਲਬ ਮੈਂ ਸਾਰੀਆਂ ਗੱਲਾਂ, ਜਦੋਂ ਮੈਂ ਥੋੜ੍ਹਾ ਜਿਹਾ ਇਕਨੋਮਿਕਸ ਬਹੁਤ ਟਫ ਸੀਗੀ ਪਰ ਮੇਰੀ ਆਦਤ ਸੀਗੀ ਚੀਜ਼ਾਂ ਨੂੰ ਸਮਝਣ ਦੀ ਗ੍ਰੈਜੂਏਸ਼ਨ 'ਚ, ਤਾਂ ਜਦੋਂ ਇਹ ਪੂਰੇ ਮਾਡਲ 'ਚ ਹੀ ਜਿਹੜੀ ਪੜ੍ਹਾਈ ਹੈ ਸਾਰੀ ਉਹ ਇਕਨੋਮਿਕਸ ਦੀ ਪਈ ਹੈਗੀ, ਤੇ ਵੀ ਤਾਂ ਇੱਕ ਚੈਲੰਜ ਆ ਨਾ। ਤੁਹਾਡੇ ਵਰਗੇ ਅਲਟਰਨੇਟਿਵ ਜਿਹੜੇ ਇਕਨੋਮਿਸਟ ਹੋਣਗੇ ਉਹ ਤਾਂ ਆਪਦੀ ਗੱਲ ਨਾਲ ਪੈਦਾ ਹੋਣਗੇ, ਜਾਂ ਮੇਰੇ ਵਰਗਾ ਕੋਈ ਰੀਥਿੰਕ ਕਰ ਲੂਗਾ ਤਾਂ ਅਦਰ ਚੀਜ਼ਾਂ ਪੜ੍ਹ ਕੇ ਕਰੂਗਾ ਨਾ ਕਿ ਦੁਨੀਆ ਦੇ ਅਦਰ ਸਪੇਸ 'ਚ ਕੀ ਹੋ ਰਿਹਾ। ਪਰ ਜਿਹੜੀ ਪੜ੍ਹਾਈ ਹੋ ਰਹੀ ਹੈ ਇਸ ਟਾਈਮ, ਜਿੱਥੇ ਵੀ ਹੋ ਰਹੀ ਹੋਵੇ ਇਕਨੋਮਿਕਸ ਪੜ੍ਹਾਈ ਜਾ ਰਹੀ ਹੋਊਗੀ, ਸਾਡੀਆਂ ਯੂਨੀਵਰਸਿਟੀਆਂ, ਸਾਡੇ ਕਾਲਜਾਂ 'ਚ, ਸਾਡਾ ਪੂਰਾ ਐਜੂਕੇਸ਼ਨ ਸਿਸਟਮ ਦੀ ਇਕਨੋਮਿਕਸ ਆ ਜਿਹੜੀ ਉਹ ਤਾਂ ਇਸੇ ਨੂੰ ਹੀਲ ਕਰਦੀ ਹੈ ਨਾ। ਮੈਂ ਤੁਹਾਡਾ ਬਿਲਕੁਲ ਐਗਰੀ ਕਰਦਾ ਸਰ। ਜੋ ਮੈਂ ਇਕਨੋਮਿਕਸ 101 'ਚ ਪੜ੍ਹਿਆ ਜਾਂ ਤੁਸੀਂ ਇਕਨੋਮਿਕਸ 101 'ਚ ਪੜ੍ਹਿਆ ਹੈਗਾ, ਜਾਂ ਤੁਸੀਂ ਤਾਂ ਖਲੇ ਬਹੁਤ ਯੰਗ ਹੋ ਤੋਂ ਸ਼ੁਰੂ ਹੋ ਕੇ ਬਸ ਉਹ ਸਾਰੀ ਕਹਾਣੀ ਡਿਮਾਂਡ ਐਂਡ ਸਪਲਾਈ ਦੇ ਉੱਤੇ ਆ ਕੇ ਰੋਕ ਦਿੰਦੇ ਨੇਗੇ, ਕੀਨਸ ਦੇ ਉੱਤੇ। ਬਿਲਕੁਲ ਠੀਕ ਹੈ ਜੀ। ਇਕਨੋਮਿਕਸ 101 ਜਿਹੜਾ ਅਸੀਂ ਪੜ੍ਹਿਆ ਹੈਗਾ ਉਹ ਇੱਕ ਤਰ੍ਹਾਂ ਦਾ ਇੱਕ ਸਿੰਬੋਲਿਕ ਸਾਡੇ ਵਾਸਤੇ ਟ੍ਰੇਨਿੰਗ ਦੇ ਮੋਡਿਊਲ ਦੀ ਗੱਲ ਮੈਂ ਕਰ ਰਿਹਾ ਹੈਗਾ। ਉਹ ਸਾਨੂੰ ਇਹ ਸਿਖਾਉਂਦਾ ਹੈਗਾ ਕਿ ਬਈ ਇਹ ਕੋਈ ਹੋਰ ਆਲਟਰਨੇਟਿਵ ਤੁਹਾਡੇ ਕੋਲ ਨਹੀਂ ਹੈਗਾ, ਇੱਕ ਗੱਲ। ਦੂਜੀ ਗੱਲ ਹੈ ਕਿ ਬਈ ਇੱਕ ਗਰੋਥ ਜਿਹੜੀ ਹੈਗੀ ਹੈ ਉਹ ਦੇ ਫੀਲ ਕਿ ਬਈ ਇਨਫਾਈਨਾਈਟ ਗਰੋਥ ਹੈਗੀ ਹੈ ਇਹ ਵਿਦ ਰਿਸੋਰਸਿਸ ਜਿਹੜਾ ਪਲੈਨਟ 'ਤੇ ਹੈਗੇ ਆ, ਇੱਕ ਗੱਲ ਤਾਂ ਇਹ ਹੈਗੀ ਹੈ। ਲੇਕਿਨ ਇੰਟਰਸਟਿੰਗਲੀ ਉਹੀ ਸਾਨੂੰ ਪੜ੍ਹਾਇਆ ਗਿਆ ਪਾਠ ਹਰ ਵਾਰੀ। ਮੈਂ ਇਕਨੋਮਿਸਟ ਨਹੀਂ ਹੈਗਾ, ਮੈਨੂੰ ਕਿਹਾ ਜਾਂਦਾ ਹੈ ਕਿ ਮੈਂ ਐਗਰੀਕਲਚਰ ਇਕਨੋਮਿਸਟ ਹਾਂ, ਬੇਸਿਕਲੀ ਇਕਨੋਮਿਸਟ ਦੀ ਟ੍ਰੇਨਿੰਗ ਮੇਰੀ ਨਹੀਂ ਹੈਗੀ ਹੈ। ਮੈਨੂੰ ਰੱਖਿਆ ਲੋਕਾਂ ਵਿੱਚ ਬੈਠ ਕੇ, ਲੋਕਾਂ ਦੀ ਜਿਹੜੀ ਇਕਨੋਮਿਕਸ ਨੂੰ ਸਮਝ ਕੇ ਤੁਸੀਂ ਆਪਣੇ ਆਪ ਨੂੰ ਉਹ ਕਰ ਸਕਦੇ ਹੋ, ਉਸ ਲੈਵਲ 'ਤੇ ਲੈ ਕੇ ਆ ਸਕਦੇ ਹੋ ਕਿ ਤੁਸੀਂ ਉਹ ਜਿਹੜਾ ਮਾਡਲ ਹੈ ਉਹਨੂੰ ਹੀ ਤੁਸੀਂ ਅਲਟੀਮੇਟਲੀ ਦੁਬਾਰਾ ਦੇਖਣਾ ਸ਼ੁਰੂ ਕਰਤਾ। ਸਾਰੀ ਗੱਲ ਇਹੀ ਹੈ ਸਰ, ਹਰ ਜਗ੍ਹਾ ਮੈਂ ਕੋਸ਼ਿਸ਼ ਕਰਦਾ ਕਹਿਣ ਦੀ ਕਿ ਇਕਨੋਮਿਕ ਡਿਜ਼ਾਈਨ ਨੂੰ ਸਮਝੋ।
ਤੁਸੀਂ ਇਕਨੋਮਿਕ ਡਿਜ਼ਾਈਨ ਨੂੰ ਜਦ ਤੱਕ ਨਹੀਂ ਸਮਝੋਗੇ, ਤੁਹਾਨੂੰ ਨਹੀਂ ਸਮਝ ਆਉਂਦਾ ਕਿ ਮੇਰਾ ਨਾਲ ਮੇਰੇ ਸਵਰਨ ਸਿੰਘ ਕਿਸਾਨ ਹੈਗਾ, ਉਹ ਕਿਉਂ ਮਰ ਗਿਆ ਹੈਗਾ, ਆਤਮ ਹੱਤਿਆ ਕੀਤੀ ਹੈ, ਬੇਅੰਤ ਸਿੰਘ ਨੇ ਕਿਉਂ ਉਹਦੀ ਖੇਤੀ ਚੋਂ ਮੁਨਾਫਾ ਨਹੀਂ ਹੋ ਰਿਹਾ ਹੈਗਾ, ਤਾਂ ਹੀ ਤੁਹਾਨੂੰ ਸਮਝ ਆਏਗਾ ਜੇ ਆਪਾਂ ਬੜੇ ਇਕਨੋਮਿਕ ਡਿਜ਼ਾਈਨ 'ਚ ਵੀ ਦੇਖੀਏ। ਸਰ ਮੇਰਾ ਇਹ ਮੰਨਣਾ ਹੈਗਾ, ਐਂਡ ਆਈ ਐਮ ਸ਼ੋਰ ਦੇ ਵਿਲ ਬੀ ਲੋਟ ਆਫ ਪੀਪਲ ਜਿਹੜੇ ਐਗਰੀ ਕਰਨਗੇ, ਜਿਹੜੇ ਦੁਨੀਆ ਵਿੱਚ ਅਮੀਰ ਬਣੇ ਹੈਗੇ ਆ, ਉਹ ਇਸ ਕਰਕੇ ਅਮੀਰ ਨਹੀਂ ਬਣੇ ਕਿ ਉਹਨਾਂ 'ਚ ਕੋਈ ਬਹੁਤ ਬੜਾ ਟੈਲੈਂਟ ਸੀਗਾ ਜਾਂ ਉਹਨਾਂ ਨੇ ਕੋਈ ਬੜਾ ਐਸਾ ਕੰਮ ਕੀਤਾ ਹੋਏਗਾ। ਸਰ ਉਹ ਇਸ ਕਰਕੇ ਅਮੀਰ ਬਣੇ ਕਿ ਅਸੀਂ ਉਹਨਾਂ ਨੂੰ ਡੈਲੀਬਰੇਟਲੀ ਪਲੇਟ 'ਤੇ ਪੈਸਾ ਦਿੱਤਾ ਹੈਗਾ। ਜਦ ਅਸੀਂ 15 ਲੱਖ ਕਰੋੜ ਰੁਪਏ ਮਾफ़ ਕਰਦੇ ਹੈਗੇ, ਕਦੀ ਸੋਚਿਆ ਹੈਗਾ ਕਿ ਜਿਸ ਬੰਦੇ ਦਾ ਹਜ਼ਾਰਾਂ ਕਰੋੜ ਜਾਂ ਮਾफ़ ਹੋ ਗਿਆ ਹੈਗਾ, ਉਹਦੀ ਲਾਈਫ ਨੂੰ ਕਿੰਨਾ ਬੜਾ ਸਪੋਰਟ ਮਿਲਿਆ ਹੈਗਾ। ਜਦ ਅਸੀਂ 25 ਰੁਪਏ ਜਿਹਨੂੰ बढ़ाना ਹੈਗਾ, ਉਹਨੂੰ ਅਸੀਂ ਚੈਲੰਜ ਕਰਦੇ ਹਾਂ, ਕਹਿੰਦੇ ਕਿ ਤੁਸੀਂ ਡਿਜ਼ਰਵ ਨਹੀਂ ਕਰਦੇ, ਤਾਂ ਅਸੀਂ ਦੇਖੋ ਇੱਕ ਬੰਦਾ ਜਿਹਨੂੰ ਕਿ ਇਨਸੈਂਟਿਵ ਉਹ ਮਿਲਣਾ ਚਾਹੀਦਾ ਸੀਗਾ, ਉਹ ਦਿੱਤਾ ਨਹੀਂ ਹੈਗਾ, ਡਿਪਰਾਈਵ ਕੀਤਾ ਹੈਗਾ। ਜਿਸ ਬੰਦੇ ਨੂੰ ਨਹੀਂ ਮਿਲਣਾ ਚਾਹੀਦਾ, ਉਸਨੂੰ ਅਸੀਂ ਇੰਨਾ ਬੜਾ ਤੋਹਫਾ ਹੀ ਦਿੱਤਾ ਨਾ, ਪਲੇਟ 'ਤੇ ਆਫਰ ਕਰਤਾ ਨਾ ਉਹਨੂੰ, ਉਹ ਪਲੇਟ 'ਤੇ ਆਫਰ ਕੀਤਾ, ਉਹਦਾ ਤਾਂ ਇਨਕਮ बढ़ਦੀ ਜਾਣੀ ਹੈ ਨਾ। ਹੁਣ ਤੁਸੀਂ ਤੁਹਾਨੂੰ ਸਟੱਡੀ ਮੈਂ ਦੱਸਣਾ ਚਾਹੁੰਦਾ, ਬੜੀ ਇੰਟਰਸਟਿੰਗ ਸਟੱਡੀ ਹੈ ਜੀ। ਲੰਡਨ ਸਕੂਲ ਆਫ ਇਕਨੋਮਿਕਸ ਦੁਨੀਆ ਦਾ ਮੰਨਿਆ ਹੋਇਆ ਇੱਕ ਸਕੂਲ ਹੈ ਨਾ, ਲੰਡਨ ਸਕੂਲ ਆਫ ਇਕਨੋਮਿਕਸ ਔਰ ਕਿੰਗਸ ਕਾਲਜ ਨੇ ਇੱਕ ਸਟੱਡੀ ਕੀਤੀ। ਉਹਨਾਂ ਦੀ ਸਟੱਡੀ ਕਹਿੰਦੀ ਹੈ, ਉਹਨਾਂ ਨੇ 50 ਸਾਲ ਦੁਨੀਆ ਦੇ 18 ਰਿਚੈਸਟ ਕੰਟਰੀਜ਼ ਦਾ ਉਹਨਾਂ ਨੇ ਟੈਕਸ ਜਿਹੜਾ ਮਾਫੀ ਦਾ ਜਿਹੜਾ ਸਟਰਕਚਰ ਹੈ, ਉਹਨੂੰ ਸਟੱਡੀ ਕੀਤਾ। ਇਹ ਰਿਪੋਰਟ ਆਈ ਹੈ ਉਹਨਾਂ ਦੀ 2015 ਤੱਕ, ਯਾਨੀ 1965 ਤੋਂ ਲੈ ਕੇ 2015 ਤੱਕ ਇਹਨਾਂ ਨੇ 50 ਸਾਲ ਦੇ ਪੀਰੀਅਡ ਵਿੱਚ ਸਟੱਡੀ ਕੀਤਾ। 18 ਦੇਸ਼, ਜਿਹਦੇ ਵਿੱਚ ਅਮਰੀਕਾ ਵੀ ਹੈ, ਯੂਰਪ ਵੀ ਹੈ, OECD ਕੰਟਰੀਜ਼ ਦੀ ਗੱਲ ਕਰ ਰਿਹਾ, ਸੌਰੀ ਯੂਰਪ ਨਹੀਂ, UK ਹੈ, ਹਾਂਜੀ ਦੋਨੋਂ ਹੈਗੇ ਆ। ਇਹਨਾਂ ਦੇ ਕੀ ਐਨਾਲਿਸਿਸ ਕੀ ਨਿਕਲਿਆ, ਅਸੀਂ ਇਹ ਮੰਨਦੇ ਹਾਂ ਕਿ ਜਿੰਨੇ ਟੈਕਸ ਕੰਸੈਸ਼ਨ ਅਸੀਂ ਕਾਰਪੋਰੇਟ ਨੂੰ ਦੇਵਾਂਗੇ, ਜਿੰਨੇ ਕਰਜ਼ੇ ਮਾਫ ਕਰਦੇ ਆ ਕਾਰਪੋਰੇਟਸ ਦੇ, ਜਾਂ ਉਹਨਾਂ ਨੂੰ ਹੋਰ ਸਹੂਲਤਾਂ ਦੇਣੇ ਹੈਗੇ ਆ, ਤਾਂ ਉਹ ਟ੍ਰਿਕਲ ਡਾਊਨ ਹੁੰਦਾ ਹੈਗਾ, ਤੁਹਾਡਾ ਅਨਇੰਪਲੋਇਮੈਂਟ ਘਟੇਗਾ, ਤੁਹਾਡਾ ਐਕਸਪੋਰਟ बढ़ेगा, ਇੰਡਸਟਰੀਅਲ ਆਊਟਪੁੱਟ बढ़ेगा। ਆਪਾਂ ਨੂੰ ਸਾਰੀ ਗੱਲਾਂ ਦੱਸੀਆਂ ਗਈਆਂ। ਉਹ ਸਟੱਡੀ ਕਹਿੰਦੀ ਹੈ ਸਰ ਕਿ 50 ਸਾਲ ਦੇ ਅਧਿਐਨ ਤੋਂ ਬਾਅਦ ਇੱਕ ਚੀਜ਼ ਪਤਾ ਚੱਲੀ ਕਿ ਉਹ ਜਿਹੜਾ ਕੱਟ ਸੀਗੇ, ਟੈਕਸ ਕੱਟ ਸੀਗੇ ਜਾਂ ਟੈਕਸ ਕੰਸੈਸ਼ਨ ਦਿੱਤੇ ਗਏ, ਉਹ ਇੱਕੋ ਕਮਿਊਨਿਟੀ ਨੂੰ ਬੈਨੀਫਿਟ ਕੀਤਾ, ਉਹ ਰਿਚ। ਦੇਖੋ ਤੁਹਾਡੇ ਸਾਹਮਣੇ ਹੈ ਸਟੱਡੀ। ਲੇਕਿਨ ਤੁਸੀਂ ਅੱਜ ਵੀ ਦੇਖ ਲਓ, ਚਾਹੇ ਅਮਰੀਕਾ ਦੇ ਡੋਨਲਡ ਟਰੰਪ ਦਾ ਪੀਰੀਅਡ ਸੀਗਾ, ਜਾਂ ਸਾਡਾ ਵੀ ਜਿਹੜਾ ਪੀਰੀਅਡ ਅੱਜ ਵੀ ਚੱਲ ਰਿਹਾ, ਉਹ ਪੀਰੀਅਡ ਕਿ ਅਸੀਂ ਕਾਰਪੋਰੇਟ ਨੂੰ ਰਿਆਇਤਾਂ ਦਿੰਦੇ ਜਾਂਦੇ ਹਾਂ, ਟੈਕਸ ਕੱਟ ਦਿੰਦੇ ਜਾਂਦੇ ਹਾਂ, ਇਹ ਕਹਿ ਕੇ ਕਿ ਇਹਦੇ ਨਾਲ ਇਕਨੋਮਿਕ ਗਰੋਥ ਹੋਏਗੀ। ਉਹ ਤਾਂ ਸਟੱਡੀ ਕਹਿੰਦੀ ਹੈ ਕਿ 50 ਸਾਲ ਵਿੱਚ ਇੱਕੋ ਇੱਕ ਸੈਗਮੈਂਟ ਦੀ ਗਰੋਥ ਹੋਈ ਹੈ, ਉਹ ਰਿਚ ਜਿਹੜੇ ਸੀਗੇ ਉਹਨਾਂ ਦੀ ਗਰੋਥ ਹੋਈ ਹੈ। ਕਿਆ ਦੁਨੀਆ ਉਹਨੂੰ ਫੋਲੋ ਕਰਨ ਤਿਆਰ ਹੈ? ਨਹੀਂ। ਉਹ ਨੈਰੇਟਿਵ ਕਿਤੇ ਦਬਾਤਾ ਗਿਆ। ਮੇਰਾ ਮੰਨਣਾ ਹੈ ਕਿ ਲੰਡਨ ਸਕੂਲ ਆਫ ਇਕਨੋਮਿਕਸ ਦੀ ਜਿਹੜੀ ਸਟੱਡੀ ਹੈ, ਇਟ ਕੁਡ ਹੈਵ ਫਾਰਮਡ ਅ ਬਿਗਰ ਨੈਰੇਟਿਵ ਗਲੋਬਲੀ, ਲੇਕਿਨ ਕਿਤੇ ਅਸੀਂ ਫੇਲ ਕਰ ਗਏ। ਉਹਨੂੰ ਫੇਲ ਕਰ ਗਏ ਕਿਉਂਕਿ ਸਾਨੂੰ ਸਮਝ ਨਹੀਂ ਆਇਆ, ਸਾਨੂੰ ਦੱਸਿਆ ਨਹੀਂ ਗਿਆ, ਜਾਂ ਤਾਂ ਇਹ ਵੀ ਹੋ ਸਕਦਾ ਹੈ। ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲਿਆ ਕਿ ਜਿਹੜਾ ਉਹ ਨੈਰੇਟਿਵ ਹੈਗਾ ਕਿ ਪੈਸਾ ਉਹਨਾਂ ਕੋਲ ਨਹੀਂ ਜਾਣਾ ਚਾਹੀਦਾ, ਪੈਸਾ ਆਮ ਜਨਤਾ ਕੋਲ ਆਉਣਾ ਚਾਹੀਦਾ। ਹੁਣ ਇੱਕ ਹੋਰ ਨੈਰੇਟਿਵ ਦੇਖੋ ਸਰ, 2009 ਦੇ ਇਕਨੋਮਿਕ ਕ੍ਰਾਈਸਿਸ ਹੋਇਆ ਸੀਗਾ। 2009 ਦੇ ਇਕਨੋਮਿਕ ਕ੍ਰਾਈਸਿਸ ਵਿੱਚ ਉਹਦੇ ਬਾਅਦ ਪ੍ਰਿੰਟਿੰਗ ਸਰਪਲਸ ਮਨੀ ਜਿਹਨੂੰ ਕਹਿੰਦੇ ਆ, ਉਹ ਛਾਪ ਰਿਹਾ ਸੈਂਟਰਲ ਬੈਂਕਸ ਦੁਨੀਆ ਦੇ ਜਿਹੜੇ ਬੜੇ ਹੈਗੇ ਆ, ਉਹਨਾਂ ਵਿੱਚ ਉਹਨਾਂ ਨੇ ਤਕਰੀਬਨ $30 ਟ੍ਰਿਲੀਅਨ ਸਰ, ਬਿਲੀਅਨ ਦੀ ਗੱਲ ਨਹੀਂ ਮੈਂ ਕਰ ਰਿਹਾ, $30 ਟ੍ਰਿਲੀਅਨ ਸਰਪਲਸ ਮਨੀ ਛਾਪੀ ਹੈਗੀ। ਉਹ ਕਿੱਥੇ ਗਈ ਹੈ? ਉਹ ਅਮੀਰਾਂ ਦੀ ਜੇਬ 'ਚ ਗਈ ਹੈਗੀ ਹੈ। ਬਾਈ ਵੇ ਆਫ ਦੀ ਜਿਹੜਾ ਆਪਣਾ ਸਟਾਕ ਐਕਸਚੇਂਜ ਹੈ, ਉਹ ਉਹਨਾਂ ਦੀ ਅਮੀਰਾਂ ਦੀ ਜੇਬ ਵਿੱਚ ਗਈ ਹੈ। ਕਦੀ ਕਿਸੇ ਨੇ ਸਵਾਲ ਕੀਤਾ ਕਿ $30 ਟ੍ਰਿਲੀਅਨ ਦੁਨੀਆ ਵਿੱਚ ਗਰੀਬੀ ਮਿਟਾਉਣ ਵਾਸਤੇ ਤੁਹਾਨੂੰ ਵਰਲਡ ਬੈਂਕ ਕਹਿੰਦਾ ਹੈ, ਬਰੁਕਿੰਸ ਇੰਸਟੀਚਿਊਟ ਕਹਿੰਦਾ ਹੈ, $100 ਬਿਲੀਅਨ ਚਾਹੀਦੇ। $100 ਬਿਲੀਅਨ ਤੁਹਾਡੇ ਕੋਲ ਨਹੀਂ ਹੈਗੇ, ਪਰ ਤੁਹਾਡੇ ਕੋਲ $30 ਟ੍ਰਿਲੀਅਨ ਹੈਗੇ। ਆਪਾਂ ਇਹਨੂੰ ਕੁਆਂਟੀਟੇਟਿਵ ਈਜ਼ਿੰਗ ਕਹਿੰਦੇ ਹਾਂ ਟੈਕਨੀਕਲੀ। ਸਰ ਉਹ ਕੁਆਂਟੀਟੇਟਿਵ ਈਜ਼ਿੰਗ ਲੋਕਾਂ ਵਾਸਤੇ ਕਿਉਂ ਨਹੀਂ ਹੋ ਸਕਦੀ? ਲੇਕਿਨ ਨੈਰੇਟਿਵ ਦੇਖੋ, ਉਹ ਕਹਿੰਦੇ ਜੀ ਲੋਕਾਂ ਨੂੰ ਜੋ ਪੈਸਾ ਦਿੱਤਾ ਗਿਆ ਤਾਂ ਫਿਰ ਇਨਫਲੇਸ਼ਨ बढ़ ਜਾਏਗੀ। ਦੇਖੋ ਨਾ ਕਿੰਨਾ ਸੋਹਣਾ ਨੈਰੇਟਿਵ ਬਣਾਇਆ ਕਿ ਲੋਕਾਂ ਨੂੰ ਪੈਸਾ ਦਿੱਤਾ ਗਿਆ ਤਾਂ ਉਹ ਇਨਫਲੇਸ਼ਨ बढ़ ਜਾਏਗੀ, ਅਮੀਰਾਂ ਨੂੰ ਦਿੱਤਾ ਗਿਆ ਤਾਂ ਉਹ ਗਰੋਥ ਹੋਏਗੀ, ਉਹ ਟ੍ਰਿਕਲ ਡਾਊਨ ਹੋਏਗੀ। ਹੁਣ ਤੁਹਾਡੇ ਸਾਹਮਣੇ ਹੈ ਨੈਰੇਟਿਵ। ਹੁਣ ਚਾਈਨਾ ਦੇ ਰਾਸ਼ਟਰਪਤੀ ਨੇ ਕੀ ਕਿਹਾ ਹੈਗਾ, ਹੁਣ ਇਹ ਵੀ ਦੇਖੋ, G20 ਦੇ ਕੰਟੈਕਸਟ ਵਿੱਚ ਉਹਨਾਂ ਨੇ ਕਿਤੇ ਕਿਹਾ ਹੈਗਾ ਕਿ ਜਦ ਅਸੀਂ ਆਮ ਆਦਮੀ ਨੂੰ ਪੈਸਾ ਦੇਣਾ ਸ਼ੁਰੂ ਕਰਾਂਗੇ ਤਾਂ ਉਹ ਸੁਸਤ ਹੋ ਜਾਏਗਾ। ਦੇਖੋ ਨਾ, ਇਹ ਕਾਰਪੋਰੇਟ ਥਿੰਕਿੰਗ ਹੈ ਨਾ ਕਿ ਆਮ ਆਦਮੀ ਕੋਲ ਅਗਰ ਪੈਸਾ ਦੇਵਾਂਗੇ ਤਾਂ ਉਹ ਸੁਸਤ ਹੋ ਜਾਏਗਾ, ਕੰਮ ਨਹੀਂ ਕਰੇਗਾ। ਕਾਰਪੋਰੇਟ ਨੂੰ ਦਿਓਗੇ ਪੈਸਾ, ਉਹੀ ਤਾਂ ਚੁਸਤ ਹੋ ਜਾਏਗਾ। ਇਹੀ ਮਤਲਬ ਹੋਇਆ ਨਾ। ਲੇਕਿਨ ਤੁਹਾਡੇ ਸਾਹਮਣੇ ਮੈਂ ਲੰਡਨ ਸਕੂਲ ਆਫ ਇਕਨੋਮਿਕਸ ਦੀ ਸਟੱਡੀ ਦੱਸੀ ਹੈ, ਉਹ ਕਹਿੰਦਾ ਕਿ 50 ਸਾਲ ਵਿੱਚ ਇੱਕੋ ਹੀ ਕਲਾਸ ਚੁਸਤ ਹੋਈ ਹੈ, ਉਹ ਅਮੀਰ ਹੋਏ ਹੈ। ਇਸ ਕਰਕੇ ਨਹੀਂ ਕਿ ਬੜੇ ਟੈਲੈਂਟਡ ਸੀਗੇ, ਕਿਉਂਕਿ ਤੁਸੀਂ ਉਹਨਾਂ ਨੂੰ ਪੈਸਾ ਜੇਬ 'ਚ ਪਾਤਾ। ਹਾਂਜੀ, ਹੁਣ ਇਹ ਜਿਹੜੀ ਗੱਲ ਹੈਗੀ, ਇਹ ਨੈਰੇਟਿਵ ਨਹੀਂ ਬਣਨਾ ਚਾਹੀਦਾ। ਅਗਰ ਇਹ ਨੈਰੇਟਿਵ ਬਣਦਾ ਹੈ, ਮੇਰਾ ਮੰਨਣਾ ਹੈ ਕਿ ਦੁਨੀਆ ਦੀ ਜਿਹੜਾ ਇਕਨੋਮਿਕ ਡਿਜ਼ਾਈਨ ਹੈ, ਉਹਦੇ ਉੱਪਰ ਇੱਕ ਤਰ੍ਹਾਂ ਦਾ ਅਸੀਂ ਸਵਾਲ ਖੜਾ ਕਰਾਂਗੇ, ਔਰ ਇਕਨੋਮਿਕ ਡਿਜ਼ਾਈਨ ਨੂੰ ਬਦਲਣਾ ਪਏਗਾ। ਪਰ ਉਹ ਬਦਲਾਂਗੇ ਤਾਂ ਹੀ ਨਾ, ਜੇ ਮੈਂ ਔਰ ਤੁਸੀਂ ਜਾਂ ਜੋ ਵੀ ਦੇਖ ਰਹੇ ਹੈਗੇ ਆ, ਉਹ ਸਾਰੇ ਸੋਚ ਲਈਏ ਕਿ ਵੀ ਸਾਨੂੰ ਵੀ ਆਪਣਾ ਇੱਕ ਯੋਗਦਾਨ ਇਹਦੇ ਵਿੱਚ ਦੇਣਾ, ਆਹੂਤੀ ਸਭ ਨੂੰ ਦੇਣੀ ਪਏਗੀ। ਇਹ ਨਾ ਸੋਚੋ ਕਿ ਇਹ ਕੋਈ ਲੜਾਈ ਕੋਈ ਹੋਰ ਲੜੇਗਾ, ਆਪਾਂ ਸਭ ਨੂੰ ਮਿਲ ਜੁਲ ਕੇ ਹੀ ਕੰਮ, ਇਹ ਇੱਕ ਨੈਰੇਟਿਵ ਦਾ, ਇੱਕ ਵਿਕਾਸ ਦਾ ਜਿਹੜਾ ਨਵਾਂ ਰਸਤਾ ਉਹ ਕ੍ਰੀਏਟ ਕਰਨਾ ਪਏਗਾ। ਸਰ ਮੈਂ ਤੁਹਾਡੇ ਤੋਂ ਪਹਿਲਾਂ ਹੀ ਪੁੱਛਿਆ ਸੀ, ਕੋਈ ਤੁਹਾਨੂੰ ਲੱਗਦਾ ਨੇੜੇ ਦੇ ਭਵਿੱਖ 'ਚ ਕੋਈ ਇਹਦੇ 'ਤੇ, ਦੇਖੋ ਜਦੋਂ ਕੋਈ ਚੀਜ਼ਾਂ ਬਦਲਦੀਆਂ ਨੇ ਜਾਂ ਸਰਕਾਰਾਂ 'ਤੇ ਪ੍ਰੈਸ਼ਰ ਬਣਦਾ, ਆਪਾਂ ਨੂੰ ਵੀ ਪਤਾ ਕੋਈ ਸੋਸ਼ਲ ਮੂਵਮੈਂਟ ਹੁੰਦੀ ਹੈ, ਕੋਈ ਪੋਲੀਟੀਕਲ ਮੂਵਮੈਂਟ ਹੁੰਦੀ ਹੈ, ਜਿਵੇਂ ਕਿਸਾਨ ਅੰਦੋਲਨ ਸੀਗਾ,
ਹਨਾ। ਹੂੰ। ਤੁਹਾਨੂੰ ਲੱਗਦਾ ਕੋਈ ਨੇੜੇ ਦੇ ਭਵਿੱਖ 'ਚ ਇਹਨਾਂ ਸਵਾਲਾਂ ਨੂੰ ਲੈ ਕੇ ਲੋਕ ਇੰਨੇ ਸੈਂਸਿਟਿਵ ਹੋ ਸਕਦੇ, ਇੰਨਾ ਸੈਂਸਿਟਾਈਜੇਸ਼ਨ ਸਾਡੀ ਸੁਸਾਇਟੀ 'ਚ ਆ ਸਕਦਾ ਕਿ ਇਕਨੋਮਿਕ ਮਾਡਲ ਨੂੰ ਲੈ ਕੇ ਅਸੀਂ ਡਿਬੇਟ ਕਰੀਏ? ਕਿਉਂਕਿ ਸਰ ਸਾਡੀ ਸੋਸਾਇਟੀ ਤਾਂ ਤੁਹਾਨੂੰ ਪਤਾ ਇਹ ਬਹੁਤ ਹੀ ਜਿਹੜੇ ਸੀਰੀਅਸ ਇਸ਼ੂਜ਼ ਨੇ ਇਹਨਾਂ ਵੱਲ ਨਹੀਂ ਵੱਧਦੀ। ਅਸੀਂ ਮੀਡੀਆ 'ਚ ਵੀ ਦੇਖਦੇ ਹਾਂ, ਬਾਕੀ ਥਾਵਾਂ 'ਤੇ ਵੀ ਹਲਕੀਆਂ ਗੱਲਾਂ ਵੱਲ ਜ਼ਿਆਦਾ ਪੈਂਦੇ ਨੇ। ਕੋਈ ਵੀ ਗੱਲ ਆ ਜੇ ਜਿਹੜੀ ਹੈਵੀ ਗੱਲ ਆ ਗਈ ਉਹ ਤੋਂ ਜਨਤਾ ਭੱਜਦੀ ਹੈ, ਸੁਣਦੀ ਵੀ ਨਹੀਂ ਉਹਨੂੰ। ਠੀਕ ਹੈ ਜੀ, ਉਹ ਇੰਟਰਵਿਊ ਵੀ ਨਹੀਂ ਸੁਣੇ ਜਾਂਦੇ, ਜਿਹੜੇ ਬਹੁਤ ਗੰਭੀਰ ਇੰਟਰਵਿਊ ਨੇ ਘੱਟ ਸੁਣੇ ਜਾਂਦੇ ਨੇ। ਬਹੁਤ ਘੱਟ ਸੁਣੇ। ਹਲਕੇ ਫੁਲਕੇ ਤੁਸੀਂ ਕਰ ਦਿਓ, ਉਠਾ ਦੇਣੇ, ਸਾਰੇ ਬਿਲਕੁਲ। ਲੋਕ ਸੁਣਦੇ ਨੇ। ਤੁਹਾਨੂੰ ਲੱਗਦਾ ਨੇੜੇ ਦੇ ਭਵਿੱਖ 'ਚ ਕੋਈ ਇਸ ਤਰ੍ਹਾਂ ਦਾ ਨੈਰੇਟਿਵ ਬਿਲਡ ਹੋ ਕੇ, ਇਸ ਤਰ੍ਹਾਂ ਦੀ ਕੋਈ ਸੋਸ਼ਲ ਮੂਵਮੈਂਟ ਬਿਲਡ ਹੋ ਸਕਦੀ ਹੈ ਇਕਨੋਮਿਕ ਡਿਜ਼ਾਈਨ ਨੂੰ ਲੈ ਕੇ, ਇਕਨੋਮਿਕ ਗਰੋਥ ਦੇ ਮਾਡਲ ਨੂੰ ਲੈ ਕੇ, ਟ੍ਰਿਕਲ ਡਾਊਨ ਥਿਊਰੀ ਨੂੰ ਸਮਝਦਿਆਂ ਸਸਟੇਨੇਬਲ ਮਾਡਲ ਡਿਵੈਲਪ ਕਰਨ ਨੂੰ ਲੈ ਕੇ? ਸਰ ਇੱਕ ਜਦ ਮੈਂ ਛੋਟਾ ਹੁੰਦਾ ਸੀਗਾ, ਮੈਨੂੰ ਯਾਦ ਹੈ ਇੱਕ ਸੋਚ ਆਉਂਦੀ ਸੀਗੀ ਕਿ ਬਈ ਚੌਰਾਹਾ ਹੈਗਾ ਸੜਕ ਵਿੱਚ, ਸਾਰੀ ਗੱਡੀਆਂ ਜਾ ਰਹੀਆਂ, ਕੋਈ ਉੱਥੇ ਰੈੱਡ ਲਾਈਟ ਨਹੀਂ ਹੈਗੀ ਹੈ, ਹਾਂਜੀ, ਔਰ ਇਸ ਸਾਰੇ ਸੋਚਦੇ ਆ ਕਿ ਯਾਰ ਇਹ ਕਿਸ ਦਿਨ ਇੱਥੇ ਐਕਸੀਡੈਂਟ ਹੋ ਜਾਏਗਾ, ਹਾਂਜੀ, ਲੇਕਿਨ ਤਦ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਜਾਂ ਰੈੱਡ ਲਾਈਟ ਨਹੀਂ ਲਗਾਈ ਜਾਂਦੀ ਜਦ ਤੱਕ ਕੋਈ ਵਾਕਿਆ ਹੀ ਐਕਸੀਡੈਂਟ ਨਹੀਂ ਹੋ ਗਿਆ ਹੁੰਦਾ। ਇਹ ਜਿਹੜੀ ਐਨੋਲੋਜੀ ਮੈਂ ਤੁਹਾਨੂੰ ਇਸ ਕਰਕੇ ਨਹੀਂ ਦੱਸਿਆ ਕਿ ਬਈ ਇਹ ਹੋਈ ਹੈ ਮੇਰੇ ਨਾਲ। ਆਈ ਐਮ ਸ਼ੋਰ ਐਵਰੀਵਨ ਵੁੱਡ ਥਿੰਕ ਕਿ ਬਈ ਜਦ ਤੱਕ ਕੋਈ ਡਿਜ਼ਾਸਟਰ ਨਹੀਂ ਹੁੰਦਾ ਜਾਂ ਕੋਈ ਡੈਥ ਨਹੀਂ ਹੁੰਦੀ ਤਦ ਤੱਕ ਸਾਡੀ ਰੀਥਿੰਕਿੰਗ ਨਹੀਂ ਹੁੰਦੀ ਹੈ। ਮੈਨੂੰ ਲੱਗਦਾ ਕਿ ਹਰੇਕ ਚੀਜ਼ ਦਾ ਟਾਈਮ ਸ਼ਾਇਦ ਆਉਂਦਾ ਹੈਗਾ, ਇਹ ਮੰਨਦੇ ਹਾਂ ਅਗਰ ਆਪਾਂ, ਤਾਂ ਸ਼ਾਇਦ ਉਹ ਟਾਈਮ ਆ ਗਿਆ ਸਰ। ਉਹ ਟਾਈਮ ਇਸ ਕਰਕੇ ਆ ਗਿਆ ਕਿ ਜੋ ਅਸੀਂ ਅੱਜ ਤੱਕ ਕਰਦੇ ਆਏ, ਅਸੀਂ ਸੋਚਿਆ ਕਿ ਇਹ ਰਸਤਾ ਸਾਡਾ ਗਰੋਥ ਦਾ, ਅੱਜ ਜੋ ਕਲਾਈਮੇਟ ਚੇਂਜ ਦੇ ਮਾਧਿਅਮ ਤੋਂ ਸਾਡੇ ਉੱਪਰ ਵਾਪਿਸ ਅਟੈਕ ਕਰ ਰਿਹਾ। ਉਹ ਜਿਹੜਾ ਡਿਜ਼ਾਸਟਰ, ਜਿਹੜਾ ਸੜਕ 'ਤੇ ਕਿਸੇ ਨੇ ਰੋਡ 'ਤੇ ਐਕਸੀਡੈਂਟ ਹੋ ਗਿਆ ਸੀਗਾ, ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਨੋਟਿਸ ਲਿਆ, ਤੁਹਾਨੂੰ ਪਤਾ, ਸੁਪਰੀਮ ਕੋਰਟ ਨੇ ਲਿਆ ਸਰ, ਹਿਮਾਚਲ ਨੇ ਜਿਹੜਾ ਪਹਿਲੇ ਵੀ ਦੇਖੋ ਨਾ, ਆਪਾਂ ਕੇਦਾਰਨਾਥ ਹੋਇਆ ਸੀਗਾ ਕੁਝ ਸਾਲ ਪਹਿਲੇ, ਤਾਂ ਸ਼ਾਇਦ ਅਸੀਂ ਇਗਨੋਰ ਕਰਤਾ, ਹੈਦਰਾਬਾਦ ਵਿੱਚ ਹੋਇਆ ਅਸੀਂ ਇਗਨੋਰ ਕਰਤਾ, ਚੇਨਈ ਵਿੱਚ ਹੋਇਆ ਅਸੀਂ ਇਗਨੋਰ ਕਰਤਾ, ਲੇਕਿਨ ਜਿਹੜਾ ਹੁਣ ਹਿਮਾਚਲ ਵਿੱਚ ਹੋਇਆ, ਔਰ ਸਰ ਇੰਟਰਸਟਿੰਗਲੀ ਹਿਮਾਚਲ ਇਕੱਲੇ ਵਿੱਚ ਨਹੀਂ ਹੋਇਆ, ਹਿਮਾਚਲ ਵਿੱਚ ਅਸੀਂ ਡਿਜ਼ਾਸਟਰ ਦੇਖਿਆ ਹੈਗਾ, ਲੇਕਿਨ ਤੁਸੀਂ ਦੁਨੀਆ 'ਚ ਦੇਖੋ ਸਰ, ਗ੍ਰੀਸ ਵਿੱਚ ਇੰਨਾ ਜ਼ਬਰਦਸਤ ਫਲੱਡ ਆਇਆ, ਸਪੇਨ ਵਿੱਚ ਫਲੱਡ ਆਇਆ, ਮੈਕਸੀਕੋ ਵਿੱਚ ਫਲੱਡ ਆ ਰਹੇ ਹੈਗੇ, ਯੂਕੇ ਦਾ ਟੈਂਪਰੇਚਰ ਇੰਨਾ ਬੂਸਟ ਕਰ ਗਿਆ ਹੈਗਾ ਕਿ ਉਹ ਅਲਾਰਮ ਲੈਵਲ 'ਤੇ ਪਹੁੰਚ ਗਿਆ ਹੈਗਾ। ਕਹਿਣ ਦਾ ਮਤਲਬ ਹੈ ਕਿ ਈਵਨ ਲੈਟਨ ਅਮਰੀਕਨ ਕੰਟਰੀ ਵਿੱਚ ਫਲੱਡ ਆ ਰਹੇ ਹੈਗੇ ਆ, ਔਰ ਜਾਪਾਨ ਵਿੱਚ ਫਲੱਡ ਆਇਆ ਹੈਗਾ, ਕੋਰੀਆ ਵਿੱਚ ਫਲੱਡ ਆ ਰਹੇ ਹੈਗੇ। ਇਹ ਜਿਹੜਾ ਸਾਰਾ ਇਸ ਟਾਈਮ ਇੱਕ ਮਾਹੌਲ ਜਿਹੜਾ ਦੁਨੀਆ 'ਚ ਬਣ ਗਿਆ ਹੈਗਾ, ਮਤਲਬ ਕਹਿੰਦਾ ਇੱਥੇ ਵੀ ਡਿਜ਼ਾਸਟਰ, ਉੱਥੇ ਵੀ ਡਿਜ਼ਾਸਟਰ, ਉਧਰ ਵੀ ਡਿਜ਼ਾਸਟਰ। ਆਈ ਥਿੰਕ ਉਹ ਇੱਕ ਟਾਈਮ ਆ ਗਿਆ ਹੈਗਾ ਕਿ ਸਰ ਸਾਨੂੰ ਹੁਣ ਐਸਾ ਇੱਕ ਝਟਕਾ ਲੱਗ ਰਿਹਾ, ਜਾਂ ਉਹਨੂੰ ਜਿਵੇਂ ਕਹਿੰਦੇ ਨਾ ਕਿ ਕਿਨ ਦੀ ਰਾਈਟ ਪਲੇਸ ਹੈਗਾ, ਕਿ ਵੀ ਸਾਨੂੰ ਸਮਝ ਆ ਰਿਹਾ ਕਿ ਵੀ ਅਸੀਂ ਗਲਤ ਕਰ ਰਹੇ ਸੀਗੇ, ਅਸੀਂ ਸੋਚੇ ਸਮਝੇ ਨਹੀਂ ਹੈਗੇ। ਮਨ ਲੱਗਦਾ ਕਿ ਇਹ ਡਿਜ਼ਾਸਟਰ ਹੀ ਸਾਨੂੰ ਦੁਬਾਰਾ ਖੜਾ ਕਰੇਗਾ, ਔਰ ਉਹ ਕਿਉਂਕਿ ਵੱਧ ਗਿਆ, ਉਸੀ ਇੰਟੈਂਸਿਟੀ ਵੱਧ ਗਈ ਹੈਗੀ ਸਾਰੀ ਦੁਨੀਆ ਵਿੱਚ। ਇਹ ਸਾਰੇ ਅਸੀਂ ਜਦ ਪੜ੍ਹਦੇ ਹਾਂ ਕਿ ਬਈ ਅੰਟਾਰਕਟਿਕਾ ਵਿੱਚ ਬਰਫ਼ ਖਤਮ ਹੋ ਰਹੀ ਹੈ, ਜਾਂ ਆਰਕਟਿਕ ਤਾਂ ਹੁਣ ਖਤਮ ਹੀ ਹੋ ਜਾਏਗਾ, ਉਹਦਾ ਸੀ ਲੈਵਲ ਇੰਨਾ ਵੱਧ ਜਾਏਗਾ, ਸਾਨੂੰ ਸਮਝ ਨਹੀਂ ਆਉਂਦਾ ਸਰ। ਸਾਨੂੰ ਸਮਝ ਤਾਂ ਹੀ ਆਉਂਦਾ ਜਦ ਸਾਡੇ ਉੱਪਰ ਮਾਰ ਪੈਂਦੀ ਹੈ, ਔਰ ਸਾਡੇ ਕਲਾਈਮੇਟ ਚੇਂਜ ਦੇ ਮਾਧਿਅਮ ਤੋਂ ਸਾਡੇ ਉੱਪਰ ਮਾਰ ਪੈ ਰਹੀ ਹੈਗੀ ਆ। ਉਹ ਜਦ ਮੈਨੂੰ ਲੱਗਦਾ ਕਿ ਗਲੋਬਲੀ ਇੱਕ ਪਿੰਡ, ਫਿਰ ਦੂਜਾ ਪਿੰਡ, ਫਿਰ ਤੀਸਰਾ ਸ਼ਹਿਰ, ਜਦ ਸਾਰੇ ਮਿਲ ਜਾਵਾਂਗੇ ਆਪਣੀ ਆਵਾਜ਼ ਔਰ ਜਾਂ ਸਹਿਨ ਕਰਨ ਵਾਸਤੇ ਕਿ ਇਕਨੋਮਿਕ ਮਾਡਲ ਨੇ ਸਾਨੂੰ ਇਸ ਲੈਵਲ 'ਤੇ ਲੈ ਕੇ ਖੜਾ ਕਰਤਾ ਹੈਗਾ, ਮੈਨੂੰ ਲੱਗਦਾ ਕਿ ਇਟ ਵਿਲ ਗੋ ਫॉर ਰੀਥਿੰਕਿੰਗ। ਔਰ ਇੱਕ ਟਾਈਮ ਆ ਗਿਆ ਹੈਗਾ, ਔਰ ਇਹ ਟਾਈਮ ਬੜਾ ਐਪਰੋਪ੍ਰੀਏਟ ਆਇਆ ਹੈਗਾ। ਲੈਟ ਅਸ ਨਾਟ ਨਾਓ ਵਰੀ ਅਬਾਊਟ ਕਿ ਕਦ ਹੋਏਗਾ। ਹੁਣ ਟਾਈਮ ਤੁਹਾਡੇ ਕੋਲ ਹੈਗਾ, ਹੁਣ ਤੁਸੀਂ ਜੋ ਵੀ ਗੱਲ ਕਰਦੇ ਹੋਗੇ ਉਹ ਸੁਣੀ ਜਾਂਦੀ ਹੈ, ਸਮਝਦੇ ਹੈ ਲੋਕੀ। ਕਿੰਨਾ ਟਰਾਂਸਲੇਟ ਕਰਦੇ ਆ ਉਹ ਉਹਨਾਂ ਦੇ ਮਾਰ ਦੇ ਉੱਪਰ ਡਿਪੈਂਡ ਕਰਦਾ, ਕਿੰਨਾ ਉਹਨਾਂ ਨੇ ਮਾਰ ਸਹੀ ਹੈ, ਔਰ ਉਹ ਮਾਰ ਹੁਣ ਜ਼ਿਆਦਾ ਲੋਕੀ ਸਹਿ ਰਹੇ ਹੈਗੇ ਆ, ਮੈਨੂੰ ਲੱਗਦਾ ਉਹ ਜ਼ਿਆਦਾ ਬਿਲਡਅਪ ਹੋਏਗਾ। ਆਈ ਐਮ ਵੈਰੀ ਹੋਪਫੁਲ ਕਿ ਹੁਣ ਇਹ ਕਲਾਈਮੇਟ ਚੇਂਜ ਵਿਲ ਬੀ ਏ ਡੋਮੀਨੇਟਿੰਗ ਫੈਕਟਰ, ਔਰ ਵੁੱਡ ਬੀ ਏ ਫੈਕਟਰ ਜਿਹੜਾ ਦੁਨੀਆ ਦੀ ਇਕਨੋਮਿਕ ਸੋਚ ਨੂੰ ਬਦਲਣ ਵਾਸਤੇ ਬਹੁਤ ਬੜਾ ਇੱਕ ਰੋਲ ਅਦਾ ਕਰੇਗਾ। ਸੋ ਇੱਕ ਡਿਜ਼ਾਸਟਰ ਔਰ ਇੱਕ ਤੁਹਾਡੇ ਸਾਹਮਣੇ ਦਿਖਦਾ ਮਾਡਲ ਕਿ ਬਈ ਇਹ ਕਿੱਧਰ ਆਪਾਂ ਜਾ ਰਹੇ ਹੈਗੇ। ਅਗਰ ਹੋਰ ਇਹਨੂੰ बढ़ाया ਤਾਂ ਜਾਂ ਅਲਾਉ ਕਰਤਾ ਜਾਂ ਚੜ੍ਹਦਾ ਗਿਆ ਉਸ ਤਰੀਕੇ ਨਾਲ ਹੀ ਟੈਂਪਰੇਚਰ ਦਾ, ਸਿਵਲਾਈਜੇਸ਼ਨ ਹੀ ਤਬਾਹ ਹੋ ਜਾਏਗਾ, ਸਿਵਲਾਈਜੇਸ਼ਨ ਤਬਾਹ ਹੋ ਗਈ। ਤਾਂ ਉਹ ਗੱਲ 'ਤੇ ਆਪਾਂ ਪਹੁੰਚ ਗਏ ਹੈਗੇ, ਔਰ ਜਦ ਤੱਕ ਮੈਂ ਤੁਹਾਨੂੰ ਕਿਹਾ ਆਪਾਂ ਨੂੰ ਮਾਰ ਨਹੀਂ ਪੈਂਦੀ, ਆਪਾਂ ਨੂੰ ਸਮਝ ਨਹੀਂ ਆਉਂਦੀ। ਇੱਕ ਗੱਲ ਪਾਣੀ ਨੂੰ ਲੈ ਕੇ ਹਮੇਸ਼ਾ ਹੁੰਦੀ ਹੈ ਕਿ ਤੀਜਾ ਵਿਸ਼ਵ ਯੁੱਧ ਪਾਣੀ 'ਤੇ ਲੱਗੂਗਾ, ਹੈ ਨਾ। ਇੱਕ ਪਾਸੇ ਵੱਡੇ ਵੱਡੇ ਕਾਰਪੋਰੇਟ ਪਾਣੀ ਦੀਆਂ ਧੱਜੀਆਂ ਉਡਾ ਰਹੇ ਨੇ, ਹੈ ਨਾ, ਕੋਕਾ ਕੋਲਾ, ਪੈਪਸੀ, ਕਹਿੰਦੇ ਸਭ ਤੋਂ ਜ਼ਿਆਦਾ ਪਾਣੀ। ਦੂਜੇ ਪਾਸੇ ਆਮ ਬੰਦੇ ਨੂੰ ਪਾਣੀ ਨੂੰ ਲੈ ਕੇ ਡਿਬੇਟ ਹੁੰਦੀ ਹੈਗੀ। ਇਹ ਸਮਝਾਓਗੇ ਕਿ ਇਹ ਕੀ ਹੈਗਾ ਮਸਲਾ? ਸਰ ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਵੀ ਪੜ੍ਹਦਾ ਆਇਆ ਕਿ ਬਈ ਤੀਸਰਾ ਮਹਾਯੁੱਧ ਹੋਏਗਾ, ਦੁਨੀਆ ਦਾ ਵਿਸ਼ਵ ਯੁੱਧ ਹੋਏਗਾ, ਤਾਂ ਉਹ ਪਾਣੀ 'ਤੇ ਹੋਏਗਾ। ਬਿਕੋਜ਼ ਪਾਣੀ ਦਾ ਲੈਵਲ ਸਿਰਫ ਪੰਜਾਬ 'ਚ ਹੀ ਨਹੀਂ ਕਿ ਅਸੀਂ, ਸਾਡਾ ਗਰਾਊਂਡ ਵਾਟਰ ਬਹੁਤ ਥੱਲੇ ਪਹੁੰਚ ਚੁੱਕਾ ਹੈਗਾ, ਬਾਕੀ ਪ੍ਰਦੇਸ਼ ਵਿੱਚ ਜਾਂ ਬਾਕੀ ਪ੍ਰਦੇਸ਼ਾਂ ਵਿੱਚ ਵੀ, ਔਰ ਦੁਨੀਆ ਦਾ ਦੇਖੋ ਪਾਣੀ ਖਤਮ ਹੁੰਦਾ ਜਾ ਰਿਹਾ। ਬਹੁਤ ਪੜ੍ਹਿਆ, ਬਹੁਤ ਲਿਖਿਆ ਲੋਕਾਂ ਨੇ ਇਸ ਗੱਲ 'ਤੇ, ਹੈ ਨਾ ਜੀ। ਮੈਂ ਕਿਸੇ ਵੀ ਪਾਣੀ ਦੀ ਵਰਕਸ਼ਾਪ 'ਤੇ ਜਾਣਾ ਜਾਂ ਕਾਨਫਰੰਸ ਵਿੱਚ ਜਾਣਾ, ਉੱਥੇ ਗੱਲਾਂ ਹੁੰਦੀਆਂ ਕਿ ਬਈ ਥਰਡ ਵਰਲਡ ਵਾਰ ਉਹਦੇ ਉੱਪਰ ਹੋਏਗੀ। ਇੱਕ ਸਰ ਇੱਕ ਇਕੋਨਮਿਸਟ ਜਿਹੜੀ ਮੈਗਜ਼ੀਨ ਹੈਗੀ ਹੈ, ਉਹਨਾਂ ਨੇ ਆਪਣੇ ਇੱਕ ਆਰਟੀਕਲ ਵਿੱਚ ਗੱਲ ਕਹੀ ਸੀ, ਮੈਂ ਬਹੁਤ ਸਾਲ ਪਹਿਲੇ ਪੜ੍ਹਿਆ ਸੀਗਾ। ਉਹਨਾਂ ਨੇ ਕਿਹਾ ਕਿ 5 ਕੰਪਨੀਆਂ ਹੈਗੀਆਂ ਦੁਨੀਆ ਦੀਆਂ, ਦੇ ਕੰਜ਼ਿਊਮ ਐਜ਼ ਮਚ ਵਾਟਰ ਐਜ਼ ਦੀ ਐਂਟਾਇਰ ਵਰਲਡ ਯੂਜ਼ਸ।
ਸਿਰਫ 5 ਕੰਪਨੀਆਂ, ਔਰ 5 ਕੰਪਨੀਆਂ ਦੇ ਪੰਜਾਂ ਦੇ ਨਾਂ ਤਾਂ ਮੈਂ ਨਹੀਂ ਦੱਸਣਾ ਚਾਹਾਂਗਾ, ਪਰ ਉਹਦੇ ਵਿੱਚ ਪੈਪਸੀਕੋਲਾ ਹੈ, ਉਹਦੇ ਵਿੱਚ ਨੈਸਲੇ ਹੈ, ਉਹਦੇ ਵਿੱਚ ਬਡਵਾਈਜ਼ਰ ਹੈ, ਬੀਅਰ ਵਾਲੀ ਫੈਕਟਰੀ। ਮਤਲਬ ਇਹ ਜਾਇੰਟਸ ਜਿਹੜੇ ਹੈਗੇ ਆ, ਇਹ 5 ਕੰਪਨੀਆਂ ਹੈਗੇ ਜਿਹੜਾ ਉਨਾ ਹੀ ਪਾਣੀ ਯੂਜ਼ ਕਰ ਰਹੇ ਹੈਗੇ ਆ ਜਿੰਨਾ ਕਿ ਆਪਾਂ ਸਾਰੇ ਮਿਲ ਜੁਲ ਕੇ ਕਰਦੇ ਹਾਂ ਪਲੈਨਟ 'ਤੇ, ਜਿੰਨਾ ਸਾਰੀ ਦੁਨੀਆ ਯੂਜ਼ ਕਰਦੀ, ਜਿੰਨਾ ਸਾਰੀ ਦੁਨੀਆ ਯੂਜ਼ ਕਰਦੀ ਹੈ। ਮੇਰਾ ਕਹਿਣਾ ਕਿ ਵਾਈ ਆਰ ਵੀ ਵਰਿਡ ਕਿ ਵੀ ਤੀਸਰਾ ਮਹਾਯੁੱਧ ਹੋਏਗਾ। ਤੁਸੀਂ ਅਗਰ ਇਹਨਾਂ ਵਿੱਚੋਂ 5 ਕੰਪਨੀਆਂ ਹੈਗੀਆਂ, ਤੁਸੀਂ ਅਗਰ ਇਹਨਾਂ ਨੂੰ ਪੰਜਾਂ ਨੂੰ ਬੰਦ ਕਰ ਦਿਓ, ਕੋਈ ਆਫਤ ਨਹੀਂ ਆਉਣ ਲੱਗੀ, ਐਂਡ ਯੂ ਵਿਲ ਸੇਵ ਐਜ਼ ਮਚ ਵਾਟਰ, ਤੁਹਾਡੇ ਕੋਲ ਡਬਲ ਹੋ ਜਾਏਗਾ ਪਾਣੀ ਜਿਹੜਾ ਹੁਣ ਐਗਜ਼ਿਸਟਿੰਗ ਹੈਗਾ। ਚਲੋ ਤੁਸੀਂ 5 ਨਾ ਬੰਦ ਕੀਤੀਆਂ, ਤੁਸੀਂ ਉੱਤੇ 2 ਹੀ ਬੰਦ ਕਰ ਦਿਓ, ਤੁਹਾਡੀ ਜਿੰਨੀ ਰਿਕੁਆਇਰਮੈਂਟ ਹੈਗਾ, ਤਾਂ ਵੀ ਤੁਹਾਡੇ ਕੋਲ ਪਾਣੀ ਸਰਪਲਸ ਹੋਏਗਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਆਪਾਂ ਜਿਹੜਾ ਕ੍ਰਾਈਸਿਸ ਆ ਉਹ ਕਿਤੇ ਹੋਰ ਹੈ, ਆਪਾਂ ਸੋਲੂਸ਼ਨ ਕਿਤੇ ਹੋਰ ਲੱਭਦੇ ਹੈਗੇ ਆ। ਸੋਲੂਸ਼ਨ ਕਿੱਥੇ ਲੱਭਦੇ ਆ ਸਰ? ਕਿ ਇੱਕ ਬੋਲਿਆ ਜਾਂਦਾ, ਇੱਕ ਕੰਪਨੀ ਨੇ ਮੈਨੂੰ ਬੋਲਿਆ ਸੀਗਾ ਕਿ ਅਸੀਂ ਦੇਖੋ ਜੀ ਕਾਰਪੋਰੇਟ ਜਿਹੜਾ ਸੋਸ਼ਲ ਰਿਸਪੌਂਸਿਬਿਲਿਟੀ ਦੇ ਤਹਿਤ ਅਸੀਂ ਉਹਨਾਂ ਨੂੰ ਸਿਖਾ ਰਹੇ ਹੈਗੇ ਆ, ਜਿਹੜੀਆਂ ਕੰਮ ਕਰਨ ਆਉਂਦੀਆਂ ਹੈਗੀਆਂ ਜਾਂ ਆਪਣੇ ਘਰ ਦੇ ਹੈਲਪਰਸ ਹੁੰਦੇ ਹੈਗੇ ਆ, ਉਹ ਭਾਂਡੇ ਮਾਂਜਣ ਉਹਦੇ ਵਿੱਚੋਂ ਇੱਕ ਮੱਗ ਪਾਣੀ ਕਿਸ ਤਰ੍ਹਾਂ ਬਚਾਉਣ, ਉਹ ਕੰਪਨੀਆਂ ਸਿਖਾ ਰਹੀਆਂ CSR ਦੇ ਅੰਡਰ। ਸਰ ਉਹਦੀ ਜ਼ਰੂਰਤ ਨਹੀਂ ਹੈਗੀ ਹੈ। ਜ਼ਰੂਰਤ ਹੈਗੀ ਕਿ ਜਿਹੜੀ 5 ਕੰਪਨੀਆਂ ਜਿਹੜਾ ਪਾਣੀ ਕੰਜ਼ਿਊਮ ਕਰ ਰਹੀ ਹੈਗੀਆਂ ਸਾਰੀ ਦੁਨੀਆ ਦਾ, ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਕੰਟਰੋਲ ਕਰਦੇ ਹੋ, ਜਾਂ ਉਹਨੂੰ ਬੰਦ ਕਰੋ, ਜਾਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਪਾਰਸ਼ਲੀ ਫੇਜ਼ ਆਊਟ ਕਰੋ, ਤੁਹਾਡੇ ਕੋਲ ਪਾਣੀ ਹੈਗਾ। ਸੋ ਕਿਤੇ ਨਾ ਕਿਤੇ ਸਾਡਾ ਜਿਹੜਾ ਇੱਕ ਅਗੇਨ ਨੈਰੇਟਿਵ ਉਹਨਾਂ ਕੰਪਨੀਆਂ ਨੇ ਕ੍ਰੀਏਟ ਕੀਤਾ ਕੀ ਹੈ ਕਿ ਵੀ ਹਰ ਆਦਮੀ ਨੂੰ ਪਾਣੀ ਬਚਾਉਣਾ ਚਾਹੀਦਾ, ਕਿਉਂਕਿ ਆਪਣਾ ਪਾਣੀ ਉਹਨਾਂ ਨੂੰ ਪਤਾ ਕਿ ਲੋਕਾਂ ਦੀ ਨਜ਼ਰ ਸਾਡੇ ਪਾਣੀ 'ਤੇ ਨਾ ਜਾਏ ਜੋ ਅਸੀਂ ਯੂਜ਼ ਕਰ ਰਹੇ ਹੈਗੇ। ਤਾਂ ਨੈਰੇਟਿਵ ਤੁਹਾਡੇ ਔਰ ਮੇਰੇ ਉੱਪਰ ਆ ਗਿਆ ਨਾ ਕਿ ਭਾਈ ਤੁਸੀਂ ਆਪਣਾ ਪਾਣੀ ਬਚਾਓ। ਹੋਰ ਤਾਂ ਹੋਰ ਬਰਤਨ ਮਾਂਜਣ 'ਚ ਵੀ ਤੁਸੀਂ ਇੱਕ ਮੱਗ ਬਚਾ ਲੋਗੇ, ਪਤਾ ਨਹੀਂ ਕਿੰਨਾ ਦੁਨੀਆ ਦਾ ਕਰੋਗੇ, ਸੇਵਾ ਕਰੋਗੇ। ਮੈਂ ਇਹਦੇ ਖਿਲਾਫ ਨਹੀਂ ਹੈਗਾ, ਕਰਨਾ ਚਾਹੀਦਾ, ਵੀ ਸ਼ੁੱਡ ਬੀ ਆਲ ਵੈਰੀ ਵਾਚਫੁਲ। ਲੇਕਿਨ ਜਿਹੜਾ ਅਸਲੀ ਜਿਹੜਾ ਇਸ਼ੂ ਹੈਗਾ, ਉਹ ਜਿਹੜੇ 5 ਕਾਰਪੋਰੇਟਸ ਹੈਗੇ ਆ, ਉਹਨਾਂ ਦੇ ਉੱਪਰ ਕੋਈ ਸਵਾਲ ਉੱਠਣ ਨੂੰ ਕੋਈ ਉਂਗਲੀ ਉਠਾਉਣ ਨੂੰ ਵੀ ਤਿਆਰ ਨਹੀਂ ਹੈਗਾ। ਕੀ ਕਾਰਨ ਹੈ ਸਰ? ਤਾਂ ਇਹੀ ਹੈਗਾ ਕਿ ਕਿਉਂਕਿ 5 ਕਾਰਪੋਰੇਟ ਹੀ ਦੁਨੀਆ ਚਲਾਉਂਦੇ ਨੇ, ਫੰਡਿੰਗ ਕਰਦੇ ਨੇ ਹਰ ਮੁਲਕਾਂ ਦੇ ਅੰਦਰ। ਬਿਲਕੁਲ ਠੀਕ ਹੈ ਸਰ। ਮੈਂ ਇੱਕ ਕੰਪਨੀ ਦੇ ਇੱਕ ਬੋਰਡ 'ਤੇ ਵੀ ਸੀਗਾ ਜੀ ਉਹਨਾਂ 'ਚੋਂ, ਔਰ ਬੜੀ ਇੰਟਰਸਟਿੰਗ ਗੱਲ ਹੈਗੀ ਕਿ ਉਹ ਜਿੰਨਾ ਉਹ ਪਲਾਸਟਿਕ ਵੇਸਟ ਜਾਂ ਜਿਹੜਾ ਪੈਕਿੰਗ ਕਰਦੇ ਹੈਗੇ ਆ, ਉਹ ਅਗਰ ਇੱਕ ਕੰਪਨੀ ਉਹ 'ਚ ਦਿਖਾ ਦੇ ਆਪਣਾ, ਤਾਂ ਜਿੰਨਾ ਓਸ਼ਨ ਹੈ ਨਾ ਸਾਰੇ ਦੁਨੀਆ ਦੇ, ਉਹ ਇੱਕ ਕੰਪਨੀ ਤਾਂ ਉਨਾ ਹੀ ਏਰੀਆ ਕਵਰ ਕਰ ਲੈਂਦੀ ਹੈ ਜੋ ਉਹ ਵੇਸਟ ਕ੍ਰੀਏਟ ਕਰਦੇ ਹੈਗੇ ਆ। ਪੈਕੇਜਿੰਗ ਦਾ ਜਿਹੜਾ ਸਟੱਫ ਹੁੰਦਾ ਹੈ, ਤੁਸੀਂ ਦੇਖੋ ਅਸੀਂ ਕਦੀ ਸਭ ਨੂੰ ਕਹਿੰਦੇ ਕਾਰਪੋਰੇਟ ਰਿਸਪੌਂਸਿਬਿਲਿਟੀ ਜਿਹੜੀ ਸਾਨੂੰ ਸਿਖਾਉਂਦੀ ਹੈ, ਉਹ ਇਹ ਸਿਖਾਉਂਦੀ ਹੈ ਕਿ ਵੀ ਤੁਸੀਂ ਆਪਣੀ ਜ਼ੀਰੋ ਵੇਸਟੇਜ 'ਤੇ ਜਾਓ। ਇਹ ਸਾਰੀ ਗੱਲ ਆਪਾਂ ਸਿੱਖਦੇ ਆਏ ਨਾ ਕਿ ਇੱਧਰ ਵੀ ਤੁਸੀਂ ਇਹ ਪਾਲਿਸੀਜ਼ ਲੈ ਕੇ ਆਓ। ਲੇਕਿਨ ਜਿਹੜਾ ਵੇਸਟੇਜ ਹੈਗੀ ਹੈ, ਉਹ ਸਾਡੇ ਤੁਹਾਡੇ ਉੱਪਰ ਰਿਸਪੌਂਸਿਬਿਲਿਟੀ ਆਉਂਦੀ ਕਿ ਅਸੀਂ ਉਹਨੂੰ ਬਚਾਈਏ, ਉਹ ਤੋਂ ਕਾਰਪੋਰੇਟਸ ਤਾਂ ਨਿਕਲ ਜਾਂਦੇ ਹੈਗੇ। ਸੋ ਮੇਰਾ ਮਤਲਬ ਹੈ ਕਿ ਉਹ ਤੁਸੀਂ ਜੋ ਗੱਲ ਕਹਿ ਰਹੇ ਸੀ ਸ਼ੁਰੂ ਵਿੱਚ ਵੀ ਸਰ, ਉਹ ਦੁਬਾਰਾ ਵਾਪਿਸ ਆਉਣ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਬਾਰ-ਬਾਰ ਕਿ ਬਈ ਰਿਸਪੌਂਸਿਬਿਲਿਟੀ ਸਾਡੇ ਉੱਪਰ ਹੈ ਕਿ ਅਸੀਂ ਨਵਾਂ ਨੈਰੇਟਿਵ ਕਿਸ ਤਰ੍ਹਾਂ ਕ੍ਰੀਏਟ ਕਰੀਏ। ਉਹ ਤਾਂ ਹੋ ਸਕਦਾ ਸਰ ਅਗਰ ਅਸੀਂ ਵੈਲ ਇਨਫੋਰਮਡ ਹੈਗੇ ਹਾਂ। ਆਈ ਥਿੰਕ ਵਾਟ ਇਜ਼ ਮੋਰ ਇੰਪੋਰਟੈਂਟ ਟੂਡੇ ਇਜ਼ ਗਲੋਬਲੀ ਸਿਟੀਜ਼ਨ, ਜੋ ਅਸੀਂ ਸੋਚੀਏ ਕਿ ਡੈਮੋਕ੍ਰੈਟਿਕ ਰਾਈਟਸ ਅਸੀਂ ਆਪਣੇ ਖੜੇ ਅਧਿਕਾਰ ਵਾਸਤੇ ਖੜੇ ਹੈਗੇ ਹਾਂ, ਉਹ ਤਾਂ ਹੀ ਖੜੇ ਹੋ ਸਕਦੇ ਹੋ ਜਦ ਤੁਹਾਡੀ ਇੱਕ ਜਿਹੜੀ ਅਵੇਅਰਨੈਸ ਹੈ ਜਾਂ ਤੁਹਾਡੀ ਐਬਿਲਿਟੀ ਟੂ ਅੰਡਰਸਟੈਂਡ ਹੋਏ। ਤਾਂ ਹੀ ਮੈਂ ਕਹਿੰਦਾ ਕਿ ਐਨੀ ਗੁੱਡ ਸਿਟੀਜ਼ਨ ਇਜ਼ ਅ ਸਿਟੀਜ਼ਨ ਹੂ ਇਜ਼ ਵੈਲ ਇਨਫੋਰਮਡ। ਟ੍ਰੈਜਡੀ ਸਰ ਇਹ ਕਿ ਵੀ ਆਰ ਨਾਟ ਵੈਲ ਇਨਫੋਰਮਡ। ਲੈਟਸ ਐਕਸੈਪਟ ਇਟ, ਲੈਟਸ ਓਨੈਸਟਲੀ ਐਕਸੈਪਟ ਇਟ। ਇਹ ਜਿਹੜਾ ਪਾਣੀ ਹੈਗਾ, ਮਤਲਬ ਜਦੋਂ ਬਣਦਾ, ਇਹਦੀ ਤੁਹਾਨੂੰ ਫਾਰਮੇਸ਼ਨ ਪਤਾ ਵੀ ਉਹਦੇ 'ਚ ਯੂਜ਼ ਹੁੰਦਾ ਹੈਗਾ, ਜਦੋਂ ਬੀਅਰ ਬਣ ਰਹੀ ਹੈ ਜਾਂ ਜਦੋਂ ਸੋਡਾ ਬਣ ਰਿਹਾ, ਜਦੋਂ ਕੋਕ ਬਣ ਰਿਹਾ, ਇਹਦੇ ਵਿੱਚ ਯੂਜ਼ ਹੁੰਦਾ ਪਾਣੀ? ਮਤਲਬ ਇੱਕ ਬਣਾਉਣ ਦੇ ਲਈ ਇੰਨਾ ਪਾਣੀ ਯੂਜ਼ ਹੋ ਜਾਂਦਾ? ਸਰ ਇੱਕ ਤਾਂ ਬਣਾਉਣ ਵਾਸਤੇ ਯੂਜ਼ ਹੋਣਾ ਹੈਗਾ, ਇੱਕ ਹੈ ਕਿ ਜਿਹੜਾ ਤੁਹਾਡੇ ਇੱਕ ਤਾਂ ਜਿਹੜਾ ਐਂਡ ਵਿੱਚ ਪ੍ਰੋਡਕਟ ਆਇਆ ਹੈਗਾ ਉਹ ਵੀ ਤਾਂ ਪਾਣੀ ਹੈ ਨਾ, ਇੱਕ ਤਾਂ ਉਹ ਹੋ ਗਿਆ। ਔਰ ਦੂਸਰਾ ਇਹ ਕਿ ਉਹਦੇ 'ਚ ਬਣਾਉਣ ਦੀ ਪ੍ਰੋਸੈਸ ਵਿੱਚ ਕਿੰਨਾ ਪਾਣੀ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਇੱਕ ਬਿਸਲੇਰੀ ਦੀ ਬੋਟਲ ਲੈਂਦੇ ਹੋ ਜਾਂ ਕੋਈ ਵੀ ਜਿਹੜਾ ਮਿਨਰਲ ਵਾਟਰ ਦੀ ਬੋਟਲ ਲੈਂਦੇ ਹੋਏ, 1 ਲੀਟਰ ਦੀ ਤੁਸੀਂ ਬੋਤਲ ਅਗਰ ਲੈਂਦੇ ਹੋ, 6 ਲੀਟਰ ਪਾਣੀ ਉਹਨੂੰ ਤਿਆਰ ਕਰਨ ਵਾਸਤੇ ਜਾਂਦਾ ਹੈਗਾ। ਸੋ ਤੁਸੀਂ ਦੇਖ ਲਓ 1 ਲੀਟਰ ਪਾਣੀ ਵਾਸਤੇ ਤੁਸੀਂ 6 ਲੀਟਰ ਵੇਸਟ ਕੀਤਾ। ਤੁਸੀਂ ਇੱਕ ਅੱਜ ਕੱਲ੍ਹ ਦੇਖਿਆ ਆਪਾਂ ਕੀ ਕਹਿੰਦੇ ਐਕਵਾਗਾਰਡ, ਜਿਹੜਾ ਇੱਕ ਸਿਸਟਮ ਹੈਗਾ ਓਸਮੋਸਿਸ, ਰਿਵਰਸ ਓਸਮੋਸਿਸ RO ਜਿਹੜਾ ਸਿਸਟਮ ਹੈਗਾ ਪਾਣੀ ਦਾ, ਹੁਣ ਉਹ ਪਿੰਡਾਂ 'ਚ ਵੀ ਲਗਾਇਆ ਜਾ ਰਿਹਾ ਸਰ। ਸਟੱਡੀਜ਼ ਇਹ ਕਹਿੰਦੀਆਂ ਸਰ ਕਿ ਹਰ 100 ਲੀਟਰ ਪਾਣੀ ਜਦ ਤੁਸੀਂ ਯੂਜ਼ ਕਰਦੇ ਹੋ, ਉਹਦੇ ਵਿੱਚ 25 ਲੀਟਰ ਤੁਹਾਡੇ ਕੋਲ ਸਾਫ਼ ਹੋ ਕੇ ਆਉਂਦਾ, ਜਿਹੜਾ RO 'ਚੋਂ ਅਸੀਂ ਕੱਢਦੇ ਹੈਗੇ ਆ, 75 ਲੀਟਰ ਵੇਸਟ ਹੁੰਦਾ ਹੈ। ਕਦੀ ਆਪਾਂ ਗੱਲ ਕੀਤੀ ਪੰਜਾਬ ਵਿੱਚ, ਆਪਾਂ ਸਾਰੇ ਗੱਲ ਕਰਦੇ ਹਾਂ ਕਿ ਵੀ RO ਲੱਗੇ ਪਏ ਅੱਜ ਕੱਲ੍ਹ ਪਿੰਡਾਂ 'ਚ ਹੋ ਰਹੇ ਆ, ਖੇਤਾਂ ਨੂੰ ਕਿਸਾਨਾਂ ਨੂੰ ਹਾਂ ਕਿਸਾਨ ਨਹੀਂ ਕਰਤਾ ਹੀ ਖੁਸ਼ੀ ਹੈ ਅੱਜ ਕੱਲ੍ਹ ਤਾਂ ਪਿੰਡਾਂ 'ਚ ਹੀ ਲੱਗੇ ਸਰ RO ਲੱਗੇ ਹੈਗੇ ਆ। ਤਾਂ ਮੈਂ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਕਹਿੰਦੇ ਹੋ ਕਿ ਕਿਸਾਨ ਦੀ ਸਾਰੀ ਉਹਤੇ ਬਲੇਮ ਪਾ ਦਿੰਦੇ ਹੋ ਕਿ ਵੀ ਪਾਣੀ ਕੱਢ ਰਿਹਾ ਹੈਗਾ ਉਹ ਅੰਡਰਗਰਾਊਂਡ ਹੈ ਨਾ ਜੀ, ਝੋਨੇ ਵਾਸਤੇ ਜਾਂ ਕ੍ਰੋਪਿੰਗ ਪੈਟਰਨ ਵਾਸਤੇ। ਲੇਕਿਨ ਕਦੀ ਕਿਸੇ ਨੇ ਇਹ ਵੀ ਕਿਹਾ ਕਿ ਜੇ ਆਪਾਂ ਪਾਣੀ ਕੱਢ ਰਹੇ ਹੈਗੇ ਹਾਂ, ਤੁਹਾਡਾ 25 ਲੀਟਰ ਪਾਣੀ ਵਾਸਤੇ ਤੁਸੀਂ 75 ਲੀਟਰ ਵੇਸਟ ਕਰਦੇ ਹੋ। ਤਾਂ ਰਿਸਪੌਂਸਿਬਿਲਿਟੀ ਸਾਡੀ ਤੁਹਾਡੀ ਵੀ ਤਾਂ ਹੋਣੀ ਚਾਹੀਦੀ ਹੈ ਨਾ। ਲੇਕਿਨ ਅਗੇਨ ਨੈਰੇਟਿਵ ਐਸਾ ਹੈਗਾ ਕਿ ਸਾਨੂੰ ਲੱਗਦਾ ਕਿ ਸਾਨੂੰ ਸਾਫ਼ ਪਾਣੀ ਸਾਨੂੰ ਪੀਣਾ ਚਾਹੀਦਾ ਹੈਗਾ। ਵੀ ਡੋਂਟ ਕੰਸੀਡਰ ਕਿ ਜਿਹੜਾ ਅਸੀਂ ਪਾਣੀ ਵੇਸਟ ਕੀਤਾ ਹੈ। ਆਪਾਂ ਫਲਸ਼ ਜਾਂਦੇ ਹੈਗੇ ਹਾਂ ਸਰ, ਬਾਥਰੂਮ ਜਾਂਦੇ ਹੈਗੇ ਹਾਂ, ਤੁਸੀਂ ਯੂਰਿਨ ਕੀਤਾ ਇੱਕ ਵਾਰੀ, ਇੱਕ ਬੰਦੇ ਨੇ ਚਲੋ ਆਪਣੀ ਫੈਮਿਲੀ ਵਿੱਚ ਜਾਂ ਆਪਣੇ ਘਰ ਵਿੱਚ ਤੁਸੀਂ 4 ਵਾਰੀ ਯੂਜ਼ ਕਰ ਲੋਗੇ, 5 ਵਾਰ ਕਰ ਲੋਗੇ, ਤੁਹਾਡਾ ਸਾਰਾ ਪਰਿਵਾਰ ਹੈ, ਤੁਸੀਂ ਹਰ ਵਾਰ ਫਲੈਸ਼ ਕਰਦੇ ਹੋ, 12 ਲੀਟਰ ਪਾਣੀ ਜਾਂਦਾ ਸਰ ਥੱਲੇ। ਕਦੀ ਕਿਸੇ ਨੇ ਸਵਾਲ ਕੀਤਾ ਕਿ ਪਾਣੀ ਕਿੱਥੇ ਗਿਆ?
ਔਰ ਬਲੇਮ ਅਸੀਂ ਕਿਸਾਨਾਂ ਨੂੰ ਕਰਦੇ ਰਹਿੰਦੇ ਹੈਗਾ। ਉਹ ਨੈਰੇਟਿਵ ਬਣ ਗਿਆ ਨਾ, ਕਿਉਂਕਿ ਮੈਂ ਔਰ ਤੁਸੀਂ ਤੁਹਾਡੇ ਸਾਡੇ ਕੰਫਰਟ ਜ਼ੋਨ 'ਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈਗੀ ਹੈ। ਤਾਂ ਵੀ ਆਰ ਵੈਰੀ ਕੰਫਰਟੇਬਲ, ਸਾਨੂੰ ਫਲਸ਼ ਕਰਨਾ ਪੈ ਜਾਏ ਆਰਾਮ ਨਾਲ, ਅੱਛਾ ਲੱਗਦਾ ਹੈ ਕਿ ਸਾਨੂੰ ਸਾਫ਼ ਅਸੀਂ ਕਰ ਲਿਆ ਹੈ ਨਾ ਜੀ। ਲੇਕਿਨ ਦੀ ਪੁਆਇੰਟ ਇਜ਼ ਕਿ ਤੁਸੀਂ 100-200 ਗ੍ਰਾਮ ਯੂਰਿਨ ਵਾਸਤੇ ਤੁਸੀਂ 12 ਲੀਟਰ ਪਾਣੀ ਫਲਸ਼ ਕਰਦਾ ਹੈਗਾ। ਆਈ ਡੋਂਟ ਥਿੰਕ ਜਿੰਨਾ ਕਿ ਇੱਕ ਵਾਰੀ ਸਚੇਤ ਕਰਨ ਦੀ ਪ੍ਰਯਾਸ ਹੋਇਆ ਸੀਗਾ ਕਿ ਉਹ ਵਿੱਚੋਂ ਸਪੇਸ ਕਿਸ ਤਰ੍ਹਾਂ ਘੱਟ ਕੀ ਜਾਏ। ਕਈ ਲੋਕਾਂ ਨੇ ਕੀਤਾ ਵੀ ਹੈ ਕਿ ਬਈ ਯੂਰਿਨ ਵਾਸਤੇ ਇਹ ਬਟਨ ਦਬਾਓ ਤਾਂ ਵੈਨ ਯੂ ਗੋ ਫॉर ਟਾਇਲਟ ਤਾਂ ਅਦਰ ਬਟਨ ਦਬਾਓ, ਇਹ ਵੀ ਗੱਲਾਂ ਹੋਈਆਂ ਹੈਗੀਆਂ। ਪਰ ਜਨਰਲੀ ਆਪਾਂ ਅਗਰ ਦੇਖੀਏ ਆਮ ਹਾਊਸ ਹੋਲਡ ਵਿੱਚ ਜਾਈਏ ਤਾਂ ਉੱਥੇ ਤਾਂ ਇੱਕੋ ਹੀ ਪੈਟਰਨ ਚੱਲਦਾ ਹੈਗਾ, ਤੁਸੀਂ ਫਲਸ਼ ਕੀਤਾ 12-15 ਲੀਟਰ ਪਾਣੀ ਚਲਾ ਗਿਆ। ਸੋ ਮੇਰਾ ਸਬਮਿਸ਼ਨ ਇਹ ਹੈ ਕਿ ਕਿਤੇ ਨਾ ਕਿਤੇ ਸਾਡੇ ਉੱਪਰ ਜ਼ਿਆਦਾ ਉਹ ਹੁੰਦਾ ਹੈ ਕਿ ਜਿਨ੍ਹਾਂ ਨੇ ਨੈਰੇਟਿਵ ਕੰਟਰੋਲ ਕੀਤਾ ਹੁੰਦਾ ਉਹ ਸਾਡੇ ਉੱਪਰ ਸੁੱਟ ਦਿੰਦੇ ਹੈਗੇ ਆ ਕਿ ਬਈ ਕੰਜ਼ਿਊਮਰ ਜਿਹੜਾ ਹੈਗਾ ਹੀ ਹੈਜ਼ ਟੂ ਬੀ ਅਵੇਅਰ। ਮੈਂ ਇਸ ਗੱਲ ਨੂੰ ਨਾ ਨਹੀਂ ਕਰਦਾ ਕਿ ਕੰਜ਼ਿਊਮਰ ਨੂੰ ਅਵੇਅਰ ਹੋਣਾ ਚਾਹੀਦਾ, ਪਰ ਮੈਨੂੰ ਲੱਗਦਾ ਕੰਜ਼ਿਊਮਰ ਨੂੰ ਇਹ ਵੀ ਅਵੇਅਰ ਹੋਣਾ ਚਾਹੀਦਾ ਕਿ ਹਾਊ ਦੇ ਆਰ ਬੀਇੰਗ ਮੇਡ ਅ ਕਾਈਂਡ ਆਫ ਅ ਸਕੇਪਗੋਟ। ਇਹ ਮੇਰਾ ਕਹਿਣਾ ਹੈਗਾ। ਗੇਮ ਕੀ ਆ ਸਰ? ਗੇਮ ਕੀ ਹੈਗੀ? ਜੇ ਅਗਰ 5 ਕੰਪਨੀਆਂ ਦੁਨੀਆ ਦਾ ਪਾਣੀ ਕੰਜ਼ਿਊਮ ਕਰ ਰਹੀ ਹੈਗੀਆਂ, ਫਿਰ ਅਸੀਂ ਥਰਡ ਵਰਲਡ ਵਾਰ ਦੀ ਕਿਉਂ ਗੱਲ ਕਰਦੇ ਹੈਗੇ? ਅੱਛਾ, ਇਹ ਪਾਣੀ ਨੂੰ ਲੈ ਕੇ ਇੱਕ ਜਿਹੜੀ ਗੱਲ ਇਹ ਵੀ ਹੈਗੀ ਕਿ ਜਿਹੜਾ ਆਪਾਂ ਇਹ ਆਰਓ ਵਾਟਰ ਵਾਲਾ ਸਾਰਾ ਸਿਸਟਮ ਆਇਆ ਗਾ, ਜਿਹੜੇ ਮੇਰੀ ਬਹੁਤ ਸਾਰੇ ਅਲਟਰਨੇਟਿਵ ਸਟਰੀਮ ਦੇ ਲੋਕਾਂ ਨਾਲ ਗੱਲ ਹੁੰਦੀ ਹੈ, ਉਹ ਕਹਿੰਦੇ ਜਿਹੜੇ ਅਸਲੀ ਤੱਤ ਹੁੰਦੇ ਆ, ਜਿਹੜੀ ਆਰਓ ਦਾ ਪਾਣੀ ਪੀਣ ਨਾਲ ਮਨੁੱਖੀ ਸਰੀਰ 'ਚ ਕਮੀਆਂ ਆ ਰਹੀਆਂ ਨੇ, ਕਿਉਂਕਿ ਜਿਹੜਾ ਪਾਣੀ ਦੇ ਅੰਦਰ ਕਈ ਵਾਰ ਉਹ ਤੱਤ ਨੇ ਆਰਓ ਵੀ ਚੱਕ ਕੇ ਬਾਹਰ ਮਾਰਦਾ ਗਾ। ਇਹਦੇ ਬਾਰੇ ਤੁਹਾਡੀ ਕੋਈ ਅੰਡਰਸਟੈਂਡਿੰਗ ਹੈ ਕਿ ਲੋਕਾਂ ਨੂੰ, ਜਿਵੇਂ ਮੈਂ ਕਦੇ ਬੋਤਲ ਦਾ ਪਾਣੀ ਨਹੀਂ ਪੀਂਦਾ ਆਮ ਤੌਰ 'ਤੇ, ਜਦੋਂ ਕਈ ਵਾਰ ਮੇਰੇ ਦੋਸਤ ਵੀ ਬੈਠੇ ਹੁੰਦੇ ਆ ਢਾਬਿਆਂ 'ਤੇ, ਹੋਰ ਕਈ ਨੂੰ ਲੱਗਦਾ ਗਾ ਕਿ ਨਾ ਇਹ ਇੱਕ ਸਟੇਟਸ ਸਿੰਬਲ ਬਣ ਗਿਆ ਬੋਤਲ ਦਾ ਪਾਣੀ। ਮੈਂ ਬੋਤਲ ਆਉਂਦੀ ਹੈ ਮੈਂ ਮੋੜ ਦਿੰਦਾ ਗਾ ਕਿ ਮੈਂ ਬੋਤਲ ਦਾ ਪਾਣੀ ਨਹੀਂ ਪੀਣਾ, ਮੇਰੇ ਲਈ ਸਿੰਪਲ ਲੈ ਕੇ ਆਓ, ਠੀਕ ਹੈ, ਕਿਤੇ ਵੀ ਹੋਵਾਂ, ਠੀਕ ਹੈ ਜੀ, ਜੱਗ ਦਾ ਪਾਣੀ ਲਿਆਓ ਮੇਰੇ ਲਈ। ਉਹ ਬੜੇ ਹੈ ਨਾ, ਜੇ ਤੁਸੀਂ ਬਹੁਤ ਹੀ ਕਿਤੇ ਬਹੁਤ ਚੰਗੀਆਂ ਥਾਵਾਂ 'ਤੇ 3 ਸਟਾਰ 5 ਸਟਾਰ ਬੈਠੇ ਹੋ ਤਾਂ ਵੀ ਉਹਨਾਂ ਨੂੰ ਬੜਾ ਔੜ ਲੱਗਦਾ ਇਹ ਗੱਲ। ਅਤੇ ਉਹ ਮੈਂ ਇਹ ਗੱਲ ਦੀ ਅੰਡਰਸਟੈਂਡਿੰਗ ਬਹੁਤ ਸਾਰੇ ਲੋਕਾਂ ਨੂੰ ਮੈਂ ਪਾਣੀ ਦੇ ਉੱਤੇ ਜਦੋਂ ਪੜ੍ਹਿਆ ਸਮਝਿਆ ਤਾਂ ਇਹ ਬਣੀ ਕਿ ਨਹੀਂ, ਜਿੱਥੇ ਦੇ ਤੁਸੀਂ ਜਾਂਦੇ ਹੋ ਉੱਥੇ ਸਿੱਧਾ ਪਾਣੀ ਪੀਓ, ਤੁਸੀਂ ਬੋਤਲ ਵਾਲਾ ਪਾਣੀ ਨਾ ਪੀਓ। ਔਰ ਖਾਸ ਤੌਰ 'ਤੇ ਆਰਓ ਵਾਲਾ ਪਾਣੀ ਵੀ, ਜਿਹੜਾ ਮੈਂ ਘਰ 'ਚ ਬਹੁਤ ਸਾਰੀਆਂ ਥਾਵਾਂ 'ਤੇ ਵੀ ਕਿਹਾ ਪਰ ਉਹ ਮੰਨਦੇ ਨਹੀਂ ਕਿ ਘਰੇ ਵੀ ਕਹਿ ਵੀ ਇਹਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਨਾ ਪੀਓ ਇਹ, ਤੁਸੀਂ ਸਿੰਪਲ ਪਾਣੀ ਪੀਓ। ਇਹਦੇ 'ਤੇ ਤੁਹਾਡੀ ਕੋਈ ਅੰਡਰਸਟੈਂਡਿੰਗ ਹੈ? ਸਰ, ਮੇਰੇ ਫਾਦਰ ਬਿਮਾਰ ਸੀਗੇ ਬਿਫੋਰ ਹੀ ਪਾਸਡ ਅਵੇ, ਔਰ ਮੈਨੂੰ ਸਮਝ ਆਇਆ ਕਿ ਉਹਨਾਂ ਦੀ ਜਿਹੜੀ ਬਾਡੀ ਦੇ ਜਿਹੜੇ ਐਲੀਮੈਂਟਸ ਹੋਣੇ ਚਾਹੀਦੇ ਹੈਗੇ ਉਹ ਇਸ ਕਰਕੇ ਨਹੀਂ ਹੈਗੇ ਬਿਕੋਜ਼ ਜਿਹੜਾ ਅਸੀਂ ਵਾਟਰ ਸਫਾਈ ਕਰਕੇ ਜੋ ਅਸੀਂ ਲੈਂਦੇ ਹਰ ਘਰ 'ਚ ਲੱਗਿਆ ਹੋਇਆ ਆਰਓ ਕਹਿ ਲਓ ਹੈ ਨਾ ਜੀ, ਉਹ ਜਿਹੜਾ ਲੱਗਿਆ ਹੋਇਆ ਹੈਗਾ ਉਹ ਸਭ ਕੁਝ ਸਾਫ਼ ਕਰ ਦਿੰਦਾ ਹੈਗਾ। ਤਾਂ ਉਹ ਪਾਣੀ ਇੱਕ ਤਰ੍ਹਾਂ ਦਾ ਖਾਲੀ ਹੋ, ਜਿਹਨੂੰ ਕੋਟ ਕਿਸ ਨੇ ਕਿਹਾ ਸੀਗਾ ਖਾਲੀ ਹੋ ਜਾਂਦਾ ਹੈਗਾ, ਉਹ ਪਾਣੀ ਹੈ। ਸੋ ਆਈ ਸਟਾਪ ਡੂਇੰਗ ਦੈਟ, ਔਰ ਮੈਂ ਉਹਦੇ ਬਾਅਦ ਪਾਣੀ ਗਰਮ ਕਰਕੇ ਉਬਾਲ ਕੇ ਹੀ ਮੈਂ ਇਸ ਘਰ 'ਚ ਪੀਂਦਾ। ਔਰ ਮੈਂ ਅੱਜ ਬਾਕੀਆਂ ਨੂੰ ਮੈਨੂੰ ਪਤਾ ਨਹੀਂ ਹੈਗਾ, ਬਟ ਐਟ ਮਾਈ ਹੋਮ ਆਈ ਡੂ ਨਾਟ ਯੂਜ਼ ਐਨ ਆਰਓ। ਮੈਂ ਪਾਣੀ ਉਬਾਲਦਾ ਹੈਗਾ ਔਰ ਪੀਂਦਾ ਹੈਗਾ ਸਰ। ਔਰ ਮੈਂ ਇਸ ਕਰਕੇ ਪੀਂਦਾ ਕਿਉਂਕਿ ਜਿਹੜੇ ਤੱਤਵ ਚਲੇ ਜਾਂਦੇ ਹੈ, ਜਿਹੜੇ ਤੁਸੀਂ ਆਪਾਂ ਕਹਿ ਰਹੇ ਸੀ ਮਿਨਰਲਸ ਜਾਂ ਜਿਹੜੇ ਐਲੀਮੈਂਟਸ ਜਿਹੜੇ ਚਾਹੀਦੇ ਹੁੰਦੇ ਬਾਡੀ ਨੂੰ, ਉਹ ਟਰੇਸ ਐਲੀਮੈਂਟਸ ਚਾਹੀਦੇ ਹੁੰਦੇ ਆ, ਔਰ ਟਰੇਸ ਐਲੀਮੈਂਟਸ ਖਤਮ ਹੋ ਜਾਂਦੇ ਆ ਤਾਂ ਸਾਨੂੰ ਜਿਹੜੀ ਅੱਧੀ ਬਿਮਾਰੀਆਂ ਹੈਗੀਆਂ ਸਾਨੂੰ ਸਮਝ ਨਹੀਂ ਆਉਂਦੀਆਂ ਕਿਉਂ ਹੋ ਰਹੀਆਂ। ਇਟ ਇਜ਼ ਬਿਕੋਜ਼ ਯੂ ਆਰ ਨਾਟ ਗੈਟਿੰਗ ਐਕਸੈਸ ਟੂ ਇਟ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਹਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਸਰ, ਇੱਕ ਜਦ ਅਸੀਂ ਹਾਈ ਯੀਲਡਿੰਗ ਵੈਰਾਈਟੀਜ਼ ਐਗਰੀਕਲਚਰ ਵਿੱਚ ਨਵੀਂ ਕਿਸਮਾਂ ਪੈਦਾ ਕਰਦੇ ਹਾਂ, ਡਿਵੈਲਪ ਕਰਦੇ ਹਾਂ, ਕ੍ਰਾਸ ਬਰੀਡਿੰਗ ਕਰਦੇ, ਜੋ ਵੀ ਕਰਦੇ ਹਾਂ ਆਪਾਂ, ਉਹਦੇ ਨਾਲ ਕੀ ਹੁੰਦਾ ਸਰ ਕਿ ਤੁਹਾਡੀ ਈਲਡ बढ़ਦੀ ਹੈ, ਪ੍ਰੋਡਕਟੀਵਿਟੀ बढ़ਦੀ ਹੈ, ਪਰ ਨਿਊਟ੍ਰੀਸ਼ਨ ਥੱਲੇ ਚਲ ਜਾਂਦੇ ਆ। ਮੈਂ ਕਾਨਫਰੰਸ ਵਿੱਚ ਸੀਗਾ ਸਰ, ਉੱਥੇ ਇੱਕ ਸਾਇੰਟਿਸਟ ਨੇ ਇੱਕ ਡਾਟਾ ਪ੍ਰੈਜ਼ੈਂਟ ਕੀਤਾ ਸੀਗਾ, ਉਹ ਇਟ ਵਾਜ਼ ਆਈ ਓਪਨਿੰਗ। ਉਹਨੇ ਕਿਹਾ ਕਿ ਜਦ ਟਰੇਸ ਐਲੀਮੈਂਟਸ ਜਾਂ ਜਿਹੜੇ ਮਿਨਰਲਸ ਹੈਗੇ ਖਤਮ ਹੁੰਦੇ ਹੈਗੇ, ਘੱਟ ਹੋ ਜਾਂਦੇ ਹੈ, ਜਦ ਪ੍ਰੋਡਕਟੀਵਿਟੀ बढ़ਦੀ ਹੈਗੀ ਹੈ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਟਰੇਸ ਐਲੀਮੈਂਟ ਸੀਗਾ ਕੋਬਾਲਟ ਵੀਟ ਵਿੱਚ, ਉਹ ਖਤਮ ਹੋਣ ਦੇ ਨਾਲ ਜਾਂ 80% ਡਰੋਪ ਹੋ ਗਿਆ ਉਹਦੇ ਕਰਕੇ ਕੋਲੈਸਟਰੋਲ ਦਾ ਪ੍ਰੋਬਲਮ ਦੁਨੀਆ ਵਿੱਚ बढ़ ਗਿਆ। ਹੁਣ ਦੇਖੋ ਕੋਰਿਲੇਸ਼ਨ ਕਿੰਨਾ ਅੱਛਾ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀਗਾ। ਔਰ ਮੈਨੂੰ ਲੱਗਦਾ ਕਿ ਇਹ ਸਭ ਨੂੰ ਸਮਝਾਉਣਾ ਚਾਹੀਦਾ ਕਿ ਸਾਡਾ ਫੂਡ ਹੋਲੋ ਬਣਦਾ ਜਾ ਰਿਹਾ ਹੈਗਾ। ਅਸੀਂ ਹੋਲੋ ਫੂਡ ਖਾ ਕੇ ਅਸੀਂ ਬੜੇ ਖੁਸ਼ ਹੁੰਦੇ ਹੈਗੇ ਹਾਂ। ਆਈ ਥਿੰਕ ਫੋਕਸ ਸਾਡਾ ਵਾਪਿਸ ਜਾਣਾ ਚਾਹੀਦਾ ਉਸ ਨਿਊਟ੍ਰੀਸ਼ਨਲੀ ਰਿਚ ਫੂਡ 'ਤੇ ਜੋ ਸਾਡੇ ਕੋਲ ਪਹਿਲੇ ਵੀ ਮਿਲਦਾ ਸੀਗਾ, ਔਰ ਅਸੀਂ ਮਾਡਰਨਾਈਜੇਸ਼ਨ ਵਿੱਚ ਉਹਨੂੰ ਸ਼ਾਇਦ ਖਤਮ ਕਰਤਾ ਹੈਗਾ। ਆਈ ਥਿੰਕ ਵੀ ਨੀਡ ਟੂ ਗੋ ਬੈਕ, ਕੁਝ ਕੀ ਮਾੜੀ ਗੱਲ ਕੀ ਹੈ, ਹੁਣ ਦੁਨੀਆ ਦੁਬਾਰਾ ਰੀਥਿੰਕਿੰਗ ਕਰ ਰਹੀ ਹੈ। ਪਿੱਛੇ ਜਾਣਾ ਅੱਗੇ ਜਾਣਾ ਕੀ ਹੁੰਦਾ, ਇਹ ਵੀ ਬਣਾਇਆ ਹੀ ਗਿਆ ਨਾ, ਇਹ ਵੀ ਬੜਾ ਖਤਰਨਾਕ ਨੈਰੇਟਿਵ ਆ। ਇਹ ਵੀ ਨੈਰੇਟਿਵ, ਹਾਂਜੀ, ਪਿੱਛੇ ਕੀ ਅੱਗੇ ਕੀ ਆ। ਹਾਂਜੀ, ਪਿੱਛੇ ਤਾਂ ਗੁਰੂ ਸਾਹਿਬ ਨੇ, ਫਿਰ ਹਾਂ ਪਿੱਛੇ ਤਾਂ ਸਾਡਾ ਧਰਮ ਪਿਆ, ਸਾਡਾ ਵਿਰਸਾ ਪਿਆ ਹੈਗਾ, ਜਿਹਨੂੰ ਅਸੀਂ ਮੰਨਦੇ ਹਾਂ ਸਾਡੀ ਜਿੰਦ ਜਾਨ ਉਹ ਹੈਗਾ। ਫਿਰ ਤਾਂ ਅਸੀਂ ਪਿਛਲੇ ਨੂੰ ਵੀ ਰਿਜੈਕਟ ਕਰ ਦਈਏ। ਹਾਂ, ਪਿਛਲਾ ਇਹ ਅੱਗੇ ਕੀ ਹੈ ਪਿੱਛੇ ਕੀ ਹੈਗਾ, ਬੜੀ ਖਤਰਨਾਕ ਗੇਮ ਆ ਗਈ। ਇਹ ਬਿਲਕੁਲ ਕਹਿੰਦਾ ਨਹੀਂ ਅਸੀਂ ਅੱਗੇ ਵੱਧ ਗਏ ਜੀ, ਹੁਣ ਅਗਾਂਹ ਮਾਡਰਨ ਹੋ ਗਏ, ਹੈ ਨਾ। ਪਿੱਛੇ ਕੀ ਹੈ ਅੱਗੇ ਕੀ ਹੈ, ਇਹ ਬਹੁਤ ਖਤਰਨਾਕ। ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰ। ਮੈਂ ਕਿਸੇ ਆਫਿਸ ਵਿੱਚ ਮੈਨੂੰ ਲੱਗਦਾ ਸ਼ਬਦ ਮੈਂ ਨਹੀਂ ਵਰਤਾ ਜੋ ਪਿੱਛੇ ਚਲੇ ਗਏ। ਮੈਂ ਕਹਿੰਦਾ ਅਸਲੀ ਗੱਲ ਤੇ ਜਿਹੜੀ ਸਾਡੀ ਗੱਲ ਸੀ ਅਸੀਂ ਉੱਥੇ ਆ ਗਏ। ਬਿਲਕੁਲ ਠੀਕ ਹੈ ਸਰ। ਪਿੱਛੇ ਕਿਉਂ ਜਾ ਰਹੇ ਹਾਂ, ਸਾਡੀ ਗੱਲ ਆ ਉਹ, ਅੱਗੇ ਪਿੱਛੇ ਦੀ ਗੱਲ ਨਹੀਂ ਹੈਗੀ ਆ। ਕਾਰਪੋਰੇਟ ਨੇ ਬਣਾਇਆ ਇਹ ਨੈਰੇਟਿਵ ਬਣਾਇਆ, ਗਰੋਥ ਰਸਤਾ ਹੈ, ਮਾਡਰਨਾਈਜੇਸ਼ਨ ਦਾ ਰਸਤਾ ਹੈਗਾ, ਇਹਨਾਂ ਗੱਲਾਂ ਨੂੰ ਛੱਡੋ। ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਤੁਹਾਡੀ ਜੈਸੀ ਪਹਿਲੇ ਯਾਦ ਹੈ ਨਮਕ ਨਾਲ ਜੈਸੀ ਦਾਤੂਨ ਕਰਦੇ ਸੀਗੇ ਤੇ ਇਹ ਤਾਂ ਪ੍ਰਿਮਿਟਿਵ ਹੈਗਾ ਜੀ, ਬੈਕਵਰਡ ਹੈਗਾ। ਅੱਜ ਉਹੀ ਨਮਕ ਉਹਨਾਂ 'ਚ ਜਿੰਨੇ ਵੀ ਤੁਹਾਡੇ ਕੋਲ
ਚੱਲਦੀਆਂ ਹੈਗੀਆਂ ਟੁੱਥਪੇਸਟ ਉਹਦੇ ਵਿੱਚ ਪਾਇਆ ਜਾਂਦਾ ਹੈਗਾ ਹੈ ਨਾ ਜੀ। ਇੱਕ ਟਾਈਮ ਤੇ ਕਿਹਾ ਗਿਆ ਸੀਗਾ ਕਿ ਵੀ ਜੋ ਰਾਖ ਹੈ ਇਹ ਲੋਕਾਂ ਨੂੰ ਬਰਤਨ ਸਾਫ਼ ਨਹੀਂ ਕਰਨੇ ਆਉਂਦੇ, ਅੱਜ ਉਹ ਅਮੇਜ਼ਨ ਰਾਖ ਵੇਚਦਾ ਪਿਆ ਹਾਂਜੀ। ਸੋ ਦੀ ਪੁਆਇੰਟ ਆਮ ਟ੍ਰਾਈਂਗ ਟੂ ਪੇ ਕਿ ਪੀਪਲ ਆਰ ਲਰਨਿੰਗ ਕਿ ਬਈ ਇਹਦੇ ਵਿੱਚ ਕੋਈ ਸਟਰੈਂਥ ਸੀਗੀ, ਕੋਈ ਗੱਲ ਸੀਗੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰ। ਮੈਨੂੰ ਪੇਟੈਂਟ ਕਰਾ ਲੈਂਦੇ ਨੇ ਉਹ। ਤਾਂ ਮਾਡਰਨਾਈਜੇਸ਼ਨ ਇਟ ਡਜ਼ਨਟ ਮੀਨ ਕਿ ਤੁਹਾਡਾ ਜਿਹੜਾ ਏਂਸ਼ੀਅੰਟ ਕਲਚਰ ਹੈਗਾ ਉਹ ਮਾਡਰਨ ਨਹੀਂ ਸੀਗਾ। ਆਈ ਥਿੰਕ ਵੀ ਹੈਵ ਟੂ ਲੋਟ ਟੂ ਲਰਨ ਫਰੋਮ them। ਉਹਦੇ ਕੁਝ ਗਲਤੀਆਂ ਵੀ ਹੋਣਗੀਆਂ, ਉਹ ਸਭ ਜਗ੍ਹਾ ਹੁੰਦਾ ਹੈ ਮਾਡਰਨਿਟੀ ਚ ਬਥੇਰੀਆਂ ਹਾਂਜੀ। ਸੋ ਐਵਰੀ ਗੁੱਡ ਯੂ ਹੈਵ ਟੂ ਪਿਕ ਇਟ ਅਪ ਐਂਡ ਫੋਰਗੇਟ ਅਬਾਊਟ ਕਿ ਇਹ ਮਾਡਰਨ ਕੀ ਹੈ ਤਾਂ ਪਿਛਲਾ ਕੀ ਹੈਗਾ। ਔਰ ਇਹ ਦੇਖ ਰਹੇ ਹਾਂ ਆਪਾਂ, ਦੁਨੀਆ ਆਪਣੀਆਂ ਜੜ੍ਹਾਂ ਨੂੰ ਰੀਵਿਜ਼ਿਟ ਕਰ ਰਹੀ ਹੈ ਸਰ। ਐਂਡ ਲੈਟ ਅਸ ਨਾਟ ਬੀ ਅਸ਼ੇਮਡ ਆਫ ਇਟ, ਲੈਟਸ ਨਾਟ ਬੀ ਅਸ਼ੇਮਡ ਆਫ ਇਟ। ਸਾਨੂੰ ਸ਼ਾਇਦ ਪਤਾ ਹੀ ਨਹੀਂ ਸੀਗਾ, ਸਾਨੂੰ ਅੰਦਾਜ਼ ਹੀ ਨਹੀਂ ਸੀਗਾ ਕਿ ਸਾਡੇ ਕੋਲ ਕਿੰਨੀ ਤਾਕਤ ਸੀਗੀ ਸਰ। ਔਰ ਉਹ ਤਾਕਤ ਅਸੀਂ ਕਿਤੇ ਖੋਂਦੇ ਗਏ ਹੈਗੇ ਹਾਂ ਬਿਕੋਜ਼ ਇਨ ਦੀ ਕੁਐਸਟ ਫॉर ਗਰੋਥ ਔਰ ਇਨ ਦੀ ਕੁਐਸਟ ਫॉर ਡਿਵੈਲਪਮੈਂਟ ਔਰ ਇਨ ਦੀ ਕੁਐਸਟ ਫॉर ਮਾਡਰਨਿਟੀ। ਉਹ ਤੋਂ ਲੱਗਦਾ ਕਿ ਮੈਨੂੰ ਅਸੀਂ ਉੱਥੋਂ ਹੁਣ ਦੁਬਾਰਾ ਰੀਥਿੰਕਿੰਗ ਜਿਹੜੀ ਹੋ ਰਹੀ ਹੈ ਜੀ ਤੁਸੀਂ ਗੱਲ ਕਰ ਰਹੇ ਹੋ, ਉਹ ਇਸੇ ਕਰਕੇ ਸ਼ਾਇਦ ਹੋ ਰਹੀ ਹੈ ਕਿ ਲੋਕਾਂ ਦੇਖ ਰਹੇ ਕਿ ਦੇਰ ਵਾਜ਼ ਸਟਰੋਂਗ ਜਿਹੜਾ ਇੱਕ ਐਲੀਮੈਂਟ ਸੀਗਾ ਉਹਦੇ ਵਿੱਚ ਜਿਹੜਾ ਜੋ ਸਸਟੇਨੇਬਿਲਿਟੀ ਅਸੀਂ ਗੱਲ ਕਰ ਰਹੇ ਹੈਗੇ, ਪੈਰਾਮੀਟਰਸ ਦੀ ਸਸਟੇਨੇਬਿਲਿਟੀ ਪੈਰਾਮੀਟਰਸ ਹੋ ਰਹੇ ਨਾ ਕਿ ਦੁਨੀਆ ਨੂੰ ਕਿਸ ਤਰ੍ਹਾਂ ਉਹ ਫਿਊਚਰ ਤਾਂ ਅਸਲੀ ਉੱਥੋਂ ਹੀ ਹੈ ਨਾ। ਇਟਸ ਨਾਟ ਕਿ ਏਂਸ਼ੀਅੰਟ ਫਿਊਚਰ ਨਹੀਂ ਹੈਗਾ। ਇਹ ਨਾ ਇੱਕ ਕਿਤਾਬ ਹੈ ਕਿਸੇ ਦੀ ਬੜੀ ਅੱਛੀ ਕਿ ਏਂਸ਼ੀਅੰਟ ਫਿਊਚਰਸ ਇਜ਼ ਟੈਲਿੰਗ ਕਿ ਬਈ ਹਾਊ ਏਂਸ਼ੀਅੰਟ ਥਿੰਗਸ ਆਰ ਦੀ ਥਿੰਗਸ ਫॉर ਫਿਊਚਰ। ਉਹ ਗਲਤ ਨਹੀਂ ਹੈਗਾ। ਔਰ ਉਹ 50-60 ਲੈਂਗੁਏਜਿਸ ਵਿੱਚ ਕਿਤਾਬ ਦਵਾਈਆਂ 'ਚ ਦੇਖ ਟ੍ਰਾਂਸਲੇਟ ਹੋ ਗਈ ਹੈ। ਜਦੋਂ ਆਯੁਰਵੇਦ ਦੀ ਗੱਲ ਹੋ ਰਹੀ ਹੈ, ਜਦੋਂ ਇਹਨਾਂ ਗੱਲਾਂ ਦੀ ਗੱਲ ਹੋ ਰਹੀ ਹੈ, ਜਦੋਂ ਅੱਜ ਨੈਚੁਰੋਪੈਥੀ ਦੇ ਉੱਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਬੜਾ ਜ਼ਬਰਦਸਤ ਕੰਮ ਹੋ ਰਿਹਾ ਔਰ ਉਹਦੇ ਬੜੇ ਜ਼ਬਰਦਸਤ ਰਿਜ਼ਲਟ ਮਿਲ ਰਹੇ ਨੇ ਐਲੋਪੈਥੀ ਨਾਲੋਂ, ਕਿਉਂਕਿ ਐਲੋਪੈਥੀ ਤਾਂ ਕਦੇ ਹੀਲ ਨਹੀਂ ਕਰਦੀ ਕਿਸੇ ਨੂੰ ਜੀ। ਤੁਹਾਡੇ ਕਿਸੇ ਵੀ ਗੱਲ ਨੂੰ ਜੋ ਤੱਕ ਉਹ ਹੀਲ ਨਹੀਂ ਹੁੰਦੀਗੀ ਉਹ ਤੱਕ ਤੁਹਾਡੀ ਬਾਡੀ ਠੀਕ ਨਹੀਂ ਹੋ ਸਕਦੀ। ਅਤੇ ਐਲੋਪੈਥੀ ਬਾਰੇ ਇਹ ਸਾਰਾ ਰਿਜ਼ਲਟ ਨਿਕਲ ਚੁੱਕਿਆ ਕਿ ਐਲੋਪੈਥੀ ਹੀਲ ਨਹੀਂ ਕਰਦੀ। ਇਹ ਬਿਲਕੁਲ ਠੀਕ ਕਹਿ ਰਹੇ ਹੋ। ਸਭ ਜਗ੍ਹਾ ਇੱਕ ਨੈਰੇਟਿਵ ਬਣਿਆ, ਲੇਕਿਨ ਆਈ ਥਿੰਕ ਵੀ ਮਸਟ ਥੈਂਕ ਆਲ ਦੋਜ਼ ਪੀਪਲ ਜਿਨ੍ਹਾਂ ਨੇ ਆਸਤੇ ਉਹਨੂੰ ਐਬਜ਼ੋਰਬ ਕੀਤਾ। ਉਹਨਾਂ ਨੇ ਫਿਰ ਸਵਾਲ ਕਰਨਾ ਸ਼ੁਰੂ ਕਰਤੇ, ਲੋਕਾਂ ਨੂੰ ਐਜੂਕੇਟ ਕਰਨਾ ਸ਼ੁਰੂ ਕਰਤਾ ਕਿ ਹੈਲਥ ਦਾ ਬੈਸਟ ਤਰੀਕਾ, ਜਿਸ ਤਰ੍ਹਾਂ ਲੋਕੀ ਯੋਗਾ ਹੈ ਫੋਰ ਇੰਸਟੈਂਸ। ਯੋਗਾ ਕਿਉਂ ਹਾਊਸ ਹੋਲਡ ਬਜ਼ ਬਣ ਗਿਆ? ਕਿਉਂਕਿ ਲੋਕਾਂ ਨੂੰ ਦਿਖਦਾ ਹੈ, ਸਾਫ਼ ਦਿਖ ਰਿਹਾ ਕਿ ਬਈ ਯੋਗਾ ਕਰਨ ਨਾਲ ਜੋ ਤੁਸੀਂ ਕਹਿ ਰਹੇ ਹੋ ਹੀਲਿੰਗ ਕਿਸ ਤਰੀਕੇ ਨਾਲ ਇੰਪਰੂਵ ਹੁੰਦੀ ਹੈ ਉਹਦੀ, ਉਹ ਯੋਗਾ ਤੋਂ ਆ ਰਿਹਾ ਨਾ। ਇਸ ਤਰੀਕੇ ਨਾਲ ਫੂਡ ਹੈਬਿਟਸ ਤੋਂ ਆ ਰਿਹਾ। ਅੱਜ ਸਰ ਇੱਕ ਹੋਰ ਇੱਕ ਮੁਹਿੰਮ ਚੱਲ ਪਈ ਹੈਗੀ ਹੈ ਕਿ ਫੂਡ ਇਜ਼ ਮੈਡੀਸਨ। ਇਹ ਵੀ ਲੋਕੀ ਹੁਣ ਸਮਝ ਰਹੇ ਆ ਕਿ ਫੂਡ ਇਜ਼ ਮੈਡੀਸਨ। ਅਗਰ ਤੁਸੀਂ ਫੂਡ ਨੂੰ ਠੀਕ ਤਰੀਕੇ ਨਾਲ ਯੂਜ਼ ਕਰਦੇ ਹੋ, ਠੀਕ ਤਰੀਕੇ ਦਾ ਫੂਡ ਖਾਂਦੇ ਹੋਗੇ, ਤੁਹਾਡੀ ਮੈਡੀਸਨ ਦੀ ਰਿਕੁਆਇਰਮੈਂਟ ਬਹੁਤ ਘੱਟ ਹੋ ਜਾਂਦੀ ਹੈਗੀ। ਇਹ ਵੀ ਲੋਕੀ ਹੁਣ ਸਮਝ ਰਹੇ ਹੈਗੇ। ਆਈ ਥਿੰਕ ਵੀ ਹੈਵ ਟੂ ਗੋ ਬੈਕ ਟੂ ਆਰ ਪਾਸਟ। ਲੈਟ ਅਸ ਨਾਟ ਥਿੰਕ ਕਿ ਪਾਸਟ ਇਜ਼ ਪਾਸਟ ਐਂਡ ਫੋਰਗੇਟ ਅਬਾਊਟ ਇਟ। ਉਹ ਜੇ ਕਹਿੰਦੇ ਨਾ ਗੁਫਾ ਵਿੱਚ ਚਲੇ ਜਾਣਗੇ, ਇੱਕ ਵੀ ਨੈਰੇਟਿਵ ਬਣਾਇਆ ਜਾਂਦਾ ਕਿ ਤੁਸੀਂ ਅਗਰ ਪਾਸਟ ਜਾ ਰਹੇ ਹੋ ਤਾਂ ਤੁਸੀਂ ਗੁਫਾ ਵਿੱਚ ਚਲੇ ਜਾਓਗੇ। ਇਹ ਨੈਰੇਟਿਵ ਜਾਣਬੁੱਝ ਕੇ ਬਣਾਇਆ ਜਾਂਦਾ ਤਾਂ ਕਿ ਉਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਜਾਂ ਉਹਨਾਂ ਦੀ ਜਿਹੜੀ ਮਾਰਕੀਟਿੰਗ ਦੀ ਐਬਿਲਿਟੀ ਹੈਗੀ ਹੈ ਉਹ ਨਾ ਕਿਤੇ ਲੂਜ਼ ਹੋ ਜਾਏ। ਮੈਨੂੰ ਤਾਂ ਇਹੀ ਲੱਗਦਾ ਹੈਗਾ। ਆਈ ਥਿੰਕ ਪੀਪਲ ਆਰ ਗ੍ਰੈਜੂਅਲੀ ਲਰਨਿੰਗ, ਪੀਪਲ ਆਰ ਸੇਇੰਗ। ਔਰ ਤੁਹਾਡਾ ਜਿਹੜਾ ਸਵਾਲ ਸੀਗਾ ਨਾ ਨੈਰੇਟਿਵ ਕਿਸ ਤਰ੍ਹਾਂ ਬਿਲਟ ਹੋਏਗਾ, ਇਹ ਜਿਹੜਾ ਸਾਰਾ ਹੋ ਰਿਹਾ ਛੋਟਾ ਮੋਟਾ ਇੱਕ ਅਲੱਗ, ਉਹ ਸਾਰਾ ਮਿਲ ਜੁਲ ਕੇ ਹੀ ਇੱਕ ਨੈਰੇਟਿਵ ਬਣਾਉਂਦਾ ਸਰ। ਔਰ ਨੈਰੇਟਿਵ ਦਾ ਟਾਈਮ ਆ ਗਿਆ ਬਿਕੋਜ਼ ਬਰੋਡਰ ਲੈਵਲ ਤੇ ਜੋ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੋ ਰਿਹਾ ਹੈਗਾ ਉਹ ਮਾਰ ਜਿਹੜੀ ਪੈ ਰਹੀ ਹੈ। ਪਲੱਸ ਇਹ ਜਿਹੜੇ ਚੇਂਜਸ ਤੁਸੀਂ ਦੇਖ ਰਹੇ ਹੋ ਸੋਸਾਇਟੀ ਵਿੱਚ ਇੰਨੇ ਸਾਲਾਂ ਤੋਂ ਬਿਲਡਅਪ ਹੁੰਦੇ ਗਏ, ਆਈ ਵੁੱਡ ਸੇ ਹੁੰਦੇ ਨਹੀਂ ਗਏ, ਬਿਲਡਅਪ ਵੀ ਹੁੰਦੇ ਗਏ ਹੈਗੇ। ਉਹ ਕਲੈਕਟਿਵਲੀ ਲੋਕਾਂ ਨੂੰ ਸਮਝ ਆ ਰਿਹਾ ਕਿ ਬਈ ਐਵਰੀਥਿੰਗ ਜੋ ਅਸੀਂ ਅੱਜ ਤੱਕ ਜਾਣਿਆ ਹੈਗਾ ਇਟ ਵਾਜ਼ ਨਾਟ ਰੋਂਗ। There are a lot of good things that we have to pick it up from there. ਧੰਨਵਾਦ ਸਰ, ਸਾਨੂੰ ਆਪਣਾ ਕੀਮਤੀ ਟਾਈਮ ਦੇਣ ਲਈ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਦਵਿੰਦਰ ਸ਼ਰਮਾ ਜੀ। ਔਰ ਗੱਲ ਇਹੀ ਹੈ ਕਿ ਜਿਹੜੀ ਸ਼ਰਮਾ ਜੀ ਕਹਿ ਰਹੇ ਨੇ ਕਿ ਅਲਟੀਮੇਟਲੀ ਜਿਹੜੀਆਂ ਇਹ ਗੱਲਾਂ ਸੈੱਟ ਕੀਤਾ ਜਾਂਦਾ ਦੁਨੀਆ 'ਚ ਨੈਰੇਟਿਵ ਕਿ ਇਹੀ ਅੰਤਮ ਸੱਚ ਹੈ। ਦੁਨੀਆ 'ਤੇ ਅੰਤਮ ਸੱਚ ਕੁਝ ਨਹੀਂ ਹੁੰਦਾ। ਮਨੁੱਖ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦਾ। ਅਤੇ ਜਦੋਂ ਤੱਕ ਅਸੀਂ ਬਿਹਤਰ ਸੱਚ ਖੋਜਦੇ ਰਹਾਂਗੇ ਤਾਂ ਅਸੀਂ ਇਹਨਾਂ ਨੈਰੇਟਿਵਾਂ ਦਾ ਜਿਹੜੇ ਕਹਿੰਦੇ ਇਹ ਅੱਗੇ ਆ, ਇਹ ਪਿੱਛੇ ਆ, ਇਹ ਮਾਡਰਨਿਟੀ ਆ, ਇਹ ਫਲਾਨਾ, ਅਲਟੀਮੇਟਲੀ ਜ਼ਿੰਦਗੀ ਕਿਵੇਂ ਵਧੀਆ ਹੋਵੇ, ਸਮਾਜ ਕਿਵੇਂ ਵਧੀਆ ਹੋਵੇ, ਸਿਹਤ ਕਿਵੇਂ ਵਧੀਆ ਹੋਵੇ, ਜੀਵਨ 'ਚ ਖੁਸ਼ੀ ਕਿਵੇਂ ਹੋਵੇ, ਇਹ ਗੱਲ ਇੰਪੋਰਟੈਂਟ ਆ। ਇਹ ਗੱਲ ਇੰਪੋਰਟੈਂਟ ਨਹੀਂ ਫਲਾਨੀ ਗੱਲ ਮਾਡਰਨ ਆ ਜਾਂ ਫਲਾਨੀ ਗੱਲ ਕੀ ਆ। ਇਸ ਕਰਕੇ ਉਹਨਾਂ ਨੈਰੇਟਿਵਾਂ ਤੋਂ ਜਿਹੜੀ ਅਸੀਂ ਓਪਨਿੰਗ 'ਚ ਹੀ ਕਿਹਾ ਸੀਗਾ ਕਿ ਦੁਨੀਆ ਦੀ ਲੜਾਈ ਨੈਰੇਟਿਵ ਕੰਟਰੋਲ ਕਰਨ ਦੀ ਲੜਾਈ ਹੈ। ਤਾਂ ਨੈਰੇਟਿਵ ਕੰਟਰੋਲ ਦੇ ਅੰਦਰ ਤੁਹਾਨੂੰ ਬਹੁਤ ਸਾਰੇ ਨੈਰੇਟਿਵ ਬੇਵਕੂਫ ਬਣਾਉਂਦੇ ਆ। ਤੁਸੀਂ ਉਹਨਾਂ ਨੂੰ ਆਪਣੇ ਲੈਵਲ 'ਤੇ ਚੈਲੰਜ ਕਰਨਾ ਹੁੰਦਾ, ਦੇਖਣਾ ਹੁੰਦਾ, ਸੋਚਣਾ ਹੁੰਦਾ, ਸਮਝਣਾ ਹੁੰਦਾ। ਵਹਾਚ ਨਾ ਬਹਿ ਜਾ ਕਰੋ ਵੀ ਸੋਸ਼ਲ ਮੀਡੀਆ 'ਤੇ ਆ ਗਿਆ, ਹਾਂਜੀ ਬਾਈ ਜੀ ਚੱਕ 'ਤੇ ਫੱਟੇ ਬਾਈ ਐਂ ਹੋ ਗਿਆ ਹੋ ਗਿਆ। ਜੋ ਵੀ ਆ ਰਿਹਾ ਹੁੰਦਾ ਸੋਸ਼ਲ ਮੀਡੀਆ 'ਤੇ ਆਵੇ, ਟੀ ਵੀ 'ਤੇ ਆਵੇ, ਕਿਤੇ ਵੀ ਆਵੇ, ਉਹਨੂੰ ਗੌਰ ਨਾਲ ਦੇਖੋ, ਉਹ 'ਤੇ ਆਪਣੀ ਸਮਝ ਬਣਾਓ, ਚਾਰ ਦੋਸਤਾਂ ਨਾਲ ਡਿਸਕਸ ਕਰੋ। ਫੇਰ ਹੀ ਸਾਡਾ ਕੋਈ ਵਿਜ਼ਨ ਬਦਲੇਗਾ, ਫੇਰ ਹੀ ਇੱਕ ਸਮਾਜ ਚੰਗਾ ਸਮਾਜ ਹੋਏਗਾ।